जिसम है अमृत ज्ञान है मानक भगत वैराग गुरु ग्रंथ साहिब उदद बंदों कर अनुराग श्री सतगुर शब्द कमाए जिन जीते पंच विकार तिन संतन को बंदना सिर चरणन पग धार दोहरा सर्ब बिखै सिमल बृख सुख मन तज अज्ञान सतगुर चरण रसाल को सेव सदा सुख मान। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दोहरा सर्ब बिखै सिमल बृख सुख मन तज अज्ञान। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 29ਵਾਂ 29। ਕਵੀ ਸੰਤੋਖ ਸਿੰਘ ਜੀ ਇਸ ਅਧਿਆਏ ਦੇ ਆਰੰਭ ਦੇ ਵਿੱਚ ਮੰਗਲ ਕਰਦੇ ਹਨ। ਸਰਬ ਬਿਖੈ ਸਿਮਲ ਬ੍ਰਿਖ, ਸਾਰੇ ਬਿਰਖਾਂ ਦੇ ਵਿੱਚੋਂ, ਸਾਰੇ ਦਰਖਤਾਂ ਦੇ ਵਿੱਚੋਂ, ਸਾਰੇ ਜਿਹੜੇ ਟਰੀਸ ਹੁੰਦੇ ਨੇ ਉਹ ਸਿਲਕ ਕਾਟਨ ਟਰੀ ਵੀ ਇਹਨੂੰ ਕਿਹਾ ਜਾਂਦਾ ਹੈ, ਜਿਹਨੂੰ ਸਿਮਲ ਰੁੱਖ ਕਿਹਾ ਜਾਂਦਾ ਹੈ। ਸੋ ਇਹ ਸਿਮਲ ਰੁੱਖ ਜਿਹੜਾ ਹੈ ਸਾਰਿਆਂ ਨਾਲੋਂ ਭਾਵੇਂ ਉੱਚਾ ਤੇ ਸੋਹਣਾ ਹੈ, ਲੱਗਦਾ ਵੱਡਾ ਹੈ। ਸੁਖ ਮਨ ਤਜ ਅਗਿਆਨ, ਸੁਖ ਮਨ ਤਜ ਅਗਿਆਨ ਕਹਿੰਦੇ ਜਿਹੜਾ ਪੈਰਟ ਹੁੰਦਾ ਹੈ ਜਾਂ ਜਿਹੜਾ ਹੈ ਇਹ ਪੈਰਟ ਜਿਹੜਾ ਹੁੰਦਾ ਹੈ, ਇਹਨਾਂ ਦਾ ਜਿਹੜਾ ਹੈ ਐਸਾ ਇਹਨੂੰ ਚੰਗਾ ਲੱਗਦਾ ਉਹ ਦਰਖਤ, ਤੇ ਉੱਥੇ ਜਾ ਕਰਕੇ ਇਹ ਤੋਤਾ ਜਿਹੜਾ ਹੈ ਉੱਥੇ ਬਹਿੰਦਾ ਹੈ। ਪਰ ਕੀ ਹੁੰਦਾ ਹੈ, ਇਸ ਦਰਖਤ ਜਿਹੜਾ ਹੁੰਦਾ ਹੈ ਇਹਨੂੰ ਜਿਹੜਾ ਹੈ ਨਾ ਤਾਂ ਕੋਈ ਫਲ ਲੱਗਦਾ ਹੈ ਨਾ ਫੁੱਲ ਲੱਗਦਾ ਹੈ। ਤੇ ਉਹ ਇਸ ਪ੍ਰਕਾਰ ਕਰਕੇ ਜਿਵੇਂ ਆਸਾ ਦੀ ਵਾਰ ਦੇ ਵਿੱਚ ਸਿਮਲ ਰੁੱਖ ਸਰਾਏਰਾ ਅਤ ਦੀਰਘ ਅਤ ਮੁੱਚ ਓਏ ਵੀ ਆਏ ਆਸ ਕਰ ਜਾਏ ਨਿਰਾਸੇ ਕਿਤ। ਸੋ ਜੋ ਵੀ ਕੋਈ ਆਉਂਦਾ ਹੈ ਉਹ ਨਿਰਾਸ਼ਾ ਹੋ ਕੇ ਜਾਂਦਾ ਹੈ, ਕਿਉਂਕਿ ਇੱਛਾ ਇਹ ਪੂਰੀ ਨਹੀਂ ਕਰਦਾ। ਦੇਖਣ ਨੂੰ ਵੱਡਾ ਹੈ, ਦਿਖਾਵਾ ਬੜਾ ਸੋਹਣਾ ਹੈ ਇਸ ਸਿਮਲ ਰੁੱਖ ਦਾ, ਪਰ ਇਹ ਸਿਮਲ ਰੁੱਖ ਜਿਹੜਾ ਹੈ ਕੋਈ ਵੀ ਜਿਹੜਾ ਹੈ ਕਾਰਜ ਨਹੀਂ ਕਰਨ ਜੋਗਾ, ਨਾ ਤਾਂ ਰੱਖਿਆ ਕਰਨ ਜੋਗਾ ਹੈ, ਨਾ ਕਿਸੇ ਦੀ ਭੁੱਖ ਮਿਟਾਉਣ ਜੋਗਾ ਹੈ। ਇਸ ਪ੍ਰਕਾਰ ਕਰਕੇ ਕਹਿੰਦੇ ਇਹ ਜਿਹੜਾ ਤੋਤਾ ਜਿਹੜਾ ਹੈ ਅਗਿਆਨਤਾ ਹੈ। ਜਿਵੇਂ ਇਹ ਸਿਮਲ ਰੁੱਖ ਦੀ ਆਸ ਕਰਕੇ ਆਉਂਦਾ ਹੈ, ਇਸੇ ਤਰ੍ਹਾਂ ਹੀ ਮਨੁੱਖ ਅਗਿਆਨਤਾ ਦੇ ਵਿੱਚ ਮਾਇਆ ਦੀ ਆਸ ਕਰਦਾ ਹੈ ਕਿ ਮਾਇਆ ਤੋਂ ਮੈਨੂੰ ਸੁੱਖ ਮਿਲੇਗਾ, ਮਾਇਆ ਤੋਂ ਜਿਹੜੀਆਂ ਹਨ ਮੇਰੀਆਂ ਇੱਛਾ ਪੂਰੀਆਂ ਹੋਣਗੀਆਂ। ਸੋ ਐਸੀਆਂ ਝੂਠੀਆਂ ਆਸਾਂ ਲੈ ਕੇ ਆਉਂਦੇ ਹਨ। ਸਤਿਗੁਰ ਚਰਨ ਰਸਾਲ ਕੋ, ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਜੋ ਰਸਾਲ ਹਨ, ਜਿਹੜੇ ਮਿੱਠੇ ਹਨ, ਸੁਖਦਾਈ ਹਨ। ਸਤਿਗੁਰਾਂ ਦੇ ਜਿਹੜੇ ਚਰਨ ਹਨ ਉਹ ਅੰਬ ਦੀ ਤਰ੍ਹਾਂ ਹਨ। ਜਿਵੇਂ ਅੰਬ ਦੇ ਦਰਖਤ ਤੇ ਕੋਈ ਵੀ ਜਾਂਦਾ ਹੈ ਤਾਂ ਫਿਰ ਸੇਵ ਸਦਾ ਸੁਖ ਮਾਨ, ਸੇਵ ਸਦਾ ਸੁਖ ਮਾਨ। ਦੇਖੋ ਸਤਿਗੁਰੂ ਐਸਾ ਬਿਰਖ ਹੈ ਜਿਹਦੇ ਨਾਲ ਜਿਹੜੇ ਹਨ, ਜਿਵੇਂ ਅੰਬ ਦੇ ਬੂਟੇ ਤੇ ਜਾ ਕਰਕੇ ਮਿੱਠੇ ਅੰਬਾਂ ਦੀ ਪ੍ਰਾਪਤੀ ਹੁੰਦੀ ਹੈ, ਭੁੱਖ ਮਿਟਦੀ ਹੈ ਤੇ ਛਾਂ ਵੀ ਮਿਲਦੀ ਹੈ। ਇਸ ਪ੍ਰਕਾਰ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜੋ ਵੀ ਜਾਂਦਾ ਹੈ ਉਸ ਦੀ ਜਿਹੜੀ ਹੈ ਜਨਮਾਂ ਜਨਮਾਂਤਰਾਂ ਦੀ ਜਿਹੜੀ ਭੁੱਖ ਹੈ ਉਹ ਸੰਤੁਸ਼ਟ ਹੁੰਦੀ ਹੈ, ਉਹ ਭੁੱਖ ਮੁੱਕਦੀ ਹੈ, ਸੰਤੋਖ ਦੀ ਪ੍ਰਾਪਤੀ ਹੁੰਦੀ ਹੈ, ਦੈਵੀ ਗੁਣਾਂ ਦੀ ਪ੍ਰਾਪਤੀ ਹੋਣ ਕਰਕੇ ਉਹ ਸਾਰੀਆਂ ਜਿਹੜੀਆਂ ਭੁੱਖਾਂ ਹੁੰਦੀਆਂ ਹਨ ਜਿਹਦੇ ਕਰਕੇ 84 ਲੱਖ ਜੂਨਾਂ ਪ੍ਰਾਪਤ ਹੁੰਦੀਆਂ ਉਹ ਸਾਰੀਆਂ ਹੀ ਮੁੱਕ ਜਾਂਦੀਆਂ ਹਨ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਅਰਦਾਸ ਕਰਦੇ ਹਨ, ਸੇਵ ਸਦਾ ਸੁਖਮਾਨ। ਹੇ ਮੇਰੇ ਮਨਾ ਉਹ ਚਰਨਾਂ ਨੂੰ ਤੂੰ ਸਦਾ ਹੀ ਸੇਵਣਾ ਯਾਦ ਕਰਨਾ ਕਰ, ਜਿਹਦੇ ਕਰਕੇ ਸਾਰੇ ਸੁਖ ਤੋਂ ਮਾਣੇਗਾ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਬੈਠੇ ਹੋਤੇ ਪ੍ਰਭੂ ਗੁਣ ਖਾਨੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਾਜੇ ਇਮਨਾਬਾਦ ਦੇ ਵਿੱਚ ਸਨ ਤੇ ਉੱਥੇ ਸਤਿਗੁਰੂ ਜੀ ਗੁਣਾ ਦੀ ਖਾਨ ਬੈਠੇ ਹਨ। ਮਰਦਾਨਾ ਤਬ ਬੋਲਿਓ ਬਾਨੀ। ਉਸ ਵੇਲੇ ਭਾਈ ਮਰਦਾਨੇ ਨੇ ਜਿਹੜਾ ਹੈ ਪੁੱਛਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਆਪ ਪੁਰਾ ਪੁਰ ਮਹਿ ਜਬ ਆਏ। ਪਾਤਸ਼ਾਹ ਜੀ ਜਦੋਂ ਪਹਿਲਾਂ ਆਪਾਂ ਇਮਨਾਬਾਦ ਵਿੱਚ ਆਏ ਸਾਂ, ਸੰਤ ਸੰਗ ਬੈਠੇ ਇਹ ਥਾਏ। ਇਸੇ ਥਾਂ ਜਿੱਥੇ ਅੱਜ ਕੱਲ੍ਹ ਰੋੜੀ ਸਾਹਿਬ ਗੁਰਦੁਆਰਾ ਹੈ, ਕਹਿੰਦੇ ਉਹੀ ਅਸਥਾਨ ਹੈ, ਇੱਥੇ ਸੰਤ ਲੋਕ ਵੀ ਆਪਣੇ ਨਾਲ ਬੈਠੇ ਸਨ। ਹਿਤ ਆਹਾਰ ਕੇ ਜਾਚਨ ਗਵਨੇ। ਜਦੋਂ ਮਹਾਰਾਜ ਆਪ ਜੀ ਨੇ ਹੁਕਮ ਕੀਤਾ ਸਾਨੂੰ ਜਾਣ ਦਾ ਸ਼ਹਿਰ ਨਗਰ ਦੇ ਵਿੱਚ, ਤੇ ਨਾਲ ਸਾਡੇ 2 ਸੰਤ ਗਏ ਜਾਚਨਾ ਕਰਨ ਵਾਸਤੇ, ਭੋਜਨ ਮੰਗਣ ਵਾਸਤੇ। ਫਿਰੇ ਪਠਾਨਨ ਕੇ ਤਬ ਭਵਨੇ। ਤੇ ਫਿਰੇ ਅਸੀਂ ਬਹੁਤ ਪਠਾਣਾ ਦੇ ਘਰ ਵਿੱਚ ਫਿਰ ਤੁਰ ਕੇ ਦੇਖਿਆ, ਮੰਗਿਆ, ਜਾਚਨਾ ਕੀਤੀ। ਦੇਖ ਛੁਦਾਤਰ ਕਿਨਹੋ ਨਾ ਦੀਨੋ। ਦੇਖੋ ਸਾਨੂੰ ਭੁੱਖਿਆਂ ਜਾਣ ਕੇ ਵੀ ਕਿਸੇ ਨੇ ਸਾਨੂੰ ਖਾਣਾ ਨਾ ਦਿੱਤਾ, ਭੋਜਨ ਨਾ ਦਿੱਤਾ। ਬੋਹਰੋ ਮਿਲਿਓ ਦੁਖਤ ਮਤ ਹੀਨੋ। ਦੇਖੋ ਬੋਹਰੋ ਕਹਿਣ ਲੱਗੇ ਉਸੇ ਜਿਹੜਾ ਹੈ ਉਹਨਾਂ
ਦੀ ਭੈੜੀ ਮਤ ਕਰਕੇ, ਉਹਨਾਂ ਦੇ ਹੰਕਾਰ ਕਰਕੇ, ਜੋ ਉਹਨਾਂ ਨੇ ਪਾਪ ਕੀਤਾ, ਆਪ ਜੀ ਵਰਗੇ ਪਰਮੇਸ਼ਰ ਸਰੂਪ ਨੂੰ ਉਹਨਾਂ ਨੇ ਭੋਜਨ ਨਾ ਦਿੱਤਾ, ਸੇਵਾ ਨਾ ਕੀਤੀ, ਤੇ ਜਿਸ ਕਰਕੇ ਉਹਨਾਂ ਨੂੰ ਜਿਹੜੀ ਭੈੜੀ ਮਤ ਵਾਲੇ ਹਨ ਉਹਨਾਂ ਨੂੰ ਬੜਾ ਦੁੱਖ ਮਿਲਿਆ। ਬਾਬਰ ਨੇ ਆ ਕੇ ਸਾਰਾ ਹੀ ਸ਼ਹਿਰ ਤੋੜ ਦਿੱਤਾ। ਭਈ ਅਵਗਿਆ ਥੋਰਨ ਪਾਸੋਂ। ਮਹਾਰਾਜ ਪਰ ਇੱਕ ਸਵਾਲ ਮੇਰਾ ਇਹ ਹੈ, ਭਾਈ ਮਰਦਾਨਾ ਜੀ ਕਹਿੰਦੇ ਅਵਗਿਆ ਜਿਹੜੀ ਹੈ ਥੋੜ੍ਹਿਆ ਨਹੀਂ ਕੀਤੀ ਸੀ। ਇਹ ਜਿਹੜਾ ਹਨ ਜਿਨ੍ਹਾਂ ਤੋਂ ਅਸੀਂ ਜਾ ਕੇ ਮੰਗਿਆ ਉਹ ਤਾਂ ਥੋੜ੍ਹੇ ਹੀ ਲੋਕ ਸਨ। ਉਹ ਕਿਹੜੇ ਸਾਰੇ ਅਸੀਂ ਨਗਰ ਵਿੱਚ ਸਾਰਿਆਂ ਨੂੰ ਜਾ ਕੇ ਪੁੱਛਿਆ ਸੀ? ਕਹਿੰਦੇ ਥੋੜ੍ਹੇ ਲੋਕਾਂ ਨੂੰ ਹੀ ਮਿਲੇ ਸਾਂ, ਤੇ ਜਿਨ੍ਹਾਂ ਨੂੰ ਮਿਲੇ ਸਾਂ ਉਹਨਾਂ ਨੇ ਜਿਹੜੀ ਨਾ ਕੀਤੀ ਤੇ ਧੱਕਾ ਵੀ ਮਾਰਿਆ ਸੀ ਭਾਈ ਮਰਦਾਨੇ ਨੂੰ। ਪਰ ਕਹਿੰਦਾ ਮਹਾਰਾਜ ਉਹ ਤਾਂ ਥੋੜ੍ਹੇ ਸਨ, ਉਹਨਾਂ ਦੀ ਪਰਸੈਂਟੇਜ ਕਿੰਨੀ ਕੁ ਹੋਵੇਗੀ ਸਾਰੇ ਸ਼ਹਿਰ ਵਿੱਚ? 1%, ਹਾਂਜੀ, ਜਾਂ 0.5% ਹੋਵੇਗਾ। ਮਿਲਿਓ ਸਰਬ ਪੁਰ ਕੋ ਦੁਖ ਰਾਸੋ। ਪਰ ਮਹਾਰਾਜ ਕਿਉਂ ਸਾਰੀ ਹੀ ਪੁਰ, ਸਾਰੀ ਨਗਰ ਨੂੰ ਇਹ ਸਜ਼ਾ ਮਿਲੀ? ਹੁਣ ਜਿਹੜੇ ਪਾਪ ਕਰਨ ਵਾਲੇ ਜਿਨ੍ਹਾਂ ਨੇ ਅਵਗਿਆ ਕੀਤੀ ਉਹ ਥੋੜੇ ਸਨ, ਪਰ ਸਾਰੇ ਪੁਰ ਨਗਰ ਨੂੰ ਕਿਉਂ ਸਜ਼ਾ ਮਿਲੀ ਐਡੀ ਵੱਡੀ? ਅਸਮੰਜਸ ਮੈਂ ਲੱਖ ਮਨ ਮਾਹੀ। ਇਸ ਕਰਕੇ ਇਹ ਗੱਲ ਜਿਹੜੀ ਹੈ ਮੇਰੀ ਸਮਝ ਨਹੀਂ ਪੈਂਦੀ। ਮੈਂ ਹੈਰਾਨ ਬਹੁਤ ਹੁੰਦਾ ਹਾਂ ਵੀ 1-2 ਬੰਦਿਆਂ ਦੇ ਕਰਮ ਕਰਕੇ ਸਾਰੀ ਨਗਰੀ ਨੂੰ ਕਿਉਂ ਸਜ਼ਾ ਮਿਲੀ। ਪੂਜਨ ਕੀਨ ਆਪ ਕੇ ਪਾਹੀ। ਇਸ ਕਰਕੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੇਰਾ ਸੰਸਾ ਦੂਰ ਕਰੋ। ਦੋਹਰਾ ਸੁਨ ਮਰਦਾਨੇ ਨਗਰ ਜਿਸ ਸੰਤ ਅਤਿਥ ਚਲ ਜਾਹੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸੁਣ ਕੇ ਭਾਈ ਮਰਦਾਨੇ ਦਾ ਜਿਹੜਾ ਸਵਾਲ ਸੀ ਜਾਂ ਉਹਨਾਂ ਦਾ ਜਿਹੜਾ ਡਾਊਟ ਸੀਗਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੁਣ ਮਰਦਾਨਿਆਂ, ਇਸ ਨਗਰ ਦੇ ਵਿੱਚ ਜੋ ਵੀ ਕੋਈ ਨਗਰ ਹੈ ਇਸ ਦੁਨੀਆ ਤੇ ਬਣੇ ਹੋਏ ਹਨ, ਜਿੱਥੇ ਵੀ ਕੋਈ ਸੰਤ ਜਾਂ ਅਤਿਥੀ ਆ ਜਾਂਦੇ ਹਨ, ਸੇਵਾ ਹੋਏ ਨਾ ਤਾਹੇ ਕੀ ਸਭਨ ਪਾਪ ਲਗਾਹੇ। ਜਿਹੜਾ ਕੋਈ ਉਹਨਾਂ ਦੀ ਸੇਵਾ ਨਾ ਕਰੇ, ਜਿਸ ਨਗਰ ਵਿੱਚ ਉਹਨਾਂ ਦੀ ਸੇਵਾ ਨਾ ਹੋਵੇ, ਉਹ ਸਾਰਾ ਨਗਰ ਹੀ ਦੋਸ਼ੀ ਹੈ। ਇਹਦੇ ਵਿੱਚ ਸਾਰਾ ਨਗਰ ਹੀ ਗਲਤ ਹੋ ਜਾਂਦਾ ਹੈ, ਕਿਉਂਕਿ ਸੰਤ ਮਹਾਪੁਰਸ਼ ਤੇ ਜਾਂ ਕੋਈ ਅਤਿਥੀ ਹੋਵੇ ਉਹਨਾਂ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਅਤਿਥੀ ਹੁੰਦਾ ਜਾਂ ਸੰਤ ਹੁੰਦੇ ਨੇ ਉਹ ਪਰਮਾਤਮਾ ਰੂਪ ਹੁੰਦੇ ਨੇ। ਇਸ ਕਰਕੇ ਕਹਿੰਦੇ ਜੇ ਨਾ ਹੋਵੇ ਉਹਨਾਂ ਦੀ ਸੇਵਾ ਤਾਂ ਸਾਰਾ ਨਗਰ ਦੋਖੀ ਹੈ। ਦ ਹੋਲ ਟਾਊਨ ਆਊਟ ਟੂ ਬੀ ਬਲੇਮਡ। ਸੋ ਇਸ ਕਰਕੇ ਚੌਪੇ ਜਨ ਹੋ ਗ੍ਰਸਤ ਧਰਮ ਸੁਭ ਇਹੋ। ਦੇਖੋ ਜਿਹੜਾ ਗ੍ਰਸਤੀ ਧਰਮ ਹੈ ਉਹਦਾ ਪਹਿਲਾ ਰੈਸਪੌਂਸਿਬਿਲਿਟੀ ਕੀ ਹੈ ਕਿ ਜਿਹੜਾ ਹਨ ਉਹਨਾਂ ਦੀ ਜਿਹੜਾ ਸਭ ਤੋਂ ਪ੍ਰਮੁੱਖ ਦ ਮੋਸਟ ਇੰਪੋਰਟੈਂਟ ਡਿਊਟੀ ਆਫ ਜਿਹੜਾ ਹਨ ਫੈਮਿਲੀ ਲਾਈਫ ਦੀ ਕੀ ਹੁੰਦੀ ਹੈ? ਆਏ ਅਤਿਥ ਕੀ ਸੇਵਾ ਕਰੇ ਹੋ। ਆਏ ਅਤਿਥੀ ਦੀ ਸੇਵਾ ਕਰਨੀ ਇਹ ਸਭ ਤੋਂ ਵੱਡਾ ਇੱਕ ਫਰਜ਼ ਹੈ ਹਰ ਇੱਕ ਗ੍ਰਸਤੀ ਦਾ। ਜਥਾ ਸਖਤ ਤੇ ਆਦਰ ਕਰਹੀ। ਦੇਖੋ ਜਥਾ ਸ਼ਕਤ ਇਹ ਨਹੀਂ ਵੀ ਬਹੁਤਾ ਕੁਝ ਕਰਨਾ ਹੈ, ਜਿੰਨਾ ਸਰਦਾ ਬਲਦਾ ਹੈ, ਜਿੰਨਾ ਕੁ ਆਪ ਜੀ ਦੇ ਕੋਲ ਕੈਪੈਸਿਟੀ ਹੈ ਉਨੇ ਕੁ ਅਨੁਸਾਰ ਸੇਵਾ ਕਰਨੀ ਚਾਹੀਦੀ ਹੈ। ਤੇ ਆਹਾਰ ਮ੍ਰਿਤ ਬਚਨ ਉਚਰਹੀ। ਦੇਖੋ ਇੱਕ ਅਤਿਥੀ ਨੂੰ ਆਦਰ ਦੇਣਾ ਚਾਹੀਦਾ ਹੈ, ਆਦਰ ਦੇ ਕੇ ਫਿਰ ਆਹਾਰ ਵੀ ਦੇਣਾ ਹੈ, ਖਾਣਾ ਵੀ ਦੇਣਾ ਹੈ, ਤੇ ਚੰਗੇ ਮਿੱਠੇ ਬਚਨ ਬੋਲਣੇ ਚਾਹੀਦੇ ਹਨ। ਧਰਮਹੀਨ ਇਹ ਖਾਨ ਦਸੂ ਮਤ। ਦੇਖੋ ਇਹ ਜਿਹੜਾ ਹਨ ਇਸ ਸ਼ਹਿਰ ਦੇ ਵਿੱਚ ਜਿਹੜੇ ਪਠਾਨ ਲੋਕ ਖਾਨ ਜਿਹੜੇ ਸਨ ਇਹ ਸਾਰੇ ਜਿਹੜੇ ਹਨ ਅਧਰਮੀ ਸਨ। ਇਹਨਾਂ ਦਾ ਕੋਈ ਧਰਮ ਨਹੀਂ ਸੀਗਾ, ਇਹਨਾਂ ਨੂੰ ਤਾਂ ਸਿਰਫ ਇੰਜੋਇਮੈਂਟ ਨਾਲ ਹੀ ਆਪਣਾ ਸਰਬੰਧ ਹੈ ਤੇ ਹੰਕਾਰੀ ਫਿਰਦੇ ਸਨ। ਇਸ ਕਰਕੇ ਜਿਹੜਾ ਹਨ ਦੁਸ਼ੂ ਮਤ ਕਹਿੰਦੇ ਕਿ ਇਹ ਜਿਹੜਾ ਹਨ ਭੈੜੀ ਮਤ ਵਾਲੇ ਹਨ। ਪ੍ਰਭਤਾ ਵੰਦ ਮਹਿ ਭਏ ਅੰਧ ਅਤ। ਇਹ ਅੰਨੇ ਹੋ ਗਏ ਆਪਣੇ ਹੰਕਾਰ ਦੇ ਵਿੱਚ। ਕਹਿਰ ਉਚਿਤ ਥੇ ਕਹਿਰ ਭਰਿਓ ਸਿਰ। ਦੇਖੋ ਇਹ ਕਹਿਰ ਦੇ ਹੀ ਲਾਇਕ ਸਨ, ਇਸ ਕਰਕੇ ਸ਼ਹਿਰ ਵਿੱਚ ਕਹਿਰੀ ਹੀ ਹੋਇਆ। ਇਹ ਨਹੀਂ ਵੀ ਇਹਨਾਂ ਤੇ ਜਿਹੜੇ ਹਨ ਉਹ ਕੁਝ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਨਹੀਂ, ਕਹਿੰਦੇ ਜੋ ਇਹਨਾਂ ਨੂੰ ਇਹ ਲਾਇਕ ਸਨ ਉਹੀ ਕੁਝ ਇਹਨਾਂ ਨਾਲ ਹੋਇਆ ਹੈ। ਦੇ ਡਿਜ਼ਰਵ ਇਟ ਰਾਈਟ। ਕਹਿੰਦੇ ਐਸਾ ਹੀ ਇਹਨਾਂ ਨਾਲ ਹੋਣਾ ਸੀ, ਐਸਾ ਹੀ ਹੋਇਆ। ਸਦਾ ਖੁਦਾਏ ਵਿਸਾਰ ਰਹੇ ਔਰ ਕਿਉਂਕਿ ਇਹਨਾਂ ਨੇ ਸਦਾ ਹੀ ਹਮੇਸ਼ਾ ਹੀ ਖੁਦਾ ਪਰਮਾਤਮਾ ਨੂੰ ਵਿਸਾਰ ਕੇ ਜਿਹੜਾ ਹੈ ਭੁਲਾ ਕੇ ਰੱਖਿਆ ਹੈ। ਮਰਦਾਨੇ ਕੇ ਮਨ ਸੰਦੇਹ। ਹੁਣ ਭਾਈ ਮਰਦਾਨੇ ਦਾ ਜਿਹੜਾ ਸੰਦੇਹ ਹੈ ਨਾ ਉਹ ਹਜੇ ਮਿਟਿਆ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਵੀ ਨਾ ਹਜੇ ਵੀ ਉਹਦੇ ਮਨ 'ਚ ਥੋੜਾ ਜਿਹਾ ਡਾਊਟ ਰਹਿ ਗਿਆ। ਪੁੱਛਕ ਰਹਿਓ ਪਰ ਬੋਲ ਨਾ ਕੇਹੂ। ਕੁਝ ਕੁ ਡਾਊਟ ਹੋਰ ਰਹਿ ਗਿਆ, ਹਜੇ ਪੂਰਾ ਕਲੀਅਰ ਨਹੀਂ ਹੋਇਆ ਭਾਈ ਮਰਦਾਨੇ ਵਾਸਤੇ। ਪਰ ਭਾਈ ਮਰਦਾਨਾ ਬੋਲਿਆ ਨਹੀਂ, ਚੁੱਪ ਹੀ ਰਿਹਾ। ਸ੍ਰੀ ਨਾਨਕ ਤਹਿ ਕੀ ਔਰ ਕੀ ਜਾਣੀ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਹਨ। ਮਹਾਰਾਜ ਨੇ ਜਾਣ ਲਿਆ ਵੀ ਭਾਈ ਮਰਦਾਨਾ ਜਿਹੜਾ ਟੋਟਲੀ ਕਨਵਿੰਸ ਨਹੀਂ ਹੋਇਆ। ਬਿਨ ਸੰਸੈ ਕਰਬੇ ਬਿਦ ਠਾਨੀ। ਬਿਨ ਸੰਸੇ ਕਹਿਣ ਲੱਗੇ ਹੁਣ ਉਹਨੂੰ ਸੰਸਾ ਉਹਦਾ ਥੋੜਾ ਬਹੁਤਾ ਸੰਸਾ ਵੀ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬਿਦ ਠਾਨੀ, ਇੱਕ ਮੈਥਡ ਮਹਾਰਾਜ ਨੇ ਬਣਾਇਆ, ਉਹਨੂੰ ਸਮਝਾਉਣ ਦਾ ਤਰੀਕਾ ਕੀਤਾ। ਕਿਤਕ ਸਮਾਂ ਜਬ ਬੈਠ ਬਿਤਾਵਾ। ਕੁਝ ਕੁ ਸਮਾਂ ਜਦੋਂ ਬੈਠਿਆਂ ਬੀਤ ਗਿਆ
ਮਰਦਾਨੇ ਤਬ ਆਲਸ ਆਵਾ। ਭਾਈ ਮਰਦਾਨੇ ਨੂੰ ਨੀਂਦ ਆ ਗਈ। ਭਾਈ ਮਰਦਾਨੇ ਨੂੰ ਉਸ ਵੇਲੇ ਨੀਂਦ ਆਉਣੀ ਸ਼ੁਰੂ ਹੋ ਗਈ। ਸੋਏ ਰਹਿਓ ਤਬ ਪਿਖ ਜਗ ਸਾਈ। ਉਸ ਵੇਲੇ ਭਾਈ ਮਰਦਾਨਾ ਲੰਮਾ ਪੈ ਗਿਆ ਤੇ ਸੌਂ ਗਿਆ। ਮਧੁਰ ਬੂੰਦ ਇੱਕ ਉਦਰ ਪਵਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਨੂੰ ਕਿਹਾ ਕਿ ਚੱਕ ਕੇ ਇੱਕ ਮਿੱਠੇ ਦੀ ਬੂੰਦ, ਇੱਕ ਮਿੱਠੇ ਦਾ ਡ੍ਰੌਪ ਜਿਹੜਾ ਹੈ, ਸਵੀਟ ਡ੍ਰੌਪ ਜਿਹੜਾ ਹੈ, ਉਹ ਚੱਕ ਕੇ ਭਾਈ ਮਰਦਾਨੇ ਦੇ ਜਿਹੜੇ ਹਨ ਉਹਨਾਂ ਦੇ ਢਿੱਡ ਤੇ ਪਾ ਦਿੱਤਾ। ਉਹਨਾਂ ਦੇ ਸੁੱਤੇ ਪਿਆ ਉਹਨਾਂ ਦੇ ਢਿੱਡ ਦੇ ਉੱਤੇ ਇੱਕ ਮਿੱਠਾ ਡ੍ਰੌਪ ਜਿਹੜਾ ਹੈ ਪਾਣੀ ਦਾ ਪਾ ਦਿੱਤਾ। ਤੇ ਸੁਗੰਧ ਕਰ ਕੀਟੀ ਆਈ। ਉਹ ਮਿੱਠੇ ਦੀ ਸੁਗੰਧੀ ਕਰਕੇ ਕੀੜੀਆਂ ਇਕੱਠੀਆਂ ਹੋ ਗਈਆਂ ਭਾਈ ਮਰਦਾਨੇ ਦੇ ਢਿੱਡ ਤੇ। ਭਈ ਬਹੁਤ ਇਕੱਠੀ ਤੇ ਠਾਈ। ਬਹੁਤ ਸਾਰੀਆਂ ਕੀੜੀਆਂ ਇਕੱਠੀਆਂ ਹੋ ਗਈਆਂ ਉਹ ਮਿੱਠੇ ਨੂੰ ਖਾਣ ਵਾਸਤੇ। ਸੋ ਬਹੁਤ ਸਾਰੀਆਂ ਜਿਹੜਾ ਹਨ ਜਿਹੜਾ ਝੁੰਡ ਆ ਗਿਆ ਜੀ ਸਾਰੀਆਂ ਕੀੜੀਆਂ ਦਾ ਉੱਥੇ। ਇੱਕ ਪਪੀਲਕਾ ਕਾਟਿਓ ਜਬ ਹੀ। ਇੱਕ ਪਪੀਲਕਾ, ਇੱਕ ਕੀੜੀ ਨੇ ਉਸ ਵੇਲੇ ਉਹ ਖੰਡ ਖਾਂਦੀ ਖਾਂਦੀ ਤੋਂ ਭਾਈ ਮਰਦਾਨੇ ਦੇ ਪੇਟ ਤੇ ਜਾ ਕੇ ਉਹਨੇ ਦੰਡੀ ਵੱਢੀ। ਉਹਨੇ ਜਿਹੜਾ ਬਾਈਟ ਕਰ ਦਿੱਤਾ ਭਾਈ ਮਰਦਾਨੇ ਨੂੰ। ਜਾਗ ਮਲੀ ਮਰਦਾਨੇ ਸਭ ਹੀ। ਤੇ ਜਿਹੜਾ ਹਨ ਭਾਈ ਮਰਦਾਨੇ ਨੇ ਜਿਹੜਾ ਸਹਿਜ ਸੁਭਾਅ ਜਿਵੇਂ ਹਰ ਕੋਈ ਕਰਦਾ ਹੈ, ਭਾਈ ਮਰਦਾਨੇ ਨੇ ਆਪਣਾ ਹੱਥ ਚੁੱਕਿਆ ਜਿੱਥੇ ਉਹ ਜਿਹੜੇ ਹਨ ਕੀੜੀ ਨੇ ਉਹ ਦੰਦੀ ਵੱਢੀ ਸੀਗੀ, ਉੱਥੇ ਚੱਕ ਕੇ ਉਹਨੇ ਹੱਥ ਮਾਰਿਆ ਭਾਈ ਮਰਦਾਨੇ ਜ਼ੋਰ ਦੀ ਤੇ ਸਾਰੀਆਂ ਕੀੜੀਆਂ ਨੂੰ ਮਲ ਦਿੱਤਾ, ਮਾਰ ਦਿੱਤਾ। ਉੱਥੇ ਕਿੰਨੀਆਂ ਹੀ ਹਜ਼ਾਰਾਂ ਕੀੜੀਆਂ ਸਨ ਤੇ ਸਾਰੀਆਂ ਕੀੜੀਆਂ ਮਲ ਕੇ ਮਾਰ ਦਿੱਤੀਆਂ। ਮਰੀ ਸਰਬ ਪੁਨ ਲੱਗਿਓ ਨਿਹਾਰਨ। ਫੇਰ ਦੇਖਣ ਲੱਗਿਆ ਭਾਈ ਮਰਦਾਨਾ ਵੀ ਸਾਰੀਆਂ ਕੀੜੀਆਂ ਮਰ ਗਈਆਂ ਹਨ। ਤਬ ਸ੍ਰੀ ਗੁਰ ਕੇ ਬਚਨ ਉਚਾਰਨ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਦੇਖ ਕਰਕੇ ਭਾਈ ਮਰਦਾਨੇ ਨੂੰ ਕਿਹਾ, ਕਾਟਿਓ ਏਕ ਬਹੁਤ ਤੈ ਮਾਰੀ। ਭਾਈ ਮਰਦਾਨਿਆ ਤੈਨੂੰ ਕੱਟਣ ਵਾਲੀ ਤਾਂ ਸਿਰਫ ਇੱਕੋ ਇੱਕ ਕੀੜੀ ਸੀ ਤੇ ਤੂੰ ਸਾਰਿਆਂ ਨੂੰ ਮਾਰ ਦਿੱਤਾ। ਇਹ ਕੀ ਕੀਤਾ ਤੂੰ? ਤੈਨੂੰ ਵੱਢਣ ਵਾਲੀ ਤਾਂ ਇੱਕ ਕੀੜੀ ਸੀ, ਪਰ ਇਹਦੇ ਬਦਲੇ ਇੱਕ ਦੀ ਗਲਤੀ ਕਰਕੇ ਤੂੰ ਸਾਰੀਆਂ ਹੀ ਮਾਰ ਦਿੱਤੀਆਂ। ਮਰਦਾਨੇ ਔਰ ਲੇਹੋ ਵਿਚਾਰੀ। ਕਹਿਣਗੇ ਮਰਦਾਨਿਆ ਆਪਣੇ ਮਨ ਵਿੱਚ ਵਿਚਾਰ ਕਰ ਇਸ ਗੱਲ ਦੀ। ਦੋਹਰਾ ਸਮਝਿਓ ਤਬ ਹਿਰਦੇ ਵਿਖੈ ਜੋਰ ਹਾਥ ਹੋਇ ਦੀਨ। ਸਮਝ ਗਿਆ ਭਾਈ ਮਰਦਾਨਾ ਵੀ ਮੇਰਾ ਜਿਹੜਾ ਡਾਊਟ ਸੀ ਨਾ ਮਹਾਰਾਜ ਨੇ ਹੁਣ ਦੂਰ ਕਰਤਾ। ਹੱਥ ਜੋੜ ਕੇ ਬੜੇ ਨਿਮਰਤਾ ਦੇ ਵਿੱਚ ਮਨ ਕੀ ਬੂਝੋ ਸਰਬਗਤ ਕਿਰਪਾ ਨਿਧਾਨ ਪ੍ਰਵੀਨ। ਭਾਈ ਮਰਦਾਨਾ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਪਾਤਸ਼ਾਹ ਤੁਸੀਂ ਮਨ ਦੀ ਜਾਣ ਲਈ ਹੈ ਮੇਰੀ, ਇਸ ਕਰਕੇ ਜਿਹੜਾ ਹੈ ਹੇ ਕਿਰਪਾ ਦੇ ਖਜ਼ਾਨੇ, ਹੇ ਸਿਆਣੇ ਸਤਿਗੁਰੂ ਜੀ, ਤੁਸੀਂ ਆਪੇ ਮੇਰਾ ਡਾਊਟ ਦੂਰ ਕਰਤਾ, ਮੇਰਾ ਜਿਹੜਾ ਦੁਬਦਾ ਸੀ ਜਿਹੜੀ ਮੇਰੀ ਦੂਰ ਕਰਤੀ। ਚੌਪੇ ਇਸ ਬਿਦ ਬੈਸੇ ਕਰਤ ਬਿਲਾਸੋ। ਇਸ ਪ੍ਰਕਾਰ ਕਰਕੇ ਸਤਿਗੁਰੂ ਜੀ ਬੈਠੇ ਹਨ, ਬਿਲਾਸ ਕਰਦੇ ਹਨ। ਤਾਂ ਉਸ ਵੇਲੇ ਸਤ ਸੰਧ ਜਗ ਭਗਤ ਪ੍ਰਕਾਸ਼ੋ। ਹੁਣ ਦੇਖੋ ਸਤ ਸੰਧ ਜਿਹੜਾ ਜਗ ਭਗਤ ਪ੍ਰਕਾਸ਼ੂ, ਸੰਤ ਦਾ ਜਿਹੜਾ ਮੇਲ ਹੈ ਜਾਂ ਸੰਤਾਂ ਦੇ ਮੇਲ ਵਾਲੇ ਜਿਹੜੇ ਬਚਨ ਹੋਇਆ ਕਰਦੇ ਹਨ, ਜਗ ਵਿੱਚ ਭਗਤੀ ਦਾ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਮਨਾਬਾਦ ਦੇ ਵਿੱਚ ਮਹਾਰਾਜ ਜੀ ਹਜੇ ਬੈਠੇ ਹਨ। ਤੇ ਆਪ ਜੀ ਨੇ ਪਿਛਲੇ ਅਧਿਆਏ ਵਿੱਚ ਸੁਣਿਆ ਹੈ ਕਿ ਜਦੋਂ ਬਾਬਰ ਵੀ ਸਤਿਗੁਰਾਂ ਕੋਲ ਆਇਆ ਨਾ, ਜਦੋਂ ਉਹਨੇ ਭੰਗ ਪੇਸ਼ ਕੀਤੀ ਤਾਂ ਉਸ ਵੇਲੇ ਗਿਆਨ ਰਤਨਾਵਲੀ ਦੇ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਲਿਖਦੇ ਹਨ, ਕਹਿੰਦੇ ਉਸ ਵੇਲੇ ਜਦੋਂ ਉਹ ਭੰਗ ਲੈ ਕੇ ਆਇਆ ਥਾਲ ਭਰ ਕੇ ਤੇ ਪੇਸ਼ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ, ਗੁਰੂ ਮਹਾਰਾਜ ਉਸ ਵੇਲੇ ਮਹਾਰਾਜ ਜੀ ਬੈਠੇ ਸਨ, ਕੋਲ ਭਾਈ ਮਰਦਾਨਾ ਬੈਠਾ ਤੇ ਭਾਈ ਮਰਦਾਨਾ ਕਹਿਣ ਲੱਗਾ ਬਾਬਰ ਨੂੰ ਕਿ ਹੇ ਰਾਜਨ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਈ ਵਸਤੂ ਨੂੰ ਹੱਥ ਨਹੀਂ ਲਾਉਂਦੇ। ਮਹਾਰਾਜ ਕਿਤੇ ਵੀ ਕੋਈ ਭੇਟਾ ਨੂੰ ਮਹਾਰਾਜ ਨੇ ਹੱਥ ਨਹੀਂ ਲਾਇਆ। ਇਸ ਕਰਕੇ ਜਿਹੜੀ ਤੂੰ ਭੇਟਾ ਦੇਣੀ ਹੈ ਤੂੰ ਆਪੇ ਆਪਣੀ ਹੱਥੀਂ ਦੇ ਦੇ ਗੁਰੂ ਮਹਾਰਾਜ ਨੂੰ। ਉਸ ਵੇਲੇ ਬਾਬਰ ਨੇ ਕੀ ਕੀਤਾ, ਵੱਡੇ ਥਾਲ ਦੇ ਵਿੱਚੋਂ ਉਹਨੇ 7 ਮੁੱਠਾਂ ਭੰਗ ਦੀਆਂ ਕੱਢੀਆਂ, ਕੱਢ ਕੇ ਇੱਕ ਛੋਟੇ ਥਾਲ ਵਿੱਚ ਪਾ ਦਿੱਤੀਆਂ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਬਾਬਰ ਤੂੰ 7 ਮੁੱਠਾਂ ਜਿਹੜੀਆਂ ਭੰਗ ਦੀਆਂ ਕੱਢ ਕੇ ਇਹ ਥਾਲ ਵਿੱਚ ਰੱਖੀਆਂ ਹਨ ਸਾਨੂੰ ਦੇਣ ਵਾਸਤੇ। ਮਹਾਰਾਜ ਨੇ ਬਚਨ ਕਰ ਦਿੱਤਾ, ਕਹਿੰਦੇ 7 ਪੁਸ਼ਤਾਂ ਤੱਕ, 7 ਜਨਰੇਸ਼ਨ ਤੱਕ ਤੇਰਾ ਰਾਜ ਇੱਥੇ ਹਿੰਦੁਸਤਾਨ ਵਿੱਚ ਰਹੇਗਾ। ਸੋ ਮਹਾਰਾਜ ਨੇ ਇਹ ਬਚਨ ਕਰ ਦਿੱਤਾ ਸੀ। ਤਾਂ ਉਸ ਵੇਲੇ ਜਿਹੜਾ ਹੈ ਇਹ ਬਚਨ ਹੁੰਦਿਆਂ ਸਾਰ ਬਾਬਰ ਨੂੰ ਤਾਂ ਭਲਾ ਰਾਜ ਮਿਲ ਗਿਆ, ਪਰ ਦੇਖੋ ਇਤਿਹਾਸ ਵਿੱਚ ਐਸਾ ਹੈ ਰਾਜ ਦੇਣ ਵਾਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਮਹਾਰਾਜ ਨੇ ਬਚਨ ਕੀਤੇ ਤੇ ਜਦੋਂ ਇਹਨਾਂ ਦਾ ਰਾਜ ਖਤਮ ਕਰਨਾ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਲੰਮੇ ਜੱਟਪੁਰੇ ਦੇ ਵਿੱਚ ਸਤਿਗੁਰਾਂ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਰਹੰਦ ਦਾ ਸਾਕਾ ਸੁਣਿਆ, ਮਹਾਰਾਜ ਨੇ ਘਾਹੀ ਦਾ ਬੂਟਾ ਪੁੱਟ ਕੇ ਇਹਨਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸਨ। ਜਿਹੜੇ ਗੁਰੂ ਨਾਨਕ ਨੇ ਇਹਨਾਂ ਨੂੰ ਵਰ ਦਿੱਤਾ 10ਵੇਂ ਸਰੂਪ ਦੇ ਵਿੱਚ, ਉਹੀ ਗੁਰੂ ਨਾਨਕ ਨੇ 10ਵੇਂ ਸਰੂਪ ਵਿੱਚ ਇਹਨਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸੀ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਹੀ ਪਰਮੇਸ਼ਰ ਹਨ।
ਮਹਾਰਾਜ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ। ਇਸ ਪ੍ਰਕਾਰ ਕਰਕੇ ਆਪਾਂ ਨੂੰ ਹਮੇਸ਼ਾ ਹੀ ਭਰੋਸਾ ਗੁਰੂ ਤੇ ਰੱਖਣਾ ਚਾਹੀਦਾ ਹੈ। ਮਹਾਰਾਜ ਆਪ ਪਰਮੇਸ਼ਰ ਹਨ, ਇਹਦੇ ਵਿੱਚ ਕੋਈ ਵੀ ਸ਼ੱਕ ਦੀ ਗੱਲ ਨਹੀਂ ਹੈ। ਜੇ ਅਗਰ ਆਪਣੇ ਮਨ ਵਿੱਚ ਸੰਦੇਹ ਹੈ, ਉਹ ਅਗਿਆਨਤਾ ਕਰਕੇ ਹੈ। ਜੇ ਸੰਦੇਹ ਹੈ ਤਾਂ ਆਪਣੇ ਭਰੋਸੇ ਵਿੱਚ ਫਰਕ ਹੋ ਸਕਦਾ ਹੈ, ਗੁਰੂ ਮਹਾਰਾਜ ਦੀ ਪੂਰਨਤਾ ਵਿੱਚ ਕੋਈ ਫਰਕ ਨਹੀਂ ਹੈਗਾ। ਲਾਲੋ ਦਵਿਜ ਪੁਰ ਮਹਿ ਤਬ ਆਏ। ਉਸ ਵੇਲੇ ਭਾਈ ਲਾਲੋ ਤੇ ਉਹ ਜਿਹੜਾ ਸਿਆਣਾ ਪੰਡਿਤ ਸੀਗਾ, ਉਹ ਚੱਲ ਕੇ ਵਾਪਸ ਆ ਗਏ। ਉਸ ਲੇਖ ਦੇ ਕੋਲ ਬੈਠੇ ਸਨ 4 ਕੋਹ ਦੂਰ, ਉਹ ਵਾਪਸ ਆ ਗਏ। ਜਦੋਂ ਸੁਣਿਆ ਵੀ ਐਮਨਾਬਾਦ ਦੀ ਲੜਾਈ ਖਤਮ ਹੋ ਗਈ ਹੈ, ਉਹ ਵਾਪਸ ਚੱਲ ਕੇ ਆ ਗਏ। ਨਿਜ ਪਰਿਵਾਰ ਨਿਕੇਤ ਬਸਾਏ। ਉਹਨਾਂ ਨੇ ਆ ਕਰਕੇ ਫਿਰ ਆਪਣੇ ਜਿਹੜਾ ਹਨ ਐਮਨਾਬਾਦ ਵਿੱਚ ਆ ਕੇ ਆਪਣੇ ਜਿਹੜੇ ਹਨ ਘਰ ਵਿੱਚ ਆ ਕੇ ਫਿਰ ਘਰ ਵਿੱਚ ਉਹਨਾਂ ਨੇ ਰਹਿਣਾ ਕੀਤਾ। ਸਰਬ ਬ੍ਰਿਤਾਂਤ ਦੇਖ ਪੁਰ ਕੇਰਾ। ਪਰ ਭਾਈ ਲਾਲੋ ਤੇ ਉਹ ਪੰਡਤ ਨੇ ਸਾਰਾ ਹਾਲ ਐਮਨਾਬਾਦ ਦਾ ਦੇਖਿਆ। ਜਦੋਂ ਮਹਾ ਭਿਆਨ ਲਗਹਿ ਚਾਹ ਫੇਰਾ। ਬਹੁਤ ਹੀ ਭਿਆਨਕ ਦ੍ਰਿਸ਼ਟ ਉਹਨਾਂ ਨੇ ਦੇਖਿਆ, ਚਾਰੇ ਪਾਸੇ ਲੋਥਾਂ ਹੀ ਲੋਥਾਂ ਪਈਆਂ ਹਨ। ਹੁਣ ਦੋਨੋਂ ਪ੍ਰਭ ਢਿਗ ਚਲ ਆਏ। ਦੋਨੋਂ ਜਿਹੜੇ ਹਨ ਭਾਈ ਲਾਲੋ ਤੇ ਉਹ ਪੰਡਤ ਜਿਹੜੇ ਹਨ ਚੱਲ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਆਏ। ਪਦ ਪੰਕਜ ਪਰ ਲਪਟਾਏ। ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਜੀ। ਭਾਨ ਸਮਾਨ ਸਰੂਪ ਨਿਹਾਰਾ। ਸੂਰਜ ਵਰਗੇ ਪ੍ਰਕਾਸ਼ਮਾਨ ਸਤਿਗੁਰਾਂ ਦੇ ਚਿਹਰੇ ਦੇ ਦਰਸ਼ਨ ਕੀਤੇ। ਅੰਬਕ ਅੰਬੁਜ ਬਿਕਸੇ ਚਾਰਾ। ਨੇਤਰ ਸਤਿਗੁਰਾਂ ਦੇ ਕਵਲ ਫੁੱਲ ਦੀ ਤਰ੍ਹਾਂ ਸੁੰਦਰ ਖਿੜੇ ਹੋਏ ਸਨ। ਅਨੇਕ ਭਾਂਤ ਕੀ ਉਸਤਤ ਠਾਨੀ। ਬੜੇ ਪ੍ਰਕਾਰ ਦੀ ਉਹਨਾਂ ਨੇ ਆ ਕੇ ਉਸਤਤ ਕੀਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਪਰਮ ਪ੍ਰਸਿੱਧਤ ਭੇ ਗੁਣ ਖਾਨੀ। ਮਹਾਰਾਜ ਜੀ ਪਰਮ ਬਹੁਤੇ ਸ੍ਰਿਸ਼ਟ ਕਰਕੇ ਬਹੁਤ ਜ਼ਿਆਦੇ ਉਹਨਾਂ ਤੇ ਖੁਸ਼ ਹੋਏ। ਗੁਣਾ ਦੀ ਖਾਨ ਸਤਿਗੁਰੂ ਗੁਰੂ ਨਾਨਕ ਦੇਵ ਜੀ। ਦੋਨੋਂ ਨਗਰ ਬਿਖੈ ਪੁਨ ਜਾਏ। ਫਿਰ ਦੋਨੋਂ ਜਿਹੜੇ ਹਨ ਪੁਰ ਦੇ ਵਿੱਚ ਨਗਰ ਐਮਨਾਬਾਦ ਵਿੱਚ ਗਏ ਚੱਲ ਕੇ। ਅਨੇਕ ਪ੍ਰਕਾਰਨ ਮਹਿਮਾ ਗਾਈ। ਸੋ ਅਨੇਕ ਪ੍ਰਕਾਰ ਦੀ ਸਤਿਗੁਰਾਂ ਦੀ ਮਹਿਮਾ ਉਹਨਾਂ ਨੇ ਸਾਰੇ ਨਗਰ ਵਿੱਚ ਸੁਣੀ। ਹਿੰਦੂ ਤੁਰਕ ਹੁਤੇ ਸਭ ਜੇਈ। ਜਿੰਨੇ ਵੀ ਹਿੰਦੂ ਤੇ ਤੁਰਕ ਸਨ ਇਹ ਐਮਨਾਬਾਦ ਨਗਰ ਦੇ ਵਿੱਚ ਸਾਰੇ ਆਨ ਚਰਨ ਲਪਟਾਏ ਤੇ। ਸਾਰਿਆਂ ਨੇ ਜਿਹੜੇ ਹਨ ਆ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਤੇ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਲਈ। ਭੀੜ ਭਏ ਚੌਹ ਦਿਸ ਜਗ ਤੇਸਾ। ਉੱਥੇ ਲੋਕਾਂ ਦੀ ਭੀੜ ਹੋ ਗਈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ। ਸਤਨਾਮ ਦੀਨੋ ਉਪਦੇਸਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਬਣਾ ਕੇ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ। ਸੰਤ ਅਤਿਥ ਕੀ ਸੇਵਾ ਕਰਨੀ। ਤੇ ਇਹ ਉਪਦੇਸ਼ ਦਿੱਤਾ ਕਿ ਸੰਤ ਤੇ ਅਤਿਥਾਂ ਦੀ ਹਮੇਸ਼ਾ ਹੀ ਸੇਵਾ ਕਰਿਆ ਕਰੋ। ਤੇ ਕੀ ਮਹਿਮਾ ਬਹੁ ਬਿਦ ਬਰਨੀ। ਤੇ ਕੀ ਮਹਿਮਾ ਤੇ ਉਹ ਸੇਵਾ ਦੀ ਮਹਿਮਾ ਬੜੀ ਸਤਿਗੁਰਾਂ ਨੇ ਵਰਣਨ ਕੀਤੀ। ਮਨ ਬਚ ਕਰਮ ਕਰਕੇ ਸੇਵਾ ਕਰਨੀ ਹੈ। ਮਹਾਰਾਜ ਨੇ ਇਹ ਉਪਦੇਸ਼ ਉਹਨਾਂ ਨੂੰ ਦੇਣਾ ਕੀਤਾ। ਦੁਇ ਦਿਨ ਪੁਨ ਪ੍ਰਭ ਤਹਾਂ ਬਿਤਾਏ। 2 ਦਿਨ ਸਤਿਗੁਰੂ ਜੀ ਇਮਨਾਬਾਦ ਵਿੱਚ ਰਹੇ। ਗਮਨੇ ਅਪਰ ਥਾਨ ਮਨ ਭਾਏ। ਮਹਾਰਾਜ ਦਾ ਫਿਰ ਹੁਣ ਮਹਾਰਾਜ ਦਾ ਐਸਾ ਜਿਹੜੀ ਖੁਸ਼ੀ ਹੋਈ ਹੋਰ ਕਿਤੇ ਜਾਣ ਦੀ। ਸੰਤਨ ਰੀਚ ਸਰੀਰ ਹੈ ਸੱਜ ਹੈ। ਦੇਖੋ ਸੰਤਾਂ ਚੀਰ ਸਰੀਰੋ ਸੱਜ ਹੈ। ਦੇਖੋ ਸਤਿਗੁਰਾਂ ਨੇ ਉਸ ਵੇਲੇ ਭਗਵੇ ਜਿਹੜਾ ਹਨ ਭੇਸ ਬਣਾ ਲਿਆ। ਭਗਵੇ ਕੱਪੜੇ ਪਾ ਲਏ ਜਿਹੜੇ ਕਿ ਔਰੰਜ ਕੱਪੜੇ ਹੁੰਦੇ ਨੇ, ਉਹ ਸਤਿਗੁਰਾਂ ਨੇ ਪਹਿਨ ਲਿਆ ਚੋਲਾ। ਭਗ ਸਿਤਾ ਸਿਤ ਸਮਸ ਬਿਰਾਜ ਹੈ। ਤੇ ਸਤਿਗੁਰਾਂ ਦਾ ਜਿਹੜਾ ਦਾੜਾ ਹੈ ਵਿੱਚੋਂ ਜਿਹੜੇ ਹਨ ਕਾਲੇ ਤੇ ਚਿੱਟੇ ਵਾਲ ਹਨ। ਸੋ ਸਤਿਗੁਰਾਂ ਦਾ ਜਿਹੜਾ ਦਾੜਾ ਹੈ ਇਸ ਤਰ੍ਹਾਂ ਸੁਸ਼ੋਭਿਤ ਹੋ ਰਿਹਾ ਹੈ, ਸੋਹਣਾ ਲੱਗਦਾ ਹੈ। ਤੀਨ ਲੋਕ ਕੋ ਕਰਤਾ ਜੋ। ਦੇਖੋ ਤਿੰਨਾਂ ਲੋਕਾਂ ਦਾ, ਲੋਕ ਪਰਲੋਕ ਮਾਤ ਲੋਕ, ਜਿੰਨੇ ਵੀ ਲੋਕ ਹਨ ਇਹਨਾਂ ਦਾ ਕਰਤਾ ਕ੍ਰੀਏਟਰ ਸਤਿਗੁਰੂ ਗੁਰੂ ਨਾਨਕ ਦੇਵ ਜੀ। ਵੇਖ ਫਕੀਰੀ ਵਿਚਰਤ ਸੋ। ਵੇਖ ਫਕੀਰੀ ਵਿੱਚ ਸਤਿਗੁਰੂ ਜੀ ਜਿਹੜੇ ਹਨ ਵਿਚਰ ਰਹੇ ਹਨ, ਭਾਵੇਂ ਮਾਲਕ ਹਨ ਸਾਰੀ ਦੁਨੀਆ ਦੇ। ਮੰਦ ਮੰਦ ਮਗ ਬਿਖੈ ਸੁਹਾਏ। ਹੌਲੀ ਹੌਲੀ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਸਸੁਰੇ ਨਗਰ ਨਿਕਟ ਚਲ ਆਏ। ਮਹਾਰਾਜ ਜੀ ਹੁਣ ਆਪਣੇ ਸਹੁਰੇ ਪਿੰਡ ਪਹੁੰਚ ਗਏ ਹਨ, ਅਚਲ ਬਟਾਲੇ। ਵਹਿਰ ਅਜਿੱਤੇ ਕੂਪ ਸੁਹਾਇਆ। ਤੇ ਜਿਹੜਾ ਹਾਂ ਅਚਲ ਬਟਾਲੇ ਤੋਂ ਬਾਹਰ ਖੂਹ ਸੀਗਾ ਇੱਕ, ਜਿਹੜਾ ਕਿ ਅਜਿੱਤਾ ਰੰਧਾਵਾ ਦਾ ਜਿਹੜਾ ਸੀਗਾ ਖੂਹ ਸੀ। ਅਜਿੱਤਾ ਜਿਹੜਾ ਸੀ ਇਹ ਚੌਧਰੀ ਸੀਗਾ ਅਟਲ ਬਟਾਲੇ ਦਾ। ਉਤੇ ਸਗਨ ਸੁੰਦਰ ਤੇ ਛਾਇਆ। ਉੱਥੇ ਬਹੁਤ ਸੁੰਦਰ ਛਾਇਆ, ਸੁੰਦਰ ਜਿਹੜੇ ਹਨ ਉੱਥੇ ਦਰਖਤ ਲੱਗੇ ਹੋਏ ਸਨ ਜਿਨ੍ਹਾਂ ਦੀ ਸ਼ੇਡ ਜਾਂ ਜਿਨ੍ਹਾਂ ਦੀ ਛਾਇਆ ਬਹੁਤ ਸੁੰਦਰ ਸੀ, ਸੋਹਣੀ ਸੀ। ਦੇਖ ਥਾਨ ਰਮਣੀਕ ਗੁਸਾਈ। ਉਹ ਸੁੰਦਰ ਥਾਂ ਦੇਖ ਕਰਕੇ ਗੋਸਾਈ ਸਾਰੇ ਸੰਸਾਰ ਦਾ ਮਾਲਕ ਗੁਰੂ ਨਾਨਕ ਸਾਹਿਬ ਜੀ ਬੈਠ ਗਏ ਹਮ ਸੋ ਬਿਗਸਾਈ। ਮਹਾਰਾਜ ਜੀ ਬੈਠ ਗਏ ਤੇ ਅਸੀਂ ਵੀ ਉਹਨਾਂ ਦੇ ਨਾਲ ਬੈਠ ਗਏ। ਭਾਈ ਬਾਲਾ ਤੇ
ਮਰਦਾਨਾ ਜੀ। ਸੈਲ ਵਿਸਾਲ ਕੀਨ ਸਭ ਦੇਸਾ। ਸਾਰਿਆਂ ਚ ਕਹਿਣਾ ਹਨ ਹੁਣ ਇਹ ਜਿਹੜਾ ਹਨ ਬੈਠ ਗਏ ਹਮ ਸੋ ਬਿਗਸਾਈ, ਕਹਿਣਗੇ ਸਾਰੇ ਜਿਹੜਾ ਹਨ ਬੜੀ ਖੁਸ਼ੀ ਨਾਲ ਉੱਥੇ ਅਸੀਂ ਬੈਠੇ ਸਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੈਲ ਵਿਸਾਲ ਕਿਨੀ ਸਭ ਦੇਸ਼ਾ, ਸਾਰਿਆਂ ਦੀ ਚੰਗੀ ਤਰ੍ਹਾਂ ਸੈਲ ਕਰ ਲਈ ਹੈ ਹੁਣ। ਤੀਨ ਦੇਸ ਐਸ ਜਗ ਤੇਸਾ। ਆਗਿਆ ਕਹਿੰਦੇ ਐਸੇ ਹੀ ਹੈ ਪਰਮੇਸ਼ਰ ਦੀ, ਹੁਕਮ ਪਰਮੇਸ਼ਰ ਦਾ ਐਸਾ ਹੀ ਹੈ। ਕਿੰਤਕ ਕਾਲ ਅਬ ਬੈਸ ਬਿਤਾਵੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਆਪਾਂ ਕੁਝ ਕੁ ਸਮਾਂ ਇੱਕ ਥਾਂ ਤੇ ਬਹਿ ਕੇ ਬਿਤਾਵਾਂਗੇ। ਮਗਨ ਆਨੰਦ ਪ੍ਰਭੂ ਗੁਣ ਗਾਵੋ। ਤੇ ਮਗਨ ਹੋ ਕੇ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਕੇ ਉਸ ਪਰਮੇਸ਼ਰ ਦੇ ਜਿਹੜਾ ਹਨ ਚਿਤਵਨ ਦੇ ਵਿੱਚ ਪਰਮਾਤਮਾ ਦੇ ਸਿਮਰਨ ਦਾ ਆਨੰਦ ਆਪਾਂ ਲਵਾਂਗੇ, ਉਹਨਾਂ ਦੇ ਗੁਣ ਗਾ ਕੇ। ਮਾਨੁਖ ਏਕ ਬਿਲੋਕਤ ਦੌਰਾ। ਉਸ ਵੇਲੇ ਇੱਕ ਮਨੁੱਖ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਭਾਈ ਬਾਲਾ ਤੇ ਮਰਦਾਨਾ ਨੂੰ ਦੇਖ ਲਿਆ ਉੱਥੇ ਬੈਠਿਆਂ ਹੋਇਆਂ। ਸੁਧ ਕੀਨੀ ਮੂਲਾ ਜਿਸ ਠੌਰਾ। ਉਹਨਾਂ ਨੇ ਕੀ ਕੀਤਾ, ਜਾ ਕਰਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਜੋ ਫਾਦਰ ਇਨ ਲਾਅ ਹੈ ਮੂਲਾ ਖੱਤਰੀ, ਉਹਨੂੰ ਜਾ ਕੇ ਖਬਰ ਦੇ ਦਿੱਤੀ। ਪਹਿਰ ਜਮਾਤਾ ਆਇਓ ਤੇਰੋ। ਉਹਨੂੰ ਕੀ ਕਹਿੰਦਾ ਜਾ ਕੇ ਉਹ ਮਨੁੱਖ, ਕਹਿੰਦਾ ਤੇਰਾ ਜਵਾਈ ਆਇਆ ਬੈਠਾ ਹੈ ਇਸ ਜਿਹੜਾ ਹਨ ਨਗਰ ਤੋਂ ਬਾਹਰ। ਨਿਕਸੇ ਜਿਹੇ ਭਾ ਕਾਲ ਕਨੇਰੋ। ਨਿਕਸੇ ਜਿਹੇ ਭਾ ਕਾਲ ਕਨੇਰੋ, ਜਿਹਨੂੰ ਨਿਕਲਿਆ ਹੋਇਆ ਕਾਫੀ ਲੰਮਾ ਸਮਾਂ ਹੋ ਗਿਆ ਸੀ, ਜਿਹੜਾ ਕਿ ਕਿਤੇ ਵੀ ਵਾਪਸ ਨਹੀਂ ਆਇਆ ਸੀ ਤੇਰਾ ਜਵਾਈ, ਅੱਜ ਬੜੇ ਲੰਮੇ ਸਮੇਂ ਬਾਅਦ ਆ ਗਿਆ ਵਾਪਸ, ਬੈਠਾ ਹੈ ਖੂਹ ਤੇ। ਸੁਧ ਸੁਨ ਕੇ ਤੂਰਨ ਉਠਤਾਇਓ। ਜੋ ਮੂਲੇ ਨੇ, ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਹੁਰਾ ਹੈ ਮੂਲ ਚੰਦ, ਭਾਈ ਮੂਲਾ ਵੀ ਕਿਹਾ ਜਾਂਦਾ ਹੈ, ਕਹਿੰਦੇ ਇਹਨੂੰ ਜਦੋਂ ਪਤਾ ਲੱਗਿਆ ਇਹ ਉੱਠ ਕੇ ਛੱਤੀ ਨਾਲ ਭੱਜਿਆ। ਸੰਗ ਅਜਿੱਤੇ ਕੋ ਲੈ ਆਇਓ। ਤੇ ਉਹ ਇਸ ਕਰਕੇ ਭੱਜਿਆ ਆਇਆ ਕਿਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਿਤੇ ਚਲੇ ਨਾ ਜਾਣ, ਕਹਿੰਦੇ ਮੇਰਾ ਜਵਾਈ ਕਿਤੇ ਹੋਰ ਨਾ ਕਿਤੇ ਹੋਰ ਚਲਿਆ ਜਾਵੇ, ਇਸ ਕਰਕੇ ਉਹ ਭੱਜਿਆ ਹੀ ਆਇਆ। ਖੜੇ ਪੈਰ ਉਹਨੇ ਆ ਕੇ ਉੱਥੇ ਗੁਰੂ ਨਾਨਕ ਸਾਹਿਬ ਜੀ ਕੋ ਆਉਣਾ ਕੀਤਾ। ਨਾਲ ਜਿਹੜਾ ਚੌਧਰੀ ਸੀ ਪਿੰਡ ਦਾ ਅਜਿੱਤਾ, ਉਹਨੂੰ ਵੀ ਨਾਲ ਲੈ ਲਿਆ। ਕਬ ਕੋ ਰਹਿਓ ਕ੍ਰੋਧ ਔਰ ਪੂਰੀ। ਕਬ ਕੋ ਕਹਿੰਦਾ ਲੰਮੇ ਸਮੇਂ ਤੱਕ ਮੂਲ ਚੰਦ ਨੇ ਆਪਣੇ ਅੰਦਰ ਕ੍ਰੋਧ ਗੁੱਸਾ ਰੱਖਿਆ ਹੋਇਆ ਸੀ। ਉਹ ਡੀਕਦਾ ਸੀ ਕਿਦੋਂ ਗੁਰੂ ਨਾਨਕ ਮਿਲੇ ਤੇ ਮੈਂ ਆਪਣਾ ਗੁੱਸਾ ਕੱਢਾਂ ਪੂਰਾ ਹੁਣ। ਵੇਖ ਫਕੀਰੀ ਦੇਖਿਓ ਧੂਰੀ। ਜਦੋਂ ਜਾ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨਾ ਮੂਲੇ ਨੇ, ਉਸ ਵੇਲੇ ਉਹਨੇ ਦੇਖਿਆ ਕਿ ਭੇਖ ਭਗਵਾ ਭੇਖ ਜਿਹੜਾ ਔਰੰਜ ਰੰਗ ਦਾ ਚੋਲਾ ਸਤਿਗੁਰਾਂ ਨੇ ਪਹਿਨਿਆ ਹੋਇਆ ਹੈ ਫਕੀਰਾਂ ਵਾਲਾ, ਦੇਖ ਕਰਕੇ ਅਧਿਕ ਕ੍ਰੋਧ ਹਿਰਦੇ ਮਹਿ ਹੋਵਾ। ਬਹੁਤ ਕ੍ਰੋਧ ਚੜ ਗਿਆ ਜੀ, ਡਬਲ ਟ੍ਰਿਪਲ 10 ਵਾਰੀ ਹੋਰ ਉਹਨੂੰ ਕ੍ਰੋਧ ਚੜ ਗਿਆ, ਗੁੱਸਾ ਚੜ ਗਿਆ ਮੂਲ ਜਿਹੜੇ ਭਾਈ ਮੂਲਾ ਜੀ ਨੂੰ। ਗਇਓ ਸਮੀਪ ਠੰਡ ਹੋਇਆ ਜੋਵਾ। ਜਾ ਕਰਕੇ ਸਤਿਗੁਰਾਂ ਨੂੰ ਮੱਥਾ ਕੀ ਟੇਕਣਾ ਸੀਗਾ, ਕਿਉਂਕਿ ਸਹੁਰਾ ਸੀ ਪਿਤਾ ਸਮਾਨ ਸੀਗਾ, ਇਸ ਕਰਕੇ ਬੜੀ ਆਕੜ ਦੇ ਨਾਲ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜ ਗਿਆ। ਬਹੁਤ ਕਠੋਰ ਮੁਖ ਬਚਨ ਅਲਾਵਾ। ਬਹੁਤ ਕਠੋਰ ਬਚਨ ਹੁੰਦੇ ਆ ਦਿਲ ਦੁਖਾਉਣ ਵਾਲੇ, ਉਹ ਬਚਨ ਜਿਹਨੂੰ ਸੁਣ ਕਰਕੇ ਦਿਲ ਦੁਖ ਜਾਵੇ, ਉਹ ਬਚਨ ਕਹੇ ਜਿਹੜੇ ਹਨ ਕਿਸੇ ਦੇ ਜਿਹੜੇ ਹਨ ਗੁਣਾਂ ਨੂੰ ਵੀ ਔਗਣ ਬਣਾਉਣ ਵਾਲੇ ਹਨ। ਸੋ ਐਸੇ ਬਚਨ ਪਰ ਕਠੋਰ ਗੁੱਸੇ ਦੇ ਵਿੱਚ ਉੱਚੀ ਆਵਾਜ਼ ਦੇ ਨਾਲ ਮੂਲੇ ਨੇ ਕਹੇ। ਛਾਤੀ ਦਾਹ ਕਰਨ ਤੁਮ ਆਵਾ। ਦੇਖੋ ਮੂਲਾ ਜਿਹੜਾ ਹੈ ਮੂਲਾ ਖੱਤਰੀ, ਜਿਹੜਾ ਕਿ ਜਿਹਨੂੰ ਮਾਣ ਮਿਲਿਆ ਪਰਮੇਸ਼ਰ ਵੱਲੋਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਹੁਰਾ ਹੈ, ਫਾਦਰ ਇਨ ਲਾਅ ਹੈ, ਪਰ ਦੇਖੋ ਭਾਗਾਂ ਤੋਂ ਬਗੈਰ ਗੁਰੂ ਮਹਾਰਾਜ ਦੀ ਆਪਣੀਓ ਆਗਿਆ ਹੈ। ਮਹਾਰਾਜ ਚਾਹੁੰਦੇ ਤਾਂ ਉਹਨੂੰ ਗਿਆਨ ਕਰਾ ਦਿੰਦੇ, ਪਰ ਮਹਾਰਾਜ ਨਹੀਂ ਚਾਹੁੰਦੇ ਸਨ। ਇਸ ਪ੍ਰਕਾਰ ਕਰਕੇ ਕਹਿੰਦੇ ਮੂਲੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਛਾਤੀ ਦਾ ਮੇਰੀ ਛਾਤੀ ਨੂੰ ਤੂੰ ਸਾੜ ਰਿਹਾ ਹਾਂ, ਤੇ ਹੁਣ ਹੋਰ ਇਹਨੂੰ ਭਾਂਬੜ ਮਚਾ ਕੇ ਹੋਰ ਸਾੜਨ ਵਾਸਤੇ ਆ ਗਿਆ ਤੂੰ ਇੱਥੇ। ਹੈ ਸਹੋਦਰ ਜਬ ਇਸ ਚਾਲਾ। ਉਹ ਕਹਿੰਦਾ ਮੂਲਾ ਕਹਿੰਦਾ ਦੇਖ ਤੂੰ ਹੁਣ ਇੱਥੇ ਬਹਿ ਗਿਆ ਆ ਕੇ ਪਿੰਡ ਤੋਂ ਬਾਹਰ, ਜੇ ਮੇਰੇ ਭਰਾਵਾਂ ਨੇ ਮੇਰੇ ਸ਼ਰੀਕਾਂ ਨੇ ਤੈਨੂੰ ਦੇਖ ਲਿਆ ਇੱਥੇ ਤਾਂ ਉਹ ਕੀ ਕਹਿਣਗੇ, ਉਹ ਤਾਂ ਮੇਰੇ ਤੇ ਹੱਸਣਗੇ ਨਾ ਵੀ ਤੇਰਾ ਜਵਾਈ ਜਿਹੜਾ ਫਕੀਰ ਬਣਿਆ ਫਿਰਦਾ ਹੈ। ਪੀੜਾ ਵਿਆਪੈ ਮੁਝ ਹੈ ਵਿਸਾਲਾ। ਮੈਨੂੰ ਬਹੁਤ ਪੀੜ ਹੁੰਦੀ ਆ ਤੈਨੂੰ ਦੇਖ ਕੇ ਇਸ ਤਰ੍ਹਾਂ। ਹਾਂਜੀ ਕਹਿੰਦੇ ਜਵਾਈ ਨੂੰ ਦੇਖ ਤਾਂ ਖੁਸ਼ੀ ਹੋਇਆ ਕਰਦੀ ਆ, ਤੈਨੂੰ ਦੇਖ ਕੇ ਤਾਂ ਮੈਨੂੰ ਗੁੱਸਾ ਹੀ ਆਉਂਦਾ ਹੈ। ਜੇ ਇਸਤਰੀ ਤਜ ਕਰ ਸੁਤ ਦੋ। ਦੇਖੋ ਤੂੰ ਜਿਹੜਾ ਹੈ ਆਪਣੀ ਇਸਤਰੀ ਨੂੰ ਛੱਡ ਕੇ, ਆਪਣੇ 2 ਪੁੱਤਰਾਂ ਨੂੰ ਤੂੰ ਛੱਡ ਕੇ ਪਿੱਛੇ ਨਹੀਂ ਆਏ ਸੁਧ ਲੀਨੀ ਕੋ। ਤੇ ਤੂੰ ਕਿਤੇ ਵੀ ਵਾਪਸ ਨਹੀਂ ਆਇਆ ਉਹਨਾਂ ਦੀ ਖਬਰ ਲੈਣ ਵਾਸਤੇ, ਕਿਤੇ ਵੀ ਤੈਨੂੰ ਪਰਵਾਹ ਨਹੀਂ ਹੋਈ ਕਿ ਮੇਰੀ ਇਸਤਰੀ ਕਿਤੇ ਹੈ, ਮੇਰੇ ਬੱਚੇ ਹਨ, ਮੇਰੇ ਪੁੱਤਰ ਹਨ, ਤੂੰ ਉਹਨਾਂ ਦੀ ਖਬਰ ਵੀ ਕਿਤੇ ਨਹੀਂ ਲਈ ਆ ਕੇ। ਤੂੰ ਬੇਪਰਵਾਹ ਹੋ ਕੇ ਬੈਠਾ ਸੀ ਜਿੱਥੇ ਗਿਆ ਤੁਸੀਂ ਸੀਗੇ। ਦੋਹਰਾ ਸ੍ਰੀ ਚੰਦ ਜੈ ਰਾਮ ਘਰ ਕੀਨੇ ਆਨੰਦ ਵਿਲਾਸ। ਫੇਰ ਜਿਹੜਾ ਦੇਖੋ ਮੂਲ ਚੰਦ ਜਿਹੜਾ ਹੈ ਆਪਣਾ ਦੁੱਖ ਰੋਂਦਾ ਹੈ, ਗੁੱਸਾ ਬੜਾ ਕਰਦਾ ਹੈ।
ਹੁਣ ਆਪਣਾ ਦਿਲ ਹੌਲਾ ਕਰਨ ਵਾਸਤੇ ਕਹਿੰਦਾ ਬਾਬਾ ਸ੍ਰੀ ਚੰਦ ਜਿਹੜੇ ਸੀ ਨਾ ਵੱਡੇ ਪੁੱਤਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਕਹਿੰਦੇ ਪਹਿਲਾਂ ਤਾਂ ਉਹ ਜਿਹੜੇ ਸੀ ਨਾ ਭਾਈ ਜੈ ਰਾਮ ਜੀ ਦੇ ਘਰ ਰਹਿੰਦੇ ਸਨ, ਬੇਬੇ ਨਾਨਕੀ ਦੇ ਕੋਲ ਉਹ ਰਿਹਾ ਕਰਦੇ ਸਨ, ਤੇ ਕਹਿੰਦੇ ਸੁਲਤਾਨਪੁਰ ਵਿਖੇ ਕਿਨੇ ਆਨੰਦ ਬਿਲਾਸ, ਉਦੋਂ ਤੱਕ ਤਾਂ ਖੁਸ਼ੀ ਰਹੀ, ਆਨੰਦ ਰਿਹਾ। ਜਬ ਕੋ ਤਿਨ ਪਰਲੋਕ ਭਾ ਆਇਓ ਮੋਰ ਆਵਾਸ। ਕਹਿੰਦੇ ਹੁਣ ਬਾਬਾ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਪਰਲੋਕ ਸਿਧਾਰ ਗਏ ਹਨ, ਆਪਣਾ ਸਰੀਰ ਛੱਡ ਗਏ ਹਨ, ਮਤਲਬ ਪਾਸ ਅਵੇ ਹੋ ਗਏ ਹਨ, ਸੱਚਖੰਡ ਉਹ ਜਿਹੜੇ ਹਨ ਚਲੇ ਗਏ ਹਨ। ਸੋ ਇਸ ਕਰਕੇ ਦੁਨੀਆ ਤੇ ਨਹੀਂ ਰਹੇ। ਤੇ ਕਹਿੰਦੇ ਆਇਓ ਮੋਰ ਆਵਾਸ, ਕਹਿੰਦੇ ਬਾਬਾ ਜਿਹੜਾ ਸ੍ਰੀ ਚੰਦ ਵੀ ਸਾਡੇ ਕੋਲੇ ਆ ਗਿਆ ਇੱਥੇ ਘਰ ਰਹਿਣ ਵਾਸਤੇ। ਚੌਪੇ ਸਭ ਕੀ ਮੈਂ ਪ੍ਰਿਤ ਪਾਰਨ ਕੀਨੀ। ਹੁਣ ਮੁੱਲਾ ਕਹਿੰਦਾ ਵੀ ਜਿਹੜਾ ਤੇਰਾ ਫਰਜ਼ ਸੀ, ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਜਿਹੜਾ ਤੇਰਾ ਫਰਜ਼ ਸੀ ਉਹ ਮੈਨੂੰ ਕਰਨਾ ਪੈਂਦਾ, ਮੈਂ ਤੇਰੇ ਪਰਿਵਾਰ ਨੂੰ ਪਾਲ ਰਿਹਾ ਹਾਂ, ਨਹੀਂ ਆਏ ਇਨ ਕਬ ਸੁਧ ਲੀਨੀ। ਤੇ ਤੁਸੀਂ ਕਿਤੇ ਵੀ ਇਹਨਾਂ ਦੀ ਜਿਹੜੀ ਸੁੱਧ ਖਬਰ ਲੈਣ ਵਾਸਤੇ ਨਹੀਂ ਆਏ। ਉਹਨੋਂ ਹੁਤੋ ਫਕੀਰ ਜੇ ਐਸੇ। ਜੇ ਤੁਸੀਂ ਐਸਾ ਫਕੀਰੇ ਬਣਨਾ ਸੀ ਪਹਿਲਾਂ ਤੋਂ, ਨਿਜ ਪਰਿਵਾਰ ਸਹੇਰਿਓ ਕੈਸੇ। ਕਿਉਂ ਫਿਰ ਤੁਸੀਂ ਪਰਿਵਾਰ ਕਿਉਂ ਵਿਆਹ ਕੀਤਾ, ਕਿਉਂ ਪਰਿਵਾਰ ਨੂੰ ਇਸ ਵਿਪਤਾ ਵਿੱਚ ਸਹੇੜ ਰਹੇ ਹੋ ਨਾਲ, ਕਿਉਂ ਐਸਾ ਤੁਸੀਂ ਕੀਤਾ? ਜੇ ਫਕੀਰੇ ਬਣਨਾ ਸੀ ਤਾਂ ਨਾ ਵਿਆਹ ਕਰਾਉਂਦੇ। ਸ੍ਰੀ ਨਾਨਕ ਸੁਨਤੇ ਸਭ ਰਹੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੂਲੇ ਆਪਣੇ ਜਿਹੜੇ ਹਨ ਸਹੁਰੇ ਜੀ ਤੋਂ ਇਹ ਕਠੋਰ ਬਚਨ ਜਿਹੜੇ ਹਨ ਸੁਣ ਰਹੇ ਹਨ। ਮਹਾਰਾਜ ਜੀ ਸੁਣਦੇ ਹਨ ਬੜੇ ਜਿਹੜੇ ਹਨ ਆਨੰਦ ਦੇ ਵਿੱਚ। ਕੋ ਵਾਕ ਨਾ ਮੁਖ ਤੇ ਕਹੇ। ਮਹਾਰਾਜ ਨੂੰ ਕੋਈ ਮਹਾਰਾਜ ਨੇ ਗੁੱਸਾ ਗਿਲਾ ਨਹੀਂ ਕੀਤਾ, ਮਹਾਰਾਜ ਦੇ ਚਿਹਰੇ ਦਾ ਰੰਗ ਵੀ ਚੇਂਜ ਨਹੀਂ ਹੋਇਆ। ਮਹਾਰਾਜ ਉਸੇ ਆਨੰਦ ਵਿੱਚ ਬੈਠੇ ਰਹੇ ਤੇ ਕੁਝ ਨਹੀਂ ਕਿਹਾ, ਚੁੱਪ ਹੀ ਰਹੇ। ਤਬ ਹੈ ਅਜਿੱਤੇ ਨੇ ਸਮਝਾਇਓ। ਉਸ ਵੇਲੇ ਅਜਿੱਤਾ ਰੰਧਾਵਾ ਜਿਹੜਾ ਸੀ ਨਾ ਚੌਧਰੀ ਉਹ ਪਿੰਡ ਦਾ, ਉਹਨੇ ਸਮਝਾਉਣਾ ਕੀਤਾ ਮੁੱਲਾ ਖੱਤਰੀ ਨੂੰ। ਕਹਿਣ ਕਠੋਰ ਨਾ ਤੁਮ ਬਨ ਆਇਓ। ਦੇਖੋ ਕਹਿੰਦੇ ਇਹ ਕਠੋਰ ਬਚਨ ਜਿਹੜੇ ਤੂੰ ਕਹਿ ਰਿਹਾ ਨਾ, ਕੈੜੇ ਬਚਨੇ ਤੈਨੂੰ ਨਹੀਂ ਕਹਿਣੇ ਚਾਹੀਦੇ, ਤੈਨੂੰ ਬਣਦਾ ਨਹੀਂ ਐਸਾ ਕਹਿਣਾ, ਤੂੰ ਇਹ ਜਿਹੜੀਆਂ ਗੱਲਾਂ ਨਾ ਕਰ ਹੁਣ। ਇਸ ਬਿਦ ਕਹੈ ਨਿਜ ਸਦਨ ਸਿਧਾਇਓ। ਇਹ ਕਹਿ ਕਰਕੇ ਮੂਲ ਚੰਦ ਜਿਹੜੇ ਸਨ ਉਹ ਵਾਪਸ ਆਪਣੇ ਘਰ ਨੂੰ ਚਲੇ ਗਏ। ਅਜਿੱਤਾ ਰੰਧਾਵਾ ਵੀ ਵਾਪਸ ਚਲਿਆ ਗਿਆ। ਬਹੁਤ ਉੱਤਮ ਭੋਜਨ ਬਣਵਾਇਓ। ਤੇ ਮੂਲ ਚੰਦ ਜੀ ਨੇ ਕੀ ਕੀਤਾ, ਘਰ ਜਾ ਕੇ ਕਹਿੰਦਾ ਵੀ ਜਵਾਈ ਸਾਹਿਬ ਜੀ ਆਏ ਹੋਏ ਹਨ, ਚਲੋ ਮੈਂ ਗੁੱਸੇ ਤਾਂ ਉਹਨਾਂ ਨੂੰ ਹੋਇਆ ਹਾਂ, ਪਰ ਕੋਈ ਨਹੀਂ, ਉਹਨਾਂ ਵਾਸਤੇ ਚੰਗਾ ਖਾਣਾ ਬਣਾ ਲੈਂਦੇ ਹਾਂ, ਕੋਈ ਚੰਗਾ ਖਾਣਾ ਬਣਾਉਂਦੇ ਉਹਨਾਂ ਵਾਸਤੇ, ਵਧੀਆ ਖਾਣਾ ਬਣਾਉਂਦੇ ਹਾਂ, ਕਿਉਂਕਿ ਜਵਾਈ ਜਿਹੜਾ ਹਨ ਪਿੰਡ ਵਿੱਚ ਆਇਆ ਹੈ। ਚਾਰ ਚੀਰ ਲੈ ਕਰ ਨਿਜ ਹੱਥਾ। ਫਿਰ ਉਹਨੇ ਕੀ ਕੀਤਾ, ਸੁੰਦਰ ਕੱਪੜੇ ਜਿਹੜੇ ਹਨ ਉਹ ਵੀ ਗੁਰੂ ਨਾਨਕ ਸਾਹਿਬ ਵਾਸਤੇ ਮਹਾਰਾਜ ਨੇ ਲਏ। ਸੋ ਉਹ ਜਿਹੜੇ ਹਨ ਸੁੰਦਰ ਕੱਪੜੇ ਵੀ ਲਏ। ਸੋ ਸੁੰਦਰ ਕੱਪੜੇ ਲੈ ਕੇ ਉਹਨੇ ਇਕੱਠੇ ਕਰਕੇ ਲਿਆਂਦੇ ਬਾਬਾ ਮੂਲ ਚੰਦ ਜੀ ਨੇ। ਸੋ ਕਿਉਂ ਜਿਹੜੇ ਹਨ ਕੱਪੜੇ ਵੀ ਉਹਨੇ ਇਕੱਠੇ ਕਰਕੇ ਲਿਆਂਦੇ। ਗਮਨੇ ਬਹਰ ਨਿਕਟ ਜਗਨਾਥਾ। ਤੇ ਉੱਥੇ ਆ ਗਿਆ ਜਿੱਥੇ ਜਗ ਦਾ ਨਾਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸਨ। ਰਿਸ ਸੋ ਜਰਤ ਜਾਸ ਕੀ ਛਾਤੀ। ਹਜੇ ਵੀ ਛਾਤੀ ਗੁੱਸੇ ਨਾਲ ਜਿਹੜੇ ਹਨ ਤਪ ਰਹੀ ਹੈ, ਹਜੇ ਵੀ ਅੰਦਰੋਂ ਸੜ ਰਹੀ ਹੈ ਉਹ ਛਾਤੀ ਮੂਲ ਚੰਦ ਜੀ ਦੀ। ਬ੍ਰਿਕਤ ਰੀਤ ਹਿਰਦੇ ਨਾ ਸੁਹਾਤੀ। ਤੇ ਕਹਿੰਦੇ ਵਿਰਕਤ, ਇਹ ਵਿਰਕਤ ਹੋਣਾ ਤਿਆਗੀ ਵਾਲੀ ਰੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਸਾਧੂ ਦੇ ਜਿਹੜਾ ਚੋਲਾ ਸਤਿਗੁਰਾਂ ਨੇ ਪਹਿਨਿਆ ਹੋਇਆ ਹੈ ਉਹ ਜਿਹੜੀ ਗੱਲ ਹੈ ਬਹੁਤੀ ਚੁੱਭ ਰਹੀ ਹੈ ਬਾਬਾ ਮੂਲ ਚੰਦ ਜੀ ਨੂੰ। ਉਹ ਨਹੀਂ ਚਾਹੁੰਦੇ ਵੀ ਉਹਨਾਂ ਦਾ ਭੇਸ ਐਸਾ ਹੋਵੇ, ਹਾਂਜੀ, ਉਹਨੂੰ ਚੰਗੀ ਨਹੀਂ ਲੱਗਦੀ। ਇਸ ਪ੍ਰਕਾਰ ਕਰਕੇ ਜਿਹੜੇ ਹਨ ਅੱਜ ਤੱਕ ਵੀ ਲੋਕ ਐਸੇ ਹੀ ਹਨ। ਜੇ ਕਿਤੇ ਕੋਈ ਚੋਲਾ ਪਾ ਲੈਂਦਾ ਕਹਿੰਦਾ ਤੂੰ ਗ੍ਰੰਥੀ ਬਣਨਾ ਹੈ, ਇਸ ਕਰਕੇ ਵਿਆਹ ਨੂੰ ਕੋਟ ਪਤਲੂਨ ਪਾ ਲੈਂਦੇ ਨੇ, ਸ਼ੇਰਵਾਨੀਆਂ ਪਾ ਲੈਂਦੇ ਨੇ, ਭਾਵੇਂ ਅੰਦਰੋਂ ਗਿੱਦੜੇ ਹੋਣ, ਅੰਦਰੋਂ ਸ਼ੇਰਵਾਨੀਆਂ ਪਾ ਕੇ ਸ਼ੇਰ ਬਣੇ ਫਿਰਦੇ ਹਨ। ਹਾਂਜੀ, ਸੋ ਐਸਾ ਜਿਹੜਾ ਹੈ ਭੇਸ ਜਿਹੜੇ ਹਨ ਬੜੇ ਉਹ ਬਣਾਉਂਦੇ ਨੇ, ਪਰ ਅਸਲੀ ਜਿਹੜਾ ਚੋਲਾ ਉਹ ਵਿਰਲੇ ਹੀ ਪਾਉਂਦੇ ਨੇ। ਸੋ ਉਹਨਾਂ ਦੇ ਵਾਸਤੇ ਕੀ ਹੁੰਦਾ ਵੀ ਚੋਲਾ ਪਾਉਣਾ ਹੁੰਦਾ ਫਕੀਰ ਦਾ ਕੰਮ ਹੈ, ਵੀ ਇਹ ਕੀ ਕੰਮ ਹੋਇਆ, ਵੀ ਚੰਗਾ ਨਹੀਂ ਲੱਗਦਾ। ਮੂਲ ਚੰਦ ਨੂੰ ਉਸ ਵੇਲੇ ਵੀ ਇਸ ਚੋਲੇ ਦੇ ਨਾਲ ਪ੍ਰੋਬਲਮ ਸੀਗਾ। ਭੋਜਨ ਧਰ ਕੇ ਗਿਰਾ ਅਲਾਈ। ਉਹਨੇ ਕੀ ਕੀਤਾ, ਸਤਿਗੁਰਾਂ ਦੇ ਅੱਗੇ ਭੋਜਨ ਰੱਖ ਦਿੱਤਾ ਮੂਲ ਚੰਦ ਨੇ, ਵੀ ਇਹ ਭੋਜਨ ਜਿਹੜਾ ਹਨ ਰੱਖ ਕੇ ਤੇ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ, ਖਾਵੋ ਤੂੰ ਨਿਤ ਕੋ ਦੁਖਦਾਈ। ਕਹਿਣ ਲੱਗੇ ਤੂੰ ਨਿਤ ਹੀ ਮੈਨੂੰ ਦੁੱਖ ਦੇਣ ਵਾਲਾ, ਤੂੰ ਦੁੱਖਾਂ ਦਾ ਘਰ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਖਾ ਲਾ ਹੁਣ, ਕਹਿੰਦਾ ਕੋਈ ਨਹੀਂ, ਤੂੰ ਮੈਨੂੰ ਦੁੱਖ ਦੇ, ਕਹਿੰਦਾ ਮੈਂ ਤੈਨੂੰ ਖਾਣਾ ਦੇਵਾਂਗਾ। ਹਾਂਜੀ, ਗੁੱਸੇ ਵਿੱਚ ਆ ਕੇ ਦੋਹਰਾ ਬੇਕ ਫਕੀਰੀ ਤਜਹੋ ਅਬ ਪਹਿਰੋ ਬਸਨ ਚ ਚਾਰ। ਤੇ ਦੂਜੀ ਗੱਲ ਕੀ ਕੀਤੀ, ਕਹਿੰਦੇ ਇਹ ਭੇਖ ਜਿਹੜਾ ਤੂੰ ਚੋਲਾ ਪਹਿਨੀ ਫਿਰਦਾ ਨਾ, ਇਹ ਕਹਿੰਦਾ ਇਹਨੂੰ ਲਾ ਦੇ ਹੁਣ, ਅੱਜ ਜਿਹੜੇ ਮੈਂ ਕੱਪੜੇ ਲੈ ਕੇ ਆਇਆ ਸੋਹਣੇ ਇਹ ਪਾ ਲਾ ਤੂੰ ਹੁਣ, ਤੂੰ ਕਿਉਂ ਇਹ ਕੱਪੜੇ ਪਾਏ ਹਨ, ਜਿਹੜਾ ਸਾਧੂ ਫਕੀਰ ਜਿਹਾ ਬਣਿਆ ਫਿਰਦਾ ਹੈ, ਹਾਂਜੀ ਇਹਨੂੰ ਲਾ ਦੇ, ਅੱਜ ਕੱਪੜੇ ਪਾ ਲਾ ਹੁਣ ਸੋਹਣੇ। ਅਮਰੇ ਸੋਦਰ ਬੰਦ ਜੇ ਤਿੰਨ ਮਹਿ ਨਹਿ ਕਰ ਖੁਆਰ। ਦੇਖੋ ਕਹਿੰਦੇ ਇੱਥੇ ਤੂੰ ਮੇਰੇ ਪਿੰਡ ਵਿੱਚ ਆਇਆ ਹੈ, ਜੇ ਮੇਰੇ ਸਰੀਕਾਂ ਨੇ ਮੇਰੇ ਭਰਾਵਾਂ ਨੇ ਤੈਨੂੰ ਦੇਖ ਲਿਆ ਤਾਂ ਮੇਰਾ ਕਿੱਥੇ ਨੱਕ ਰਹੇਗਾ, ਉਹ ਕੀ ਕਹਿਣਗੇ ਤੇਰਾ ਜਵਾਈ ਇੱਥੇ ਫਕੀਰ ਬਣਿਆ ਫਿਰਦਾ ਹੈ। ਕਹਿੰਦੇ ਵੀ ਜਿਹੜਾ ਹੈ ਮੇਰੀ ਕੀ ਇੱਜ਼ਤ ਰਵੇਗੀ, ਤੂੰ ਇਸ ਕਰਕੇ ਮੈਨੂੰ ਖੁਆਰ ਨਾ ਕਰ,
ਚੁੱਪ ਕਰਕੇ ਇਹ ਖਾਣਾ ਖਾ ਲਾ ਤੇ ਕੱਪੜੇ ਸੋਹਣੇ ਪਹਿਨ ਲਾ। ਚੌਪੇ ਪਹਿਰ ਹੈ ਚੀਰ ਨਾ ਭੋਜਨ ਖਾਹੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਨਾ ਤਾਂ ਲਿਆਂਦਾ ਹੋਇਆ ਭੋਜਨ ਛਕਿਆ, ਮਹਾਰਾਜ ਨੇ ਨਾ ਤਾਂ ਫਿਰ ਉਹ ਦਿੱਤੇ ਹੋ ਕੱਪੜੇ ਹੀ ਪਾਏ। ਸ੍ਰੀ ਪ੍ਰਭੂ ਮੁਖ ਤੇ ਬੋਲਤ ਨਾਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਹੀ ਨਹੀਂ ਰਹੇ, ਚੁੱਪੇ ਹਨ ਉਦੋਂ ਦੇ। ਸ੍ਰੀ ਚੰਦ ਤਬ ਲਖਮੀ ਦਾਸਾ। ਉਸ ਵੇਲੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਬੰਦਨ ਕੀਨ ਆਨ ਪਿਤ ਪਾਸਾ। ਆ ਕਰਕੇ ਆਪਣੇ ਪਿਤਾ ਦੇ ਚਰਨਾਂ ਤੇ ਮੱਥਾ ਟੇਕਿਆ ਦੋਨੇ ਪੁੱਤਰਾਂ ਨੇ। ਬੈਠਿਓ ਪਹਿਰ ਬਤੀਤਿਓ ਜਬ ਹੀ। ਜਦੋਂ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਬੈਠਿਆਂ 3 ਘੰਟੇ ਹੋ ਗਏ। ਪਹਿਰਿਓ ਖਾਇਓ ਨਹਿ ਕਿਛ ਤਬ ਹੀ। ਸਤਿਗੁਰਾਂ ਨੇ ਕੁਝ ਨਹੀਂ ਖਾਇਆ ਤੇ ਨਾ ਕੁਝ ਪਹਿਨਿਆ ਹੈ, ਨਾ ਉਹਨਾਂ ਦੇ ਕੱਪੜੇ ਅੰਗੀਕਾਰ ਕੀਤੇ ਸਤਿਗੁਰਾਂ ਨੇ। ਬਸ ਨਾ ਬਸਾਵਹਿ ਰਸਿਓ ਬਿਸਾਲਾ। ਹੁਣ ਮੂਲ ਚੰਦ ਦਾ ਬਸ ਨਹੀਂ ਚੱਲਦਾ, ਉਹ ਗੁੱਸੇ ਹੋਈ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਨੰਦ ਵਿੱਚ ਬੈਠੇ ਹਨ ਤੇ ਉਹ ਜਿਹੜਾ ਹਨ ਗੁੱਸੇ ਵੀ ਬੰਦਾ ਕਿੰਨਾ ਕੁ ਹੋ ਲੇਗਾ ਜਦੋਂ ਅਗਲਾ ਬੰਦਾ ਜਿਹੜਾ ਚੁੱਪ ਬੈਠਾ ਹੋਵੇ। ਕਹਿੰਦੇ ਹੁਣ ਉਹਦਾ ਬਸ ਨਹੀਂ ਚੱਲਦਾ ਮੂਲ ਚੰਦ ਦਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ। ਉੱਠ ਆਇਓ ਮੂਲਾ ਤੇ ਕਾਲਾ। ਗੁੱਸੇ ਗਸੇ ਹੋ ਕੇ ਆਪਣਾ ਦਿਲ ਤਪਾ ਕੇ ਫਿਰ ਵਾਪਸ ਘਰ ਨੂੰ ਆ ਗਿਆ। ਸ੍ਰੀ ਪ੍ਰਭ ਰਹੇ ਬਿਰਾਜਤ ਤਾਹੀ। ਸਤਿਗੁਰੂ ਜੀ ਉੱਥੇ ਬਿਰਾਜੇ ਰਹੇ, ਮਹਾਰਾਜ ਜੀ ਉੱਥੇ ਬੈਠੇ ਰਹੇ। ਜਿਨਕੇ ਦੇਖਤ ਦੋਖ ਨਸਾਹੀ। ਦੇਖੋ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ ਜਿਨ੍ਹਾਂ ਦੇ ਦਰਸ਼ਨ ਕਰਦੇ ਆ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਸਾਰੀਆਂ ਪੀੜਾਂ ਦੂਰ ਹੋ ਜਾਂਦੀਆਂ ਹਨ। ਜੇ ਮਹਿਮਾ ਜਨ ਹੈ ਗੁਰ ਕੇਰੀ। ਦੇਖੋ ਜੋ ਸਤਿਗੁਰਾਂ ਦੀ ਮਹਿਮਾ ਨੂੰ ਜਾਣ ਲੈਂਦੇ ਹਨ ਉਹਨਾਂ ਦੀ ਤਾਂ ਮੁਕਤੀਓ ਸਤਿਗੁਰੂ ਜੀ ਕਰਾ ਦਿੰਦੇ ਹਨ ਇੱਕ ਨਿਗਾਹ ਪਾ ਕੇ। ਸੇ ਆਵਹਿ ਤਹਿ ਦਰਸ਼ਨ ਹੇਰੀ। ਸੇ ਆਵੇ ਉਹ ਪਿੰਡ ਵਿੱਚ ਵੀ ਸਤਿਗੁਰਾਂ ਦੇ ਸ਼ਰਧਾਲੂ ਸਨ ਜਿਹੜੇ ਸੱਚਮੁੱਚ ਜਾਣਦੇ ਸਨ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਰੂਪ ਹਨ। ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਸਤਿਗੁਰਾਂ ਦੀ ਸੰਗਤ ਕੀਤੀ ਆ ਕੇ। ਬੰਧਨ ਕਰ ਹੈ ਜਨਮ ਫਲ ਪਾਵਹਿ। ਦੇਖੋ ਉਹਨਾਂ ਨੇ ਤਾਂ ਆ ਕੇ ਬੰਧਨਾ ਕਰਕੇ ਆਪਣੇ ਜਨਮ ਦਾ ਫਲ ਪਾ ਲਿਆ, ਆਪਣਾ ਜੀਵਨ ਸਫਲਾ ਕਰ ਲਿਆ। ਰਹੇ ਨਿਕਟ ਪੁਨ ਸਦਨ ਸਿਧਾਵਹਿ। ਥੋੜੇ ਚਿਰ ਸਤਿਗੁਰਾਂ ਕੋਲ ਰਹਿ ਕਰਕੇ ਸੰਗਤ ਕਰਕੇ ਵਾਪਸ ਫਿਰ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕੋ ਆਵੇ ਕੋ ਕਰਹਿ ਪਿਆਨਾ। ਦੇਖੋ ਕੋਈ ਆਉਂਦਾ ਕੋਈ ਜਾਂਦਾ ਹੈ, ਸਤਿਗੁਰਾਂ ਦੇ ਕੋਲ ਭੀੜ ਲੱਗੀ ਪਈ ਹੈ, ਆਉਂਦੇ ਹਨ ਤੇ ਜਾਂਦੇ ਹਨ ਦਰਸ਼ਨ ਕਰਕੇ। ਭੀੜ ਭੂਰ ਹੋਈ ਤਹਿ ਥਾਨਾ। ਬਹੁਤ ਸਾਰੀ ਭੀੜ ਹੋਈ ਪਈ ਹੈ ਜਿੱਥੇ ਸਤਿਗੁਰੂ ਜੀ ਉਹ ਖੂਹ ਤੇ ਬੈਠੇ ਸਨ, ਅਜੀਤਾ ਦਾ ਜਿਹੜਾ ਖੂਹ ਸੀਗਾ। ਲੈ ਉਪਦੇਸ਼ ਸਿੱਖ ਕੋ ਹੋਵਹਿ। ਦੇਖੋ ਸਤਿਗੁਰਾਂ ਦਾ ਉਪਦੇਸ਼ ਲੈ ਕੇ ਸਿੱਖੀ ਨੂੰ ਧਾਰਨ ਕਰਦੇ ਹਨ ਵਡਭਾਗੇ। ਸਿਮਰਹਿ ਨਾਮ ਸਕਲ ਅਗ ਖੋਵਹਿ। ਤੇ ਪਰਮਾਤਮਾ ਦਾ ਨਾਮ ਜੋ ਸਿੱਖ ਬਣ ਕੇ ਗੁਰੂ ਪਾਸੋਂ ਪ੍ਰਾਪਤ ਕਰਦੇ ਹਨ, ਉਹ ਨਾਮ ਨੂੰ ਜਪ ਕਰਕੇ ਸਾਰੇ ਆਪਣੇ ਪਾਪ ਧੋ ਕੇ ਮੁਕਤੀ ਦੇ ਲਾਇਕ ਬਣਦੇ ਹਨ। ਇੱਕ ਤੇ ਦੂਸਰ ਮਹਿਮਾ ਸੁਨ ਕੇ। ਦੇਖੋ ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ, ਇਸ ਪ੍ਰਕਾਰ ਕਰਕੇ ਉਹ ਸਾਰੇ ਹੀ ਅਚਲ ਬਟਾਲੇ ਦੇ ਵਿੱਚ ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਗੱਲ ਫੈਲ ਗਈ ਵੀ ਗੁਰੂ ਨਾਨਕ ਸਾਹਿਬ ਜੀ ਆਏ ਹੋਏ ਹਨ, ਤੁਸੀਂ ਵੀ ਕਰ ਲਓ ਦਰਸ਼ਨ ਹੁਣ। ਆਏ ਪਰ ਹੈ ਚਰਨਨ ਗੁਰ ਗੁਣ ਕੈ। ਬਸ ਗੁਰੂ ਮਹਾਰਾਜ ਦੇ ਗੁਣਾਂ ਨੂੰ ਚੇਤੇ ਕਰਦਿਆਂ ਹੋਇਆਂ, ਜਾਣਦਿਆਂ ਹੋਇਆਂ, ਐਕਨੋਲੇਜ ਕਰਦਿਆਂ ਹੋਇਆਂ ਆ ਕੇ ਸਤਿਗੁਰਾਂ ਦੇ ਚਰਨੀ ਪੈਂਦੇ ਹਨ। ਕਿਤਕ ਕਾਮਨਾ ਧਰ ਕਰ ਸੇਵ ਹੈ। ਕੁਝ ਕੁ ਲੋਕ ਆਉਂਦੇ ਹਨ ਕਾਮਨਾ ਲੈ ਕੇ, ਇੱਛਾ ਨੂੰ ਲੈ ਕੇ, ਕਈ ਤਾਂ ਆਉਂਦੇ ਨੇ ਨਿਸ਼ਕਾਮਤਾ ਵਿੱਚ। ਜਿਹੜੇ ਨਿਸ਼ਕਾਮਤਾ ਵਿੱਚ ਆਉਂਦੇ ਸਤਿਗੁਰੂ ਜੀ ਉਹਨਾਂ ਨੂੰ ਸਿੱਖੀ ਬਖਸ਼ਦੇ ਹਨ। ਜਿਹੜੇ ਕਾਮਨਾ ਨੂੰ ਇੱਛਾ ਲੈ ਕੇ ਆਉਂਦੇ ਹਨ, ਕੋਈ ਮੰਗਾ ਮੰਗਣ ਵਾਸਤੇ ਆਉਂਦੇ ਹਨ। ਜੋ ਇੱਛਾ ਬਿਨ ਸੰਸੈ ਲੇਵ ਹੈ। ਦੇਖੋ ਜੋ ਇੱਛਾ ਧਾਰਨ ਕਰਕੇ ਸਕਰਮੀ ਵੀ ਆਉਂਦੇ ਨੇ, ਉਹਨਾਂ ਦੀਆਂ ਵੀ ਇੱਛਾ ਬਿਨਾਂ ਡਾਊਟ ਤੋਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ। ਨਿਰਮਲ ਮਨ ਕਰਨੇ ਕੇ ਹੇਤਾ। ਦੇਖੋ ਨਿਰਮਲ ਮਨ ਨੂੰ ਪਾਪਾਂ ਤੋਂ ਨਿਰਮਲ ਕਰਨ ਵਾਸਤੇ, ਪਾਪਾਂ ਨੂੰ ਮਨ ਤੋਂ ਧੋਣ ਵਾਸਤੇ ਰਹਿ ਕਿਤਕ ਢਿਗ ਪ੍ਰੀਤ ਸਮੇਤਾ। ਸਤਿਗੁਰਾਂ ਦੇ ਕੋਲ ਬੈਠਦੇ ਹਨ ਵੀ ਸਾਡੇ ਮਨ ਦੇ ਵਿੱਚੋਂ ਪਾਪਾਂ ਦੀ ਪ੍ਰੀਤੀ ਦੂਰ ਹੋ ਜਾਵੇ, ਵਿਸ਼ੇ ਵਿਕਾਰਾਂ ਦੀ ਜਿਹੜੀ ਅੰਦਰ ਲਾਗ ਲੱਗੀ ਹੋਈ ਹੈ ਇਹ ਹਟ ਜਾਵੇ, ਤਾਂ ਸਤਿਗੁਰਾਂ ਦੀ ਸੰਗਤ ਕਰਦੇ ਹਨ ਬਹਿ ਕਰਕੇ। ਸਤ ਸੰਗਤ ਹੋਵਨ ਬਹੁ ਲਾਗੀ। ਉੱਥੇ ਸਤ ਸੰਗਤ ਹੋਣ ਲੱਗ ਪਈ ਬਹੁਤ। ਰਹਿ ਕੀਰਤਨ ਸਰਦਾ ਜਾਗੀ। ਉੱਥੇ ਕੀਰਤਨ ਹੋ ਰਿਹਾ ਹੈ, ਸ਼ਰਧਾ ਲੋਕਾਂ ਦੇ ਮਨਾਂ ਵਿੱਚ ਜਾਗ ਰਹੀ ਹੈ। ਦਰਸ਼ਨ ਕੇਰ ਪ੍ਰਤਾਪ ਵਿਸਾਲਾ। ਦੇਖੋ ਇਹ ਸਾਰਾ ਜਿਹੜਾ ਪ੍ਰਤਾਪ ਗਲੋਰੀ ਜਿਹੜੀ ਹੈ ਸਤਿਗੁਰਾਂ ਦੇ ਦਰਸ਼ਨਾਂ ਤੋਂ ਹੀ ਹੁੰਦੀ ਹੈ। ਉਹਨਾਂ ਦੇ ਦਰਸ਼ਨ ਕਰਕੇ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ। ਕਿਉਂ ਨਾ ਚਲ ਹੈ ਨੀਕੀ ਨਰ ਚਾਲਾ। ਦੇਖੋ ਕਿਉਂ ਨਹੀਂ ਲੋਕ ਚੱਲਣਗੇ ਜੋ ਚੰਗੀ ਨੀਤੀ, ਚੰਗਾ ਰਸਤਾ ਹੋਵੇਗਾ, ਜਿਹੜੇ ਰਸਤੇ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਸਾਰੇ ਸੁੱਖਾਂ ਦੀ ਖਾਣ ਪ੍ਰਾਪਤ ਹੋਵੇਗੀ, ਉਹ ਰਸਤੇ ਤੇ ਕਿਉਂ ਨਹੀਂ ਕੋਈ ਚੱਲੇਗਾ। ਦੋਹਰਾ ਹੋਤੋ ਨਗਰ ਕੋ ਚੌਧਰੀ ਨਾਮ ਅਜਿੱਤਾ ਜਾਹੇ। ਹੁਣ ਉਹ ਜਿਹੜਾ ਅਟਲ ਬਟਾਲੇ ਦਾ ਜੋ ਕਿ ਚੌਧਰੀ ਹੈ ਉਸਦਾ ਨਾਮ ਹੈ ਅਜਿੱਤਾ। ਅਜਿੱਤਾ ਰੰਧਾਵਾ ਜਿਹੜਾ ਹੈ ਮਹਿਮਾ ਪ੍ਰਭ ਅਵਲੋਕ ਕੈ ਸਮਝਿਓ ਨਿਜ ਮਨ ਮਾਹੇ। ਹੁਣ ਉਹਨੇ ਸਤਿਗੁਰਾਂ ਦੀ ਮਹਿਮਾ, ਉਹਨਾਂ ਦੀ ਪ੍ਰੇਸ ਨੂੰ ਅੱਖੀਂ ਦੇਖ ਵੀ ਲਿਆ
ਤੇ ਕੰਨਾਂ ਨਾਲ ਬਹੁਤ ਸਾਰੀ ਸੁਣ ਵੀ ਲਈ ਤੇ ਸਮਝ ਵੀ ਲਈ ਆਪਣੇ ਮਨ ਦੇ ਵਿੱਚ। ਚੌਪੇ ਜਹ ਸੋਹਿਤ ਬੇਦੀ ਕੁਲ ਦੀਪਾ, ਜਿੱਥੇ ਸਤਿਗੁਰੂ ਜੀ ਬੈਠੇ ਸਨ ਉਹਨਾਂ ਦੇ ਖੂਹ ਤੇ ਗਮਨਿਓ ਤਿਨ ਕੇ ਤਬਹਿ ਸਮੀਪਾ। ਮਹਾਰਾਜ ਦੇ ਕੋਲ ਅਜਿੱਤਾ ਰੰਧਾਵਾ ਚੱਲ ਕੇ ਆ ਗਿਆ ਤੇ ਮਹਾਰਾਜ ਦੇ ਕੋਲ ਆ ਕੇ ਹੋਇ ਕਰ ਦੀਨ ਪ੍ਰੇਮ ਔਰ ਭਰ ਕੈ, ਹੋਏ ਕਰ ਦੀਨ, ਬੜੀ ਨਿਮਰਤਾ ਵਿੱਚ ਆਇਆ, ਮਨ ਪ੍ਰੇਮ ਨਾਲ ਭਰਿਆ ਪਿਆ ਹੈ ਸਤਿਗੁਰਾਂ ਵਾਸਤੇ ਅਜਿੱਤੇ ਦਾ। ਰਹਿਓ ਚਰਨ ਕਵਲਨ ਸਿਰ ਧਰ ਕੈ, ਰਹਿਓ ਚਰਨ ਵੱਲੋਂ ਉਹਨਾਂ ਨੇ ਆ ਕੇ ਐਸਾ ਮੱਥਾ ਟੇਕਿਆ ਨਾ ਸਤਿਗੁਰਾਂ ਦੇ ਚਰਨਾਂ ਤੇ, ਉਹਨਾਂ ਨੇ ਆਪਣਾ ਮੱਥਾ ਸਤਿਗੁਰਾਂ ਦੇ ਚਰਨਾਂ ਤੇ ਮਨੋਂ ਟਿਕਾਈ ਦਿੱਤਾ। ਬਹੁਰ ਨਾ ਉਪਰ ਸੀਸ ਉਠਾਵਾ, ਅਜਿੱਤਾ ਰੰਧਾਵਾ ਨੇ ਆਪਣਾ ਸੀਸ ਨਹੀਂ ਚੁੱਕਿਆ, ਮਹਾਰਾਜ ਨੂੰ ਐਸਾ ਮੱਥਾ ਟੇਕਿਆ, ਉੱਥੇ ਹੀ ਮੱਥਾ ਟਿਕਾ ਦਿੱਤਾ, ਬਸ ਹੁਣ ਚੁੱਕ ਨਹੀਂ ਰਿਹਾ ਵਾਪਸ। ਸ੍ਰੀ ਨਾਨਕ ਜੀ ਕਛ ਨਾ ਅਲਾਵਾ, ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨੂੰ ਕੁਝ ਨਹੀਂ ਕਹਿ ਰਹੇ, ਉਹ ਮੱਥਾ ਟੇਕਿਆ, ਉਹ ਮੱਥਾ ਟੇਕਦਾ ਹੀ ਉੱਥੇ ਜਿਹੜਾ ਹਨ ਮੱਥਾ ਰੱਖ ਦਿੱਤਾ ਤੇ ਚੁੱਕ ਨਹੀਂ ਰਿਹਾ, ਤੇ ਸਤਿਗੁਰੂ ਜੀ ਨੇ ਕੁਝ ਨਹੀਂ ਕਿਹਾ ਉਸਨੂੰ। ਬੈਠ ਰਹੇ ਤੂਸਨ ਕੋ ਧਾਰੀ, ਮਹਾਰਾਜ ਚੁੱਪ ਕਰਕੇ ਉੱਥੇ ਬੈਠੇ ਰਹੇ। ਜੋ ਨਿਜ ਸੇਵਕ ਮੋਖ ਉਦਾਰੀ, ਜੋ ਆਪਣੇ ਸੇਵਕਾਂ ਦੇ ਜਿਹੜੇ ਹਨ ਮੋਖ ਮੁਕਤੀ ਦੇ ਦੁਆਰੇ ਹਨ, ਜਿਨ੍ਹਾਂ ਦੇ ਦਰਸ਼ਨ ਕਰਕੇ ਮੁਕਤੀ ਪ੍ਰਾਪਤ ਹੁੰਦੀ ਹੈ। ਨਹੀਂ ਅਜਿੱਤੇ ਸੀਸ ਉਚਾਇਓ, ਜਦੋਂ ਕਾਫੀ ਚਿਰ ਤੱਕ ਅਜਿੱਤੇ ਨੇ ਆਪਣਾ ਸੀਸ ਨਾ ਚੁੱਕਿਆ, ਇਸ ਪ੍ਰਕਾਰ ਇੱਕ ਜਾਮ ਬਿਤਾਇਓ। ਦੇਖੋ ਕਿੰਨਾ ਕੁ ਚਿਰ ਉਹਨੇ ਮੱਥਾ ਟੇਕਿਆ, 3 ਘੰਟੇ ਹੋ ਗਏ ਸਨ। 3 ਘੰਟੇ ਉਹਨੇ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਮੱਥਾ ਟਿਕਾਇਆ ਤੇ ਚੱਕਿਆ ਹੀ ਨਹੀਂ, ਫॉर 3 ਆਵਰਸ ਵਾਸਤੇ 3 ਘੰਟੇ ਉਹ ਮੱਥਾ ਉੱਥੇ ਰਿਹਾ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ, ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਉਸ ਵੱਲ ਦੇਖਿਆ। ਮ੍ਰਿਦੁਲ ਮਧੁਰ ਮੁਖ ਗਿਰਾ ਅਲਾਈ, ਉਸ ਵੇਲੇ ਮਿੱਠੀ ਤੇ ਪਿਆਰੀ ਆਵਾਜ਼ ਵਿੱਚ ਸਤਿਗੁਰਾਂ ਨੇ ਅਜਿੱਤੇ ਰੰਧਾਵੇ ਨੂੰ ਆਵਾਜ਼ ਮਾਰੀ ਤੇ ਕਿਹਾ, ਅਬ ਉਠੀਏ ਕਰਤਾਰ ਪਿਆਰੇ, ਹੇ ਕਰਤਾਰ ਪਿਆਰੇ ਹੁਣ ਤੂੰ ਉੱਠ, ਉੱਠ ਕੱਢ ਹੁਣ, ਆਪਨ ਮਨੋਰਥ ਕਰੋ ਉਚਾਰੇ, ਤੇ ਆਪਣਾ ਮਨੋਰਥ ਮਨ ਦੀ ਇੱਛਾ ਜਿਹੜੀ ਹੈ ਤੂੰ ਹੁਣ ਦੱਸਣਾ ਕਰ। ਨਿਜ ਹਾਥਨ ਸੋ ਤਬ ਜਗਨਾਥਾ, ਦੇਖੋ ਐਸਾ ਵਡਭਾਗਾ ਅਜਿੱਤਾ ਰੰਧਾਵਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਭਾਗਾਂ ਵਾਲੇ ਹੱਥਾਂ ਦੇ ਨਾਲ, ਸੁਭਾਗ ਹੱਥਾਂ ਦੇ ਨਾਲ ਉਹਦਾ ਸੀਸ ਚੁੱਕਿਆ ਸਤਿਗੁਰਾਂ ਨੇ। ਬੈਠਾਰਿਓ ਉਠਾਏ ਤੇ ਮਾਥਾ, ਉਠਾ ਕਰਕੇ ਉਸ ਨੂੰ ਬਿਠਾ ਲਿਆ ਆਪਣੇ ਕੋਲ। ਹੱਥ ਜੋੜ ਕੇ ਬੇਨਤੀ ਭਾਖੀ, ਅਜਿੱਤੇ ਰੰਧਾਵੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਰਾਵਰ ਹੋ ਸਭ ਘਟ ਕੇ ਸਾਖੀ। ਆਪ ਜੀ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕਰਦਾ ਹੈ ਕਿ ਆਪ ਜੀ ਸਾਰੇ ਘਟਾਂ ਦੇ ਸਾਖੀ ਹੋ, ਸਾਰਿਆਂ ਦੇ ਸਾਖੀ ਰੂਪ ਹੋ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਹੋ, ਆਪ ਜੀ ਸਾਰੀਆਂ ਗੱਲਾਂ ਦੇ ਵਿਟਨੈਸ ਹੋ, ਆਪ ਜੀ ਆਪ ਪਰਮੇਸ਼ਰ ਹੋ, ਜਿਹੜੇ ਕਿ ਸਭ ਕੁਝ ਆਪ ਜੀ ਦੇਖਣ ਵਾਲੇ ਤੇ ਸੁਣਨ ਵਾਲੇ ਹੋ। ਤੁਮ ਸਭ ਜਾਣ ਹੋ ਅੰਤਰ ਜਾਮੀ, ਇਸ ਕਰਕੇ ਸਤਿਗੁਰੂ ਜੀ ਤੁਸੀਂ ਅੰਤਰ ਦੀਆਂ ਜਾਣਨ ਵਾਲੇ, ਸਭ ਕੁਝ ਜਾਣਦੇ ਹੋ। ਕਿਉਂ ਬਨ ਹੈ ਮਮ ਕਹਿਨੋ ਸੁਆਮੀ, ਹੇ ਸੁਆਮੀ ਮੈਂ ਤੁਹਾਨੂੰ ਕੀ ਕਹਿ ਕੇ ਦੱਸਾਂ, ਤੁਸੀਂ ਤਾਂ ਸਭ ਕੁਝ ਜਾਣਨ ਵਾਲੇ ਹੋ। ਦੱਸਦਿਆਂ ਮੈਨੂੰ ਵੀ ਸ਼ਰਮ ਆਉਂਦੀ ਹੈ, ਮੈਂ ਕਿਵੇਂ ਦੱਸਾਂ ਸਤਿਗੁਰੂ ਜੀ, ਉਹ ਗੱਲਾਂ ਦਾ ਜਿਨ੍ਹਾਂ ਮੈਨੂੰ ਵੀ ਨਹੀਂ ਪਤਾ ਉਹਨਾਂ ਦਾ ਵੀ ਤੁਹਾਨੂੰ ਪਤਾ ਹੈ, ਉਹਨਾਂ ਦਾ ਵੀ ਤੁਹਾਨੂੰ ਗਿਆਨ ਹੈ। ਇਸ ਕਰਕੇ ਸਤਿਗੁਰੂ ਜੀ ਮੈਂ ਸੋ ਵਧਾਣੀ ਤੁਹਾਨੂੰ ਦੱਸਦਾ। ਜੋ ਨਹਿ ਜਾਣ ਹੈ ਤਾਹੇ ਅਗਾਰੀ, ਦੇਖੋ ਜੋ ਨਹਿ ਜਾਣੇ, ਜਿਹੜਾ ਕੋਈ ਨਾ ਜਾਣਦਾ ਹੋਵੇ ਕਰੈ ਆਪਣੀ ਬ੍ਰਿਥਾ ਉਚਾਰੀ, ਉਹਨਾਂ ਦੇ ਅੱਗੇ ਦੱਸਣਾ ਪੈਂਦਾ ਹੈ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ। ਪਰ ਆਪ ਜੀ ਤਾਂ ਸਭ ਕੁਝ ਜਾਣਦੇ ਹੋ। ਸਰਬਗਨ ਢਿੱਗ ਤੂਸਨ ਨੀਕੀ, ਦੇਖੋ ਜਿਹੜਾ ਸਰਬੱਗ ਹੋਵੇ, ਆਲ ਕੈਪੇਬਲ ਹੋਵੇ, ਆਲ ਨੋਇੰਗ ਹੋਵੇ, ਉਹਦੇ ਅੱਗੇ ਤਾਂ ਚੁੱਪੀ ਚੰਗੀ ਹੁੰਦੀ ਹੈ। ਕਰਹਿ ਭਲੇਰੀ ਭਾਵਤ ਜੀ ਕੀ, ਦੇਖੋ ਕਰਹਿ ਭਲੇਰੀ ਕਹਿਣ ਲੱਗੇ ਕਿਉਂਕਿ ਮੈਨੂੰ ਇੰਨਾ ਜ਼ਰੂਰ ਭਰੋਸਾ ਹੈ, ਸਰਬੱਗ ਜਿਹੜੇ ਹੁੰਦੇ ਹਨ, ਜਿਹੜੇ ਆਪ ਪਰਮੇਸ਼ਰ ਹੈ, ਕਹਿੰਦੇ ਉਹਨਾਂ ਨੇ ਤਾਂ ਸਾਡਾ ਭਲਾ ਹੀ ਕਰਨਾ ਹੁੰਦਾ ਹੈ ਨਾ। ਉਹਨਾਂ ਨੂੰ ਸਾਨੂੰ ਦੱਸਣ ਦੀ ਕੀ ਲੋੜ ਆ ਵੀ ਕੀ ਸਾਨੂੰ ਚਾਹੀਦਾ ਹੈ, ਉਹਨਾਂ ਨੂੰ ਤਾਂ ਆਪਣੇ ਆਪ ਪਤਾ ਹੀ ਹੁੰਦਾ ਹੈ ਵੀ ਸਾਡੇ ਵਾਸਤੇ ਕੀ ਸਾਨੂੰ ਲੋੜ ਹੈ ਤੇ ਕੀ ਨਹੀਂ ਸਾਨੂੰ ਚਾਹੀਦਾ, ਕੀ ਚਾਹੀਦਾ ਉਹਨਾਂ ਨੂੰ ਸਾਰਾ ਹੀ ਪਤਾ ਹੈ। ਇਸ ਕਰਕੇ ਦੱਸਣਾ ਨਹੀਂ ਬਣਦਾ, ਕਿਉਂਕਿ ਮੇਰੇ ਦੱਸਣ ਵਿੱਚ ਗਲਤੀ ਹੋ ਸਕਦੀ ਹੈ, ਮੇਰੇ ਸੋਚਣ ਵਿੱਚ ਗਲਤੀ ਹੋ ਸਕਦੀ ਹੈ। ਸੁਨਤ ਪ੍ਰਸੀਦੇ ਹਿਰਦੇ ਗੁਸਾਈ, ਜਦੋਂ ਐਸੇ ਭਾਈ ਅਜਿੱਤੇ ਦਾ ਜਿਹੜਾ ਭਰੋਸਾ ਸਤਿਗੁਰਾਂ ਨੇ ਸਰਵਣ ਕੀਤਾ ਤਾਂ ਮਹਾਰਾਜ ਜੀ ਬਹੁਤ ਖੁਸ਼ ਹੋਏ। ਕਰਨ ਕਰਤਾਰਥ ਗਿਰਾ ਅਲਾਈ, ਉਹਨੂੰ ਨਿਹਾਲ ਕਰਨ ਵਾਸਤੇ ਸਤਿਗੁਰਾਂ ਨੇ ਬਚਨ ਕੀਤੇ। ਬੰਧਨ ਕਰ ਕਰਤਾਰ ਅਗਾਰੀ, ਕਹਿਣ ਲੱਗੇ ਹੇ ਅਜਿੱਤਾ ਰੰਧਾਵਾ ਤੂੰ ਇਉਂ ਕਰ, ਹੁਣ ਬੰਧਨਾ ਕਰ ਉਸ ਪਰਮੇਸ਼ਰ ਅੱਗੇ, ਉਸ ਕਰਤਾਰ ਅੱਗੇ, ਉਸ ਪਰਮਾਤਮਾ ਨੂੰ ਸਾਖਸ਼ਾਤ ਜਾਣ ਕੇ ਤੂੰ ਨਮਸਕਾਰ ਕਰ। ਹੁਣ ਜਹ ਮਨ ਕਾਮਨਾ ਤੁਮਾਰੀ, ਤੇਰੀ ਸਾਰੀ ਮਨ ਦੀ ਕਾਮਨਾ ਠੀਕ ਹੋ ਜਾਏਗੀ, ਜਿਹੜੀ ਜਿੰਨੀ ਵੀ ਤੇਰੀ ਮਨ ਦੀ ਕਾਮਨਾ ਹੈ ਉਹ ਸਾਰੀ ਪੂਰੀ ਹੋ ਜਾਏਗੀ। ਸੁਣ ਕੇ ਬਹੁਰ ਚਰਨ ਲਪਟਾਇਓ, ਦੇਖੋ ਅਜਿੱਤਾ ਰੰਧਾਵਾ ਨੇ ਹੁਣ ਫੇਰ ਮੱਥਾ ਟੇਕਿਆ। ਦੇਖੋ ਅਜਿੱਤਾ ਰੰਧਾਵਾ ਨੇ ਪਹਿਲੀ ਵਾਰੀ ਜੋ ਮੱਥਾ ਟੇਕਿਆ, ਗੁਰੂ ਨਾਨਕ ਨੂੰ ਜਾਣ ਕੇ ਉਹਨੇ ਮੱਥਾ ਟੇਕਿਆ ਕਿ ਇਹ ਗੁਰੂ ਨੇ, ਇਹ ਜਿਹੜੇ ਹਨ ਸਮਰੱਥ ਨੇ, ਉਹਨੇ ਮੱਥਾ ਟੇਕਿਆ। ਪਰ ਹੁਣ ਦੂਸਰੀ ਵਾਰੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ
ਤੂੰ ਸਾਖਸ਼ਾਤ ਪਰਮੇਸ਼ਰ ਨੂੰ ਅੱਗੇ ਜਾਣ ਕੇ ਤੂੰ ਮੱਥਾ ਟੇਕ। ਹੁਣ ਜਿਹੜਾ ਹਨ ਅਜਿੱਤੇ ਰੰਧਾਵੇ ਨੇ ਦੁਬਾਰਾ ਮੱਥਾ ਟੇਕਿਆ ਉਸ ਪਰਮਾਤਮਾ ਨੂੰ ਜਿਹੜਾ ਹਨ ਜਾਣ ਕੇ। ਤਤ ਛਿਨ ਗਿਆਨ ਹਿਰਦੈ ਹੋਏ ਆਇਓ। ਦੇਖੋ ਬਸ ਮੱਥਾ ਰੱਖਣ ਦੀ ਲੋੜ ਸੀ ਸਤਿਗੁਰਾਂ ਦੇ ਚਰਨਾਂ ਤੇ, ਉਹਨੂੰ ਤਤ ਛਿਨ ਉਸੇ ਵੇਲੇ ਗਿਆਨ ਹੋ ਗਿਆ। ਸਤਿਗੁਰਾਂ ਨੇ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾ ਦਿੱਤੀ। ਸਖਤ ਵਿਸਾਲ ਭਈ ਸਭ ਭਾਂਤੀ। ਦੇਖੋ ਉਹਦੇ ਸਰੀਰ ਦੇ ਵਿੱਚ ਜਿਹੜੀਆਂ ਹਨ ਸਾਰੀਆਂ ਸ਼ਕਤੀਆਂ ਭਰ ਗਈਆਂ, ਉਹ ਸ਼ਕਤੀਆਂ ਦਾ ਮਾਲਕ ਬਣ ਗਿਆ। ਰਿੱਧੀਆਂ ਸਿੱਧੀਆਂ ਉਹਦੇ ਮਨ ਵਿੱਚ ਆ ਗਈਆਂ ਸਾਰੀਆਂ। ਭਾਈ ਇੱਕ ਬਾਰ ਜਨ ਥਾਤੀ। ਦੇਖੋ ਇੱਕ ਵਾਰ ਜਿਵੇਂ ਕਿਸੇ ਨੂੰ ਖਜ਼ਾਨਾ ਮਿਲ ਜਾਂਦਾ ਹੈ, ਇੱਕੋ ਵਾਰ ਜਿਵੇਂ ਕਿਸੇ ਨੂੰ ਖਜ਼ਾਨੇ ਦੀ ਥੈਲੀ ਹੱਥ ਲੱਗ ਜਾਂਦੀ ਹੈ, ਉਹਨੂੰ ਇੱਕ ਵਾਰ ਹੀ ਅਜਿੱਤੇ ਰੰਧਾਵੇ ਨੂੰ ਸਤਿਗੁਰਾਂ ਨੇ ਬ੍ਰਹਮ ਗਿਆਨ ਕਰਾਤਾ। ਸੇਵਾ ਕਰਨ ਲਗਿਓ ਯੁਤ ਪ੍ਰੀਤੀ। ਉਸ ਜਿਹੜਾ ਹਨ ਅਜਿੱਤਾ ਰੰਧਾਵਾ ਹੁਣ ਸਤਿਗੁਰਾਂ ਦੀ ਸੇਵਾ ਕਰਨ ਲੱਗਿਆ ਨਿਸ਼ਕਾਮਤਾ ਵਿੱਚ। ਬੇਮੁਖਤਾ ਸਗਰੀ ਔਰ ਬੀਤੀ। ਉਹਦੀ ਬੇਮੁਖਤਾ ਸਾਰੀ ਬੀਤ ਗਈ, ਮਤਲਬ ਕਿ ਪਿੱਛੇ ਰਹਿ ਗਈ। ਹੁਣ ਅਜਿੱਤੇ ਰੰਧਾਵੇ ਚ ਕੋਈ ਵੀ ਬੇਮੁਖਤਾ ਨਹੀਂ ਰਹਿ ਗਈ। ਹੁਣ ਕਿਤਕ ਦਿਵਸ ਇਸ ਭਾਂਤ ਬਿਤਾਏ। ਕੁਝ ਕੁ ਦਿਨ ਐਸੇ ਬਤੀਤ ਕੀਤੇ। ਸਿੱਖੀ ਮਗ ਮਹਿ ਬਹੁ ਨਰ ਪਾਏ। ਦੇਖੋ ਸਿੱਖੀ ਦਾ ਮਾਰਗ ਬਹੁਤ ਸਾਰੇ ਲੋਕਾਂ ਨੇ ਪ੍ਰਾਪਤ ਕੀਤਾ। ਇੱਕ ਦਿਨ ਸਾਸ ਸਸੁਰ ਗੁਰ ਕੇਰੇ। ਇੱਕ ਦਿਨ ਦੀ ਗੱਲ ਹੈ ਕਿ ਕੁਝ ਕੁ ਦਿਨ ਤਾਂ ਬੀਤ ਗਏ ਸਨ ਸਤਿਗੁਰਾਂ ਨੂੰ ਉੱਥੇ ਰਹਿੰਦਿਆਂ ਹੋਇਆਂ, ਤੇ ਇੱਕ ਦਿਨ ਸੱਸ ਸਹੁਰਾ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਨ, ਆਏ ਨਿਕਟ ਕ੍ਰੋਧ ਕੇ ਪ੍ਰੇਰੇ। ਦੋਵੇਂ ਬੜੇ ਗੁੱਸੇ ਵਿੱਚ ਆਏ। ਅੱਜ ਦੋਨਾਂ ਨੂੰ ਗੁੱਸਾ ਚੜਿਆ ਹੋਇਆ। ਬਾਕੀ ਤਾਂ ਸਾਰੇ ਜਿਹੜੇ ਹਨ ਆਪਣੇ ਮਨੋਕਾਮਨਾ ਪੂਰੀਆਂ ਕਰ ਰਹੇ ਹਨ, ਬੜੇ ਆਨੰਦ ਵਿੱਚ ਰਹਿ ਰਹੇ ਹਨ। ਗੁਰੂ ਮਹਾਰਾਜ ਦੇ ਜਿਹੜੇ ਇਨਲੌਸ ਹਨ ਨਾ, ਚੰਦੋ ਰਾਣੀ ਤੇ ਜਿਹੜਾ ਹੈ ਭਾਈ ਮੂਲਾ ਜੀ, ਦੋਨਾਂ ਨੂੰ ਗੁੱਸਾ ਚੜਿਆ ਹੋਇਆ ਹੈ। ਬੜੇ ਗੁੱਸੇ ਵਿੱਚ ਆਏ। ਸੰਗ ਸੁਲਖਣੀ ਚੱਲ ਕਰ ਆਈ। ਆਏ ਨਿਕਟ ਕ੍ਰੋਧ ਕੇ ਪ੍ਰੇਰੇ। ਆਏ ਸਨ ਕ੍ਰੋਧ ਦੇ ਪ੍ਰੇਰੇ ਹੋਏ, ਗੁੱਸੇ ਦੇ ਪ੍ਰੇਰੇ ਹੋਏ। ਸੰਗ ਸੁਲਖਣੀ ਚੱਲ ਕਰ ਆਈ। ਉਹਨਾਂ ਦੇ ਨਾਲ ਮਾਤਾ ਸੁਲਖਣੀ ਜੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਤਨੀ ਹੈ, ਵਾਈਫ ਹੈ, ਉਹਨਾਂ ਨੇ ਵੀ ਆਉਣਾ ਕੀਤਾ ਨਾਲ। ਪਾਸ ਬੈਠ ਕਰ ਸਾਸ ਅਲਾਈ। ਕੋਲ ਬਹਿ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚੰਦੋ ਰਾਣੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਮਦਰ ਇਨ ਲਾਅ ਹੈ, ਉਹਨਾਂ ਨੇ ਕਿਹਾ ਬੜੇ ਗੁੱਸੇ ਵਿੱਚ, ਸੁਣ ਤੋ ਵੇ ਤੂੰ ਰਹਿਓ ਕੁਰਾਹੀ। ਦੇਖੋ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕਹਿੰਦੀ ਹੈ, ਕਹਿੰਦੀ ਸੁਣ ਤੋ ਵੇ ਵੇ ਕਹਿੰਦੀ ਤੂੰ ਰਹਿਓ ਕੁਰਾਹੀ। ਤੂੰ ਤਾਂ ਕੁਰਾਹਾ ਹੀ ਰਿਹਾ, ਤੂੰ ਪੁੱਠੇ ਪਾਸੇ ਲੱਗਿਆ ਰਿਹਾ ਸਾਰੀ ਉਮਰ, ਤੂੰ ਤਾਂ ਕੁਰਾਹਾ ਹੀ ਰਿਹਾ। ਤੈਨੂੰ ਠੀਕ ਰਸਤਾ ਮਿਲਿਆ ਹੀ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ। ਤੂੰ ਹਮੇਸ਼ਾ ਉਹ ਰਸਤਾ ਚੁਣਿਆ ਜਿਹੜਾ ਘਾਟੇ ਵਾਲਾ ਹੋਵੇ, ਜਿਹੜਾ ਭੈੜਾ ਰਸਤਾ ਹੋਵੇ। ਤੂੰ ਕੁਰਾਹੀ ਹੀ ਰਿਹਾ ਸਾਰੀ ਉਮਰ। ਸਦਾ ਹਮਾਰੀ ਛਾਤੀ ਦਾਹੀ। ਤੂੰ ਜਿਹੜਾ ਹੈ ਤੇਰੇ ਕਰਕੇ ਸਾਡੀ ਛਾਤੀ ਸੜਦੀ ਰਹੀ ਆ, ਸਾਰੀ ਉਮਰ ਸਾਡੀ ਛਾਤੀ ਸੜਦੀ ਹੋ ਰਹੀ ਹੈ। ਪਰ ਦੇਖੋ ਕਿੰਨੀ ਕਮਾਲ ਦੀ ਗੱਲ ਹੈ, ਸਾਰੀ ਉਮਰ ਸੜੀ ਪਰ ਹੁਣ ਤੱਕ ਵੀ ਹਜੇ ਹੈਗੀ ਸੀ ਛਾਤੀ। ਪੁੱਤਰਨ ਬਣਤਾ ਤਜ ਪਰਿਵਾਰ। ਕਹਿਣ ਲੱਗੇ ਤੂੰ ਆਪਣੇ ਪੁੱਤਰਾਂ ਨੂੰ ਤਿਆਗ ਦਿੱਤਾ, ਆਪਣੀ ਘਰਵਾਲੀ ਨੂੰ ਤਿਆਗ ਦਿੱਤਾ, ਸਾਰਾ ਪਰਿਵਾਰ ਹੀ ਪਿੱਛੇ ਛੱਡ ਦਿੱਤਾ, ਬਾਤ ਨਹੀਂ ਪੁੱਛੀ ਆ ਕੇ। ਫਿਰਿਓ ਪਰਦੇਸਨ ਦਵਾਰਨ ਦਵਾਰ। ਹਾਂ ਤੂੰ ਪਰਦੇਸਾਂ ਚ ਫਿਰਦਾ ਰਿਹਾ ਹੈ, ਭਿੱਖਿਆ ਮੰਗਦਾ, ਦਰ ਦਰ ਤੇ ਜਾ ਕੇ ਤੂੰ ਮੰਗ ਕੇ ਖਾਂਦਾ ਰਿਹਾ। ਉਹਨੂੰ ਕੀ ਪਤਾ ਸੀਗਾ ਸਤਿਗੁਰੂ ਤਾਂ ਵੱਡੇ ਵੱਡੇ ਜਿਹੜੇ ਹਨ ਅਸਥਾਨਾਂ ਤੇ ਗਏ, ਰਾਜੇ ਨੇ ਆ ਕੇ ਮਹਾਰਾਜ ਦੇ ਚਰਨੀ ਪਏ। ਮਹਾਰਾਜ ਨੇ ਕਿੱਥੇ ਜਾ ਕੇ ਠੁੱਠਾ ਫੜ ਕੇ ਜਾ ਕੇ ਦੁਆਰਾਂ ਤੋਂ ਮੰਗਿਆ ਸੀ। ਮਹਾਰਾਜ ਤਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਸਨ, ਸੋਨੇ ਦੀ ਧਰਤੀ ਤੇ ਗਏ ਸਨ। ਕਿੱਡੇ ਵੱਡੇ ਵੱਡੇ ਖਜ਼ਾਨੇ ਸਤਿਗੁਰਾਂ ਦੇ ਚਰਨੀ ਲੱਗੇ। ਕਿੰਨੇ ਜਿਹੜਾ ਹਨ ਮਹਾਰਾਜ ਦੇ ਸਾਰੀ ਦੁਨੀਆ ਦੇ ਮਾਲਕ ਹਨ। ਦੇਖੋ ਉਹਨਾਂ ਨੂੰ ਉਹਨਾਂ ਦੀ ਸੱਸ ਕਹਿ ਰਹੀ ਹੈ ਕਿ ਤੂੰ ਤਾਂ ਦੇਸਾਂ ਪ੍ਰਦੇਸਾਂ ਜਾ ਕੇ ਘਰ ਘਰ ਮੰਗਦਾ ਫਿਰਦਾ ਸੀ। ਕੋ ਕਾਰਜ ਤੈ ਹਾਸਲ ਕੀਨਾ। ਹਾਂ ਕਹਿੰਦੀ ਹੁਣ ਤੂੰ ਕੀ ਲੈ ਕੇ ਆਇਆ, ਕੀ ਹਾਸਲ ਕੀਤਾ, ਕੀ ਕਮਾਇਆ ਤੂੰ ਹੁਣ ਤੱਕ, ਕੀ ਮਿਲਿਆ ਤੈਨੂੰ? ਆਪਣੋ ਦਰਬ ਲੁਟਾਏ ਸੋ ਦੀਨਾ। ਹਾਂ ਕਹਿੰਦੇ ਅੱਗੇ ਦੇਖੋ ਮੋਦੀ ਖਾਨੇ ਦੀ ਗੱਲ ਹਜੇ ਤੱਕ ਨਹੀਂ ਭੁੱਲਦੇ ਸੁਲਤਾਨਪੁਰ ਵਾਲੀ। ਕਹਿੰਦੀ ਉਦੋਂ ਤੇਰੇ ਕੋਲ ਪੈਸਾ ਆਇਆ ਸੀ, ਉਦੋਂ ਵੀ ਤੂੰ ਲੁਟਾ ਦਿੱਤਾ ਸੀ ਸਾਰਾ। ਜਗ ਕੀ ਲਾਜ ਤਜੀ ਇੱਕ ਵਾਰੀ। ਤੂੰ ਤਾਂ ਜੱਜਾ ਹਾਂ ਸੰਸਾਰ ਦੀ ਸ਼ਰਮੇ ਛੱਡ ਦਿੱਤੀ, ਤੂੰ ਬੇਸ਼ਰਮੇ ਹੋ ਗਿਆ। ਹਾਂਜੀ ਇੱਕ ਵਾਰ ਤੂੰ ਸ਼ਰਮ ਛੱਡੀ, ਮੁੜ ਕੇ ਨਹੀਂ ਤੂੰ ਲਈ। ਹਮਕੋ ਸਭ ਮਹਿ ਕੀਨ ਖੁਆਰੀ। ਤੂੰ ਸਾਰਿਆਂ ਦੇ ਵਿੱਚ ਸਾਨੂੰ ਜਿਹੜਾ ਹਨ ਭੈੜਾ ਹੀ ਦਿਖਾਇਆ, ਸਾਡਾ ਸਿਰ ਨੀਵਾ ਕਰਕੇ ਕਰ ਦਿੱਤਾ, ਸਾਨੂੰ ਖੁਆਰੀ ਕੀਤਾ ਤੂੰ। ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿ ਗਏ ਸਨ। ਨਰਕ ਹੈ ਅਮੁਕੇ ਕੋ ਜੋ ਜਮਾਤਾ। ਜੋ ਵੀ ਸਾਨੂੰ ਮਿਲਦਾ ਕਹਿੰਦਾ ਜੀ ਉਹਨਾਂ ਦਾ ਜਵਾਈ ਜਿਹੜਾ ਹੈ ਭਇਓ ਫਕੀਰ ਤਜੇ ਤੇ ਹਾਂ ਉਹ ਫਕੀਰ ਬਣ ਗਿਆ। ਆਪਣੇ ਘਰ-ਬਾਰ ਛੱਡ ਕੇ, ਪਰਿਵਾਰ ਨੂੰ ਛੱਡ ਕੇ ਉਹ ਫਕੀਰ ਬਣਿਆ ਫਿਰਦਾ ਹੈ। ਸ੍ਰੀ ਨਾਨਕ ਤੁਸਨ ਹੋਏ ਵੈਸੇ। ਚੰਦੋ ਰਾਣੀ ਨੇ ਦੇਖੋ ਕਿਹੇ ਜੇ ਬਚਨ ਕਹੇ, ਕਿੰਨੇ ਜਿਹੜੇ ਹਨ ਗੁੱਸੇ ਵਾਲੇ ਬਚਨ ਕਹੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੁੱਪ ਹਨ। ਮਹਾਰਾਜ ਜੀ ਨੇ ਕੁਝ ਵੀ ਬੋਲੇ। ਸਨਮੁਖ ਬਚਨ ਭਨਿਓ ਨਹਿ ਕੈਸੇ ਵੀ ਮਹਾਰਾਜ ਨੂੰ ਭਾਵੇਂ ਕਿੰਨੇ ਵੀ ਉਹਨਾਂ ਨੇ ਦੁੱਖ ਵਾਲੇ ਬਚਨ ਕਹੇ, ਤੇ ਮਹਾਰਾਜ ਨੇ ਜਵਾਬ ਕੁਝ ਨਾ ਦਿੱਤਾ, ਚੁੱਪ ਰਹੇ। ਸੁਣੀ ਅਜੀਤੇ ਜਬ ਅਸ ਗਾਥਾ। ਸੋ ਹੁਣ ਅਜਿੱਤਾ ਜਿਹੜਾ ਸੀਗਾ ਉਹ ਵੀ ਕੋਲ ਖੜਾ ਸੀ, ਉਹਨੇ ਸੁਣਿਆ
ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕਿੰਨੇ ਕਠੋਰ ਬਚਨ ਕਹਿ ਰਹੇ ਹਨ। ਮੂਲਾ ਲਰਤ ਗੁਰੂ ਕੇ ਸਾਥਾ, ਕਹਿੰਦੇ ਮੂਲਾ ਲਰਤ ਗੁਰੂ ਕੇ ਸਾਥਾ, ਕਹਿੰਦੇ ਸੁਣੀ ਅਜੀਤੇ ਜਬ ਅਸ ਗਾਥਾ। ਵੀ ਉਹਨੇ ਜਦੋਂ ਸੁਣਿਆ ਵੀ ਮੂਲਾ ਤੇ ਉਹਦੀ ਘਰਵਾਲੀ ਆ ਕੇ ਗੁਰੂ ਨਾਨਕ ਸਾਹਿਬ ਜੀ ਨਾਲ ਲੜ ਰਹੇ ਹਨ। ਦੌੜਿਓ ਘਰ ਤੇ ਤੂਰਨ ਆਵਾ, ਅਜੀਤਾ ਜਿਹੜਾ ਹੈ ਘਰ ਵਿੱਚ ਸੀ ਉਸ ਵੇਲੇ, ਉਹ ਦੌੜ ਕੇ ਆਇਆ ਭੱਜ ਕੇ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕਹਿ ਰਹੇ ਹਨ। ਹਾਂਜੀ, ਵੀ ਮੇਰਾ ਗੁਰੂ ਹੈ, ਮੇਰਾ ਪਰਮਾਤਮਾ ਹੈ, ਉਹਨਾਂ ਬਾਰੇ ਕੀ ਕਹਿ ਰਹੇ ਹਨ। ਉਹ ਵਿਚਾਰਾ ਭੱਜਿਆ ਆਇਆ। 380 ਬਚਨ ਇਲਾਵਾ, ਕਹਿਣ ਲੱਗੇ ਆ ਕਰਕੇ ਉਹਨਾਂ ਨੂੰ ਮੂਲੇ ਨੂੰ ਤੇ ਜਿਹੜਾ ਹਨ ਚੰਦੋ ਰਾਣੀ ਜੀ ਨੂੰ ਉਹਨਾਂ ਨੇ ਆ ਕੇ ਕਿਹਾ, ਅਜੀਤਾ ਨੇ। ਅਜੀਤਾ ਰੰਧਾਵਾ ਕੇ ਕਹਿੰਦਾ ਹੈ ਉਹਨਾਂ ਨੂੰ, ਉੱਚੇ ਕਹਿ ਕਿਉਂ ਸੀਸ ਖਪਾਵਤ, ਕਹਿਣ ਲੱਗੇ ਤੁਸੀਂ ਉੱਚਾ ਬੋਲ ਬੋਲ ਕੇ ਆਪਣਾ ਸਿਰ ਕਿਉਂ ਖਪਾਉਂਦੇ ਹੋ, ਕਿਉਂ ਇੱਥੇ ਉੱਚਾ ਬੋਲਦੇ ਹੋ। ਇੱਥੇ ਕਿਹੜੇ ਕੋਈ ਬੋਲਾ ਬੰਦਾ ਬੈਠਾ ਹੈ ਵੀ ਜਿਹਨੂੰ ਨਹੀਂ ਸੁਣਦਾ। ਕਿਉਂ ਤੁਮ ਦੁਖੀ ਹੋਏ ਪਛਤਾਵਤ, ਕਿਉਂ ਤੁਸੀਂ ਦੁਖੀ ਹੋ ਕੇ ਪਛਤਾ ਰਹੇ ਹੋ। ਮਹਾਪੁਰਖ ਔਰ ਮਤੋ ਉਚੇਰਾ, ਦੇਖੋ ਗੁਰੂ ਨਾਨਕ ਤਾਂ ਮਹਾਪੁਰਖ ਹੈ, ਮਤੋ ਉਚੇਰੋ। ਕਹਿਣ ਲੱਗੇ ਇਹਨਾਂ ਦਾ ਮਤ ਬੜਾ ਉੱਚਾ ਹੈ, ਤੁਸੀਂ ਨਹੀਂ ਸਮਝ ਸਕਦੇ। ਭੇਦ ਨਾ ਜਾਣ ਸਕੋ ਇਨ ਕੇਰਾ, ਕਹਿਣ ਲੱਗੇ ਤੁਸੀਂ ਕਿਤੇ ਵੀ ਇਹਨਾਂ ਦਾ ਭੇਦ ਨਹੀਂ ਜਾਣ ਸਕੋਗੇ, ਅਸਲ ਵਿੱਚ ਕੌਣ ਹਨ। ਤੁਹਾਨੂੰ ਨਹੀਂ ਇਹ ਗੱਲ ਦਾ ਪਤਾ ਲੱਗਣਾ। ਬਿਨਾ ਹੇਤ ਤੇ ਆਨ ਅਕਾਵਤ, ਦੇਖੋ ਬਿਨਾ ਕਾਰਨ ਤੋਂ ਹੀ ਤੁਸੀਂ ਆ ਕੇ ਅੱਕੇ ਫਿਰਦੇ ਹੋ। ਤੁਹਾਨੂੰ ਕੁਝ ਵੀ ਇਹਨਾਂ ਨੇ ਨਹੀਂ ਕਿਹਾ, ਤੁਸੀਂ ਅੱਕੇ ਫਿਰਦੇ ਹੋ। ਹਾਂਜੀ, ਇਹ ਅੱਕਣ ਦਾ ਜਿਹੜਾ ਹੈ ਮਤਲਬ ਕੀ ਹੈ, ਕਿਉਂ ਅੱਕੇ ਫਿਰਦੇ ਹੋ। ਇਹ ਕਿ ਤੁਹਾਡੇ ਘਰ ਜਾ ਕੇ ਮੰਗਦਾ ਹੈ ਖਾਣ ਵਾਸਤੇ, ਜਾਂ ਤੁਹਾਡੇ ਘਰ ਵਿੱਚ ਕੁਝ ਮੰਗਿਆ ਹੋਵੇ, ਡਿਮਾਂਡ ਕੀਤਾ ਹੋਵੇ, ਇਹਨਾਂ ਨੇ ਤੁਹਾਨੂੰ ਕੁਝ ਵੀ ਨਹੀਂ ਕਿਹਾ ਤੇ ਤੁਸੀਂ ਕਿਉਂ ਅੱਕੇ ਫਿਰਦੇ ਹੋ ਆਪਣੇ ਆਪ 'ਚ। ਇਹ ਨਾ ਹੈ ਤੁਮਕੋ ਕਛੂ ਦੁਖਾਵਤ, ਇਹਨਾਂ ਨੇ ਤਾਂ ਤੁਹਾਨੂੰ ਕੁਝ ਵੀ ਨਹੀਂ ਕੀਤਾ ਜਿਹੜਾ ਤੁਹਾਨੂੰ ਦਿਖਾਉਣ ਵਾਸਤੇ ਜਾਂ ਤੁਹਾਨੂੰ ਦੁੱਖ ਦੇਣ ਵਾਸਤੇ ਇਹਨਾਂ ਨੇ ਕੁਝ ਵੀ ਨਾ ਕੀਤਾ। ਨਹੀਂ ਬਿਗਾਰਤ ਕਾਰਜ ਰਾਈ, ਦੇਖੋ ਤੁਹਾਡਾ ਕਾਰਜ ਕੋਈ ਵਿਗਾੜਿਆ ਗੁਰੂ ਨਾਨਕ ਨੇ। ਕੋਈ ਕਾਰਜ ਥੋੜਾ ਜਿਹੜਾ ਚੱਲਦਾ ਸੀ ਕੋਈ ਵਿਗਾੜ ਕੇ ਰੱਖਿਆ ਹੋਵੇ, ਕਿਤੇ ਵਿਗਾੜਿਆ ਤੁਹਾਡਾ ਕੋਈ ਕੰਮ। ਕਛੂ ਨਾ ਜਾਚਤ ਤੁਮ ਧਿਗ ਜਾਏ, ਦੇਖੋ ਕਿਤੇ ਵੀ ਇਹਨਾਂ ਨੇ ਕੁਝ ਨਹੀਂ ਕਿਸੇ ਤੋਂ ਮੰਗਿਆ। ਕਹੋ ਕਠੋਰ ਗਿਰਾ ਦੁਖਦਾਈ, ਤੁਸੀਂ ਕਠੋਰ ਗਿਰਾ ਕਰਕੇ ਕਿਉਂ ਜਿਹੜਾ ਹਨ ਇਹ ਦੁਖਦਾਈ ਦੁੱਖ ਦੇਣ ਵਾਲੇ ਜਿਹੜੇ ਬਚਨ ਕਿਉਂ ਕਰਦੇ ਹੋ ਤੁਸੀਂ। ਨਾਹਕ ਰੋਸ ਕਰੋ ਅਕੁਲਾਈ, ਐਵੇਂ ਜਿਹੜਾ ਹੈ ਵਿਆਕੁਲ ਹੋ ਕੇ ਇਹ ਜਿਹੜਾ ਹੈ ਬਿਨਾਂ ਕਾਰਨ ਤੋਂ ਗੁੱਸਾ ਕਿਉਂ ਕਰਦੇ ਹੋ। ਭਇਓ ਫਕੀਰ ਬ੍ਰਿਕਤ ਮਨ ਮਾਹੀ, ਦੇਖੋ ਇਹ ਜਿਹੜੇ ਹਨ ਇਹ ਫਕੀਰ ਹੋ ਕੇ ਆਪਣੇ ਮਨ ਵਿੱਚੋਂ ਸਾਰਾ ਮੋਹ ਤਿਆਗ ਕਰਕੇ ਇਹ ਸੰਸਾਰ ਦੇ ਵਿਸ਼ੇ ਵਿਕਾਰ ਵੀ ਇਹਨਾਂ ਦੇ ਨੇੜੇ ਵੀ ਨਹੀਂ ਹਨ। ਇਸ ਕਰਕੇ ਇਹਨਾਂ ਨੂੰ ਕੁਝ ਵੀ ਲੋੜ ਨਹੀਂ ਇਹ ਸੰਸਾਰ ਦੇ, ਕਿਉਂਕਿ ਇਹ ਦੇਣ ਵਾਲੇ ਹਨ, ਇਹ ਲੈਣ ਵਾਲਿਆਂ ਵਿੱਚੋਂ ਨਹੀਂ। ਅਬ ਤੁਮ ਕਾਜ ਰਹਿਓ ਕੋ ਨਾਹੀ, ਦੇਖੋ ਹੁਣ ਤੁਹਾਡਾ ਕੋਈ ਕਾਰਜ ਨਹੀਂ ਰਹਿ ਗਿਆ, ਇੱਥੇ ਕੋਈ ਕੰਮ ਨਹੀਂ ਰਹਿ ਗਿਆ। ਕਰ ਸੰਤੋਖ ਸਦਨ ਨਿਜ ਬੈਸ ਹੋ, ਇਸ ਕਰਕੇ ਤੁਸੀਂ ਸੰਤੋਖ ਕਰਕੇ ਆਪਣੇ ਘਰ ਵਿੱਚ ਜਾ ਕੇ ਬੈਠੋ, ਤੁਹਾਨੂੰ ਕਾਹਦਾ ਫਿਕਰ ਹੈ। ਮੁਖ ਤੇ ਬਚਨ ਕਹੋ ਨਹਿ ਕੈਸ ਹੋ, ਤੇ ਐਸੇ ਬਚਨ ਭੈੜੇ ਕਠੋਰ ਤੁਸੀਂ ਨਾ ਕਹੋ ਆਪਣੇ ਮੂੰਹ ਤੋਂ। ਬੋਲਿਓ ਮੂਲਾ ਤੁਮ ਹੋ ਸਿਆਣੇ, ਉਸ ਵੇਲੇ ਮੂਲ ਚੰਦ ਨੇ ਸਤਿਗੁਰਾਂ ਦੇ ਸਹੁਰੇ ਨੇ ਜਦੋਂ ਸੁਣਿਆ ਅਜੀਤਾ ਰੰਧਾਵਾ ਤੋਂ ਐਸਾ, ਤਾਂ ਉਹ ਕਹਿਣ ਲੱਗਾ ਭਾਈ ਮੂਲਾ ਜੀ, ਕਹਿੰਦੇ ਤੁਮ ਹੋ ਸਿਆਣੇ, ਕਹਿੰਦੇ ਅਜੀਤਾ ਤੂੰ ਤਾਂ ਸਿਆਣਾ ਹੈ। ਸੁਨੋ ਚੌਧਰੀ ਸਭ ਵਿਦ ਜਾਣੇ, ਕਹਿੰਦੇ ਚੌਧਰੀ ਜੀ, ਅਜੀਤਾ ਜੀ ਨੂੰ ਚੌਧਰੀ ਕਹਿੰਦੇ ਹਨ। ਕਹਿੰਦੇ ਚੌਧਰੀ ਜੀ ਸਾਰੀਆਂ ਗੱਲਾਂ ਕਰਕੇ ਤੁਸੀਂ ਸਿਆਣੇ, ਤੁਸੀਂ ਜਾਣਦੇ ਹੋ। ਪ੍ਰਿਥ ਮੈਂ ਇਸ ਢਿਗ ਦਰਬ ਘਨੇਰਾ, ਦੇਖੋ ਕਹਿੰਦੇ ਪਹਿਲਾਂ ਸੁਲਤਾਨਪੁਰ ਵਿੱਚ ਇਹਦੇ ਕੋਲ ਬਹੁਤ ਜ਼ਿਆਦਾ ਪੈਸਾ ਸੀ, ਇਹਨੇ ਬਹੁਤ ਪੈਸਾ ਕਮਾਇਆ ਸੀ ਉੱਥੇ। ਦਇਓ ਲੁਟਾਏ ਸਰਬ ਬਿਨ ਦੇਰਾ, ਉਹਨੇ ਲੁਟਾ ਦਿੱਤਾ ਜੀ ਸਾਰਾ ਉੱਥੇ ਸੁਲਤਾਨਪੁਰ ਵਿੱਚ ਲੁਟਾ ਦਿੱਤਾ, ਸਾਰੇ ਫਕੀਰਾਂ ਨੂੰ ਹੀ ਦੇ ਦਿੱਤਾ, ਉੱਥੇ ਵੰਡ ਦਿੱਤਾ, ਗਰੀਬਾਂ ਨੂੰ ਦੇ ਦਿੱਤਾ। ਦੇਖੋ ਨਾ ਬੰਦਾ ਕਿੱਥੇ ਫਸਿਆ ਰਹਿੰਦਾ ਹੈ, ਕਿੰਨੇ ਸਾਲ ਪਿੱਛੇ ਦੀ ਗੱਲ ਉੱਥੇ ਫਸੇ ਰਹੇ। ਉਹਨਾਂ ਨੂੰ ਕੀ ਪਤਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਤਾਂ ਮਾਇਆ ਬੈਠੀ ਹੈ, ਸਾਰੀ ਦੁਨੀਆ ਦਾ ਖਜ਼ਾਨਾ ਹੈ ਸਤਿਗੁਰੂ ਜੀ ਚਰਨ, ਜਿੱਥੇ ਵੀ ਮਹਾਰਾਜ ਦੇ ਚਰਨ ਲੱਗ ਜਾਣ ਉੱਥੇ ਖਜ਼ਾਨੇ ਪੈਦਾ ਹੋ ਜਾਂਦੇ ਨੇ। ਹਾਂਜੀ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ, ਉੱਥੇ ਫਸੇ ਰਹੇ ਵਿਚਾਰੇ। ਇਤਨੇ ਗੁਣੀ ਨਾ ਨਿਜ ਮਨ ਮਾਹੀ, ਕਹਿਣਗੇ ਇੰਨੀ ਜਿਹੜੀ ਹਨ ਗੱਲ ਜਿਹੜੀ ਹੈ ਇਹਨਾਂ ਨੇ ਨਾ ਸੋਚੀ। ਗੁਰੂ ਨਾਨਕ ਨੇ ਸੁਲਤਾਨਪੁਰ ਵਿੱਚ ਜਦੋਂ ਮੁੱਦੀਖਾਨਾ ਚਲਾਉਂਦੇ ਸਨ, ਸੁਤ ਬਨਤਾ ਕਿਹ ਥਲ ਤੇ ਖਾਹੀ, ਵੀ ਇਹਨਾਂ ਦੇ ਪੁੱਤਰ ਤੇ ਇਹਨਾਂ ਦੀ ਇਸਤਰੀ ਕਿੱਥੋਂ ਖਾਵੇਗੀ, ਕੌਣ ਇਹਨਾਂ ਨੂੰ ਜਿਹੜਾ ਹੈ ਖਿਲਾਵੇਗਾ। ਵੀ ਪੈਸਾ ਕਾਹਨੂੰ ਲੁਟਾਉਣਾ ਸੀ, ਆਪਣੀ ਘਰਵਾਲੀ ਤੇ ਬੱਚਿਆਂ ਨੂੰ ਦੇ ਦਿੰਦੇ। ਦੇਖੋ ਉਹ ਪੈਸਾ ਸਤਿਗੁਰਾਂ ਨੇ ਇੰਨਾ ਦਾਨ ਕੀਤਾ ਕਿ ਉਹ ਪੈਸਾ ਮੂਲ ਚੰਦ ਕਹਿੰਦੇ ਹਨ ਵੀ ਸਾਰੀ ਉਮਰ ਵੀ ਭਾਵੇਂ ਮਾਤਾ ਜਿਹੜੇ ਹਨ ਖਾਈ ਜਾਂਦੇ, ਮਹਾਰਾਜ ਦੇ ਪੁੱਤਰ ਛਕੀ ਜਾਂਦੇ, ਤਾਂ ਵੀ ਕੁਛ ਨਾ ਮੁੱਕਣਾ ਨਹੀਂ ਸੀ। ਦੇਖੋ ਇੰਨਾ ਪੈਸਾ ਸੀ। ਸਭ ਵਿਵਹਾਰ ਦਰਬ ਤੇ ਹੋਈ, ਦੇਖੋ ਕਹਿੰਦੇ ਸਾਰੇ ਕਾਰਜ ਤਾਂ ਮਾਇਆ ਕਰਕੇ ਹੁੰਦੇ ਨੇ। ਸੋ ਇਨ ਦੀਨ ਅਕਾਰਥ ਖੋਈ, ਤੇ ਅਕਾਰਥ ਬਿਨਾਂ ਕਾਰਨ ਤੋਂ ਹੀ ਸਾਰਾ ਕੁਝ ਇਹਨਾਂ ਨੇ ਵੰਡ ਦਿੱਤਾ ਲੈ, ਬਿਨਾਂ ਕਾਰਨ ਤੋਂ। ਕਹਿੰਦੇ ਇਸੇ ਤਰ੍ਹਾਂ ਹੀ ਉੱਥੇ ਵੰਡ ਕੇ ਆਗੇ, ਗਵਾ ਕੇ ਆਗੇ, ਲੁਟਾ ਕੇ ਆਗੇ। ਬਹੁਰੋ ਤਜੀ ਜਗਤ ਕੀ ਲਾਜਾ, ਫੇਰ ਇਹਨਾਂ ਨੇ ਕੀ ਕੀਤਾ, ਜਿਹੜਾ ਹਨ ਜਗਤ ਦੀ ਸੰਸਾਰ ਦੀ ਲਾਜ ਸ਼ਰਮ ਵੀ ਛੱਡ ਦਿੱਤੀ। ਇਹਨਾਂ ਨੇ ਸੰਸਾਰ ਦੀ ਪਰਵਾਹੀ ਕੋਈ ਨਾ ਕੀਤੀ। ਵੇਖ ਫਕੀਰੀ ਤਨ ਮੈਂ ਸਾਜਾ, ਇਹਨਾਂ ਨੇ ਫਕੀਰੇ ਭੇਸ ਧਾਰਨ ਕਰ ਲਿਆ ਆ ਕੇ। ਪਰਦੇਸਨ ਗਮਨਿਓ ਬਹੁ ਕਾਲਾ, ਫੇਰ ਇੱਥੋਂ ਤੱਕ ਨਹੀਂ ਗੱਲ ਮੁੱਕੀ, ਫੇਰ ਇਹ ਦੇਸ਼ ਛੱਡ ਕੇ ਚਲੇ ਗਏ।
ਇਹ ਜਿਹੜਾ ਹਨ ਦੇਸ਼ ਭਾਰਤ ਦੇਸ਼ 'ਚ ਨਹੀਂ ਰਹੇ, ਬਾਹਰ ਤੁਰਦੇ ਫਿਰਦੇ ਰਹੇ। ਅਬ ਆਇਓ ਨਿਜ ਤਜਤ ਨਾ ਚਾਲਾ। ਹੁਣ ਜੇ ਚੱਲ ਕੇ ਆ ਗਏ ਜੀ, ਹੁਣ ਚੱਲ ਕੇ ਆਏ ਆ, ਕਹਿੰਦੇ ਤਜਤ ਨਾ ਚਾਲਾ, ਹਜੇ ਤੱਕ ਵੀ ਉਹ ਜਿਹੜਾ ਫਕੀਰ ਦਾ ਭੇਸ ਛੱਡਦੇ ਨਹੀਂਗੇ। ਬੈਠ ਸਮੀਪ ਦਹਿਤ ਨਿਤ ਛਾਤੀ। ਹੁਣ ਸਾਡੇ ਕੋਲ ਆ ਕੇ ਬਹਿ ਗਏ ਸਾਡੀ ਛਾਤੀ ਨੂੰ ਸਾੜਨ ਵਾਸਤੇ। ਹੋਰ ਇਸ ਕੀ ਚਿੰਤ ਹਮ ਹੈ ਦਿਨ ਰਾਤੀ। ਇਹਦੀ ਚਿੰਤਾ ਸਾਨੂੰ ਦਿਨ ਰਾਤ ਹੀ ਲੱਗੀ ਰਹਿੰਦੀ ਹੈ। ਜੇ ਸ਼ਰੀਕ ਸਭ ਹਸੀ ਉਚਾਰੈ। ਸਾਰੇ ਸਾਡੇ ਜਿਹੜੇ ਸ਼ਰੀਕ ਹਨ, ਸਾਡੇ ਚਾਚੇ ਤਾਏ ਜਾਂ ਭੈਣ ਭਰਾ ਜਿਹੜੇ ਹਨ, ਉਹ ਸਾਰੇ ਸਾਡੇ ਤੇ ਹਾਸੀ ਮਖੌਲ ਕਰਦੇ ਹਨ। ਇਹਨਾਂ ਨੇ ਕਹੇ ਕੀ ਸੰਕ ਵਿਚਾਰ। ਪਰ ਇਹਨਾਂ ਨੇ ਤਾਂ ਕਿਸੇ ਦੀ ਸੰਕ ਨਹੀਂ ਵਿਚਾਰੀ, ਇਹਨਾਂ ਨੂੰ ਤਾਂ ਕੋਈ ਪਰਵਾਹ ਨਹੀਂ ਹੈਗੀ। ਲੋਕ ਸਾਡੇ ਤੇ ਹੱਸਦੇ ਨੇ ਤੇ ਇਹ ਚੁੱਪ ਕਰਕੇ ਆਪਣਾ ਫਕੀਰ ਬਣੇ ਫਿਰਦੇ ਹਨ। ਬਹੁਰ ਅਜੇਤਾ ਬੋਲਿਓ ਬਾਣੀ। ਇਹ ਸੁਣ ਕਰਕੇ ਅਜਿੱਤਾ ਰੰਧਾਵਾ ਬੋਲੇ, ਸੁਣਿਓ ਚਾਚਾ ਤੁਮ ਕਹਿਤ ਸਿਆਣੀ। ਹੁਣ ਰਿਸ਼ਤੇ ਦੇ ਵਿੱਚ ਤਾਂ ਪਿੰਡ ਦੇ ਕਰਕੇ ਇੱਕ ਥਾਂ ਤੇ ਰਹਿਣ ਕਰਕੇ ਚੱਚਾ ਜਿਹੜਾ ਹੈ ਚਾਚਾ ਕਹਿ ਲਈਏ, ਕਹਿੰਦੇ ਸੁਣੋ ਚੱਚਾ, ਹੇ ਚਾਚਾ ਜੀ ਮੂਲ ਚੰਦ ਜੀ ਸੁਣੋ, ਤੁਮ ਕਹਿਤ ਸਿਆਣੇ, ਕਹਿਣ ਲਗੇ ਜੋ ਤੁਸੀਂ ਕਹਿੰਦੇ ਹੋ ਚਲੋ ਇਹ ਸਿਆਣੀ ਗੱਲ ਹੈ। ਜੋ ਪਰੰਤ ਹੋਵੇ ਸੰਸਾਰੀ। ਕਹਿਣ ਲਗੇ ਇਹ ਤਾਂ ਜਿਹੜਾ ਹਨ ਪਰ ਪਰਯੰਤ ਹੋਵੇ ਸੰਸਾਰੀ, ਪਰ ਜਿਹੜਾ ਤਾਂ ਸੰਸਾਰ ਦੇ ਵਿੱਚ ਮਿਲਿਆ ਹੋਵੇ ਉਹਦੇ ਵਾਸਤੇ ਗੱਲਾਂ ਲਾਗੂ ਨੇ। ਜਿਹੜਾ ਸੰਸਾਰ ਦੇ ਵਿੱਚ ਰਹਿ ਕੇ ਸੰਸਾਰੀ ਬੰਦਾ ਹੈ ਉਹਦੇ ਤੇ ਤਾਂ ਲਾਗੂ ਹੁੰਦੀਆਂ ਹਨ। ਜਿਸ ਕੋ ਚਾਹਤ ਸੋ ਅਸ ਹਾਂ, ਵਿਵਹਾਰੀ। ਉਹਨਾਂ ਵਾਸਤੇ ਐਸਾ ਕਰਨਾ ਚਾਹੀਦਾ ਹੈ ਜਿਵੇਂ ਨਾਰਮਲ ਕੋਈ ਬੰਦਾ ਹੋਵੇ, ਉਹ ਨਾਰਮਲ ਜਿਹੜੀ ਹੈ ਨਾ ਫੈਮਿਲੀ ਲਾਈਫ ਗ੍ਰਿਸ਼ਤੀ ਵਿੱਚ ਰਹਿੰਦਾ ਹੋਵੇ, ਉਹਦੇ ਵਾਸਤੇ ਇਹ ਗੱਲਾਂ ਠੀਕ ਹਨ, ਇਹ ਠੀਕ ਲੱਗਦੀਆਂ ਹਨ। ਇਨਕੋ ਸੁਪਨੇ ਮੋਹ ਨਾ ਆਵੇ। ਪਰ ਕਹਿੰਦੇ ਇਹਨਾਂ ਦੀ ਗੱਲ ਤੁਸੀਂ ਕੀ ਕਰਦੇ ਹੋ, ਇਹਨਾਂ ਨੂੰ ਤਾਂ ਸੁਪਨੇ ਵਿੱਚ ਵੀ ਮੋਹ ਨਹੀਂ ਹੈਗਾ, ਅਟੈਚਮੈਂਟ ਤਾਂ ਇਹਨਾਂ ਦਾ ਸੁਪਨੇ ਵਿੱਚ ਵੀ ਨਹੀਂ ਹੈਗਾ। ਰਹਿਤ ਆਪ ਤਸ ਜਸ ਮਨ ਭਾਵੈ। ਦੇਖੋ ਇਹ ਤਾਂ ਉਵੇਂ ਰਹਿੰਦੇ ਜਿਵੇਂ ਇਹਨਾਂ ਨੂੰ ਭਾਉਂਦਾ, ਜਿਵੇਂ ਇਹਨਾਂ ਦੀ ਖੁਸ਼ੀ ਹੈ, ਕਿਉਂਕਿ ਮਾਲਕ ਹਨ, ਇਹ ਕਿਹੜੇ ਨੌਕਰ ਹਨ। ਹਾਂਜੀ, ਨੌਕਰਾਂ ਨੂੰ ਫਿਕਰ ਹੁੰਦਾ ਹੈ, ਮਾਲਕਾਂ ਨੂੰ ਨਹੀਂ ਹੁੰਦਾ। ਮਾਲਕ ਨੇ ਤਾਂ ਆਪਣੀ ਮਰਜ਼ੀ ਕਰਨੀ ਹੁੰਦੀ ਹੈ। ਇਨਕੇ ਆਗਿਆ ਤੂਸਨ ਠਨ ਹੋ। ਇਸ ਕਰਕੇ ਇਹਨਾਂ ਦੇ ਅੱਗੇ ਤਾਂ ਚੁੱਪੇ ਰਹੋ, ਤੁਸੀਂ ਮੇਰੀ ਗੱਲ ਮੰਨ ਲਓ। ਹੁਣ ਇਸ ਬਿਦ ਆਪਣਾ ਭਲਾ ਪਛਾਨੋ। ਇਹਦੇ ਵਿੱਚ ਆਪਣਾ ਭਲਾ ਜਾਣੋ। ਮੂਲਾ ਕਹੈ ਨਾ ਹਉ ਅਬ ਕਹਉ। ਹੁਣ ਮੂਲਾ ਕਹਿਣ ਲੱਗਾ ਅੱਕ ਗਿਆ ਜੀ। ਹੁਣ ਕਹਿੰਦਾ ਵੀ ਅਜੀਤਾ ਰੰਧਾਵਾ ਚੌਧਰੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਦਾ ਹੈ। ਅਜੀਤਾ ਰੰਧਾਵਾ ਗੁੱਸੇ ਚ ਆ ਕੇ ਕਹਿੰਦਾ ਚਲੋ ਮੈਂ ਹੁਣ ਨਹੀਂ ਕੁਝ ਕਹਿੰਦਾ, ਮੈਂ ਚੁੱਪ ਹੀ ਹਾਂ। ਨਿਜ ਪਰਿਵਾਰ ਸੰਭਾਰਿਆ ਚਹੋ। ਚੱਲ ਜੇ ਮੈਂ ਨਹੀਂ ਹੁਣ ਕੁਝ ਬੋਲਦਾ, ਚੁੱਪ ਕਰਕੇ ਆਪਣੇ ਪਰਿਵਾਰ ਨੂੰ ਸੰਭਾਲੇ। ਹੁਣ ਮੈਂ ਤਾਂ ਇਹੀ ਕਹਿਣਾ ਹੈ, ਹਾਂਜੀ, ਵੀ ਆਪਣੇ ਪਰਿਵਾਰ ਨੂੰ ਸੰਭਾਲ ਲਵੇ। ਹੁਣ ਸਭ ਕੋ ਖਰਚ ਭਰਿਓ ਘਰ ਮੇਰੇ। ਦੇਖੋ ਕਹਿੰਦਾ ਮੇਰੇ ਸਿਰ ਤੇ ਸਾਰਾ ਖਰਚਾ ਪੈ ਗਿਆ ਇਹਦੇ ਪਰਿਵਾਰ ਦਾ, ਮੈਨੂੰ ਇਹਦੇ ਪੁੱਤਰਾਂ ਨੂੰ ਛਕਾਉਣਾ ਪੈਂਦਾ ਹੈ, ਇਹਦੀ ਜਿਹੜੀ ਘਰ ਵਾਲੀ ਆ ਮੇਰੀ ਪੁੱਤਰੀ ਆ ਉਹਨੂੰ ਵੀ ਮੈਨੂੰ ਛਕਾਉਣਾ ਪੈਂਦਾ ਹੈ, ਸਾਰਾ ਜਿਹੜਾ ਬੋਝ ਮੇਰੇ ਸਿਰ ਤੇ ਪੈ ਗਿਆ। ਮੂਲਾ ਖੱਤਰੀ ਕਹਿੰਦਾ ਇਨ ਸਦ ਲਈ ਨਾ ਕਬ ਮੁਰ ਹੇਰੇ। ਕਹਿਣ ਲਗੇ ਇਹਨੇ ਕਿਤੇ ਵੀ ਮੇਰੀ ਖਬਰ ਨਹੀਂ ਲਈ, ਇਹਨੇ ਕਿਤੇ ਵੀ ਆ ਕੇ ਮੇਰੀ ਖਬਰ ਨਹੀਂ ਲਈ, ਮੇਰੇ ਉੱਤੇ ਇੰਨੀ ਰਿਸਪੌਂਸਿਬਿਲਿਟੀ ਪੈ ਗਈ, ਇੰਨਾ ਭਾਰ ਪੈ ਗਿਆ, ਇਹਨੇ ਕਿਤੇ ਵੀ ਮੈਨੂੰ ਆ ਕੇ ਇਹ ਨਹੀਂ ਪੁੱਛਿਆ ਵੀ ਤੈਨੂੰ ਕੋਈ ਚੀਜ਼ ਦੀ ਲੋੜ ਆ ਕਿ ਨਹੀਂ। ਸੁਦਾ ਹੋਏ ਨਾ ਇਹ ਮਮ ਭਾਖੇ। ਕਹਿੰਦੇ ਇਹ ਮੇਰੇ ਜਿਹੜਾ ਹਨ ਮੇਰੇ ਆਖੇ ਜਿਹੜਾ ਹੁਣ ਤੱਕ ਨਹੀਂ ਸਿੱਧਾ ਹੋਇਆ, ਨਹੀਂ ਤੇ ਟੇਢੇ ਮਾਰਗ ਪਗ ਰਾਖੇ। ਬਸ ਟੇਢਾ ਹੀ ਰਿਹਾ ਇਹਦੇ ਮਾਰਗ, ਇਹਦਾ ਰਸਤਾ ਟੇਢਾ ਹੀ ਰਿਹਾ ਸਾਡੇ ਨਾਲੋਂ। ਦੋਹਰਾ ਸੁਨ ਮਹਿਤਾ ਸ੍ਰੀ ਚੰਦ ਪੁਨ ਦੂਜੋ ਲਖਮੀ ਦਾਸ। ਹੁਣ ਬਾਬਾ ਅਜੀਤਾ ਜਿਹੜਾ ਹਨ ਅਜੀਤਾ ਰੰਧਾਵਾ ਜਿਹੜਾ ਸੀ ਉਹ ਬੋਲਿਆ, ਕਹਿੰਦਾ ਜਿਹੜਾ ਹਨ ਸੁਨ ਮਹਿਤਾ, ਕਿਉਂਕਿ ਪਟਵਾਰੀ ਸੀ ਨਾ ਮੂਲ ਚੰਦ ਜੀ, ਸੋ ਕਹਿੰਦੇ ਜਿਹੜਾ ਸੁਨ ਮਹਿਤਾ ਸ੍ਰੀ ਚੰਦ ਪੁਨ ਦੂਜੋ ਲਖਮੀ ਦਾਸ, ਕਹਿੰਦੇ ਦੋ ਹੀ ਪੁੱਤਰ ਹਨ ਨਾ, ਦੋ ਸਾਹਿਬਜ਼ਾਦੇ ਨਾ ਗੁਰੂ ਸਾਹਿਬ ਦੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ। ਤਰਨ ਬੈਸ ਤਿਨ ਕੀ ਭਈ ਖਟ ਹੈ ਅਬ ਧਨ ਰਾਸ। ਦੇਖੋ ਕਹਿੰਦੇ ਹੁਣ ਤਾਂ ਇਹਨਾਂ ਦੀ ਜਵਾਨ ਦੀ ਉਮਰ ਹੋ ਗਈ, ਜਵਾਨੀ ਵਿੱਚ ਆ ਗਏ ਹਨ, ਇਹ ਤਾਂ ਹੁਣ ਆਪ ਕਮਾਈ ਕਰਕੇ ਖਾ ਸਕਦੇ ਹਨ। ਚੌਪੇ ਤਿਨ ਕੀ ਮਾਤ ਸੁਸਾ ਸਮਹੇਰੀ। ਕਹਿਣ ਲਗੇ ਦੇਖੋ ਮਾਤਾ ਸੁਲੱਖਣੀ ਜੀ, ਕਹਿੰਦੇ ਇਹਨਾਂ ਦੀ ਜਿਹੜੀ ਮਾਂ ਹੈ, ਮਾਤਾ ਹੈ, ਉਹ ਮੇਰੀ ਭੈਣ ਲੱਗਦੀ ਹੈ। ਜੇ ਉਹ ਰਿਸ਼ਤੇ ਵਿੱਚ ਤਾਂ ਮੇਰੀ ਭੈਣ ਹੈ। ਅਜੀਤਾ ਰੰਧਾਵਾ ਕਹਿੰਦਾ ਹਾਂ ਕਰ ਹੋ ਤੇ ਸੇਵਕ ਨੇ। ਮੈਂ ਇਹਨਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ, ਮੈਂ ਇਹਨਾਂ ਦੀ ਸੇਵਾ ਕਰਾਂਗਾ, ਇਹਨਾਂ ਦੀ ਰਿਸਪੌਂਸਿਬਿਲਿਟੀ ਮੈਂ ਲਵਾਂਗਾ। ਪਠੋ ਸਦਨ ਮਮ ਬਿਲਮ ਨ ਲਾਵੋ। ਇਸ ਕਰਕੇ ਮੂਲ ਚੰਦ ਨੂੰ ਕਹਿਣ ਲਗੇ ਇਹਨਾਂ ਨੂੰ ਮੇਰੇ ਘਰ ਭੇਜ ਦੇ, ਮੈਂ ਇਹਨਾਂ ਨੂੰ ਸੰਭਾਲਾਂਗਾ। ਕਛ ਨ ਹਿਰਦੇ ਸੰਦੇਹ ਉਠਾਵੋ। ਇਸ ਕਰਕੇ ਤੂੰ ਦੁਖੀ ਨਾ ਹੋ, ਤੂੰ ਕੋਈ ਸ਼ੰਕਾ ਕੋਈ ਦੁੱਖ ਆਪਣੇ ਮਨ ਚੋਂ ਨਾ ਉਠਾ। ਜੇ ਤੈਨੂੰ ਇਹ ਭਾਰ ਔਖਾ ਲੱਗਦਾ ਤੂੰ ਮੇਰੇ ਘਰ ਭੇਜ ਦੇ, ਮੈਂ ਸੰਭਾਲ ਲੈਂਦਾ ਇਹਨਾਂ ਦੇ ਪਰਿਵਾਰ ਨੂੰ। ਮੂਲਾ ਕਹੈ ਨਾ ਇਉ ਬਨ ਆਵੇ। ਮੂਲਾ ਫੇਰ ਖੜ ਗਿਆ। ਹੁਣ ਇੱਜ਼ਤ ਵੀ ਪਿਆਰੀ ਆ, ਆਪਣੀ ਛਾਤੀ ਵੀ ਜਿਹੜਾ ਹਨ ਉਹ ਰੱਖਣੀ ਆ, ਇੱਜ਼ਤ ਮਾਣ ਵੀ ਰੱਖਣਾ ਹੈ। ਮੂਲਾ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ, ਹਮਰੀ ਨਿੰਦਾ ਜਗਤ ਅਲਾਵੇ। ਇਹਦੇ ਕਰਕੇ ਸਾਡੀ ਨਿੰਦਿਆ ਹੋ ਜਾਣੀ ਆ ਵੀ ਮੈਂ ਆਪਣੀ ਧੀ ਘਰੋਂ ਕੱਢ ਦਿੱਤੀ, ਆਪਣੇ ਦੋਤੇ ਘਰੋਂ ਕੱਢ ਦਿੱਤੇ, ਆਪਣੇ ਤਨਿਆ ਹੇਤ ਆਹਾਰਾ। ਹਾਂ ਵੀ ਮੈਂ ਆਪਣੀ ਪੁੱਤਰੀ ਵਾਸਤੇ ਦੋ ਰੋਟੀਆਂ ਨਹੀਂ ਦੇ ਸਕਦਾ। ਦੇਖੋ ਦੂਜੇ ਪਾਸੇ ਹੋ ਗਿਆ ਕਿ ਉਹ ਮੂਲ ਚੰਦ ਜਿਹੜੇ ਸਨ ਕਹਿੰਦੇ ਲੈ ਹੁਣ ਤੂੰ ਜੇ ਲੈ ਗਿਆ ਲੋਕੀ ਮੈਨੂੰ ਕਹਿਣਗੇ ਦੋ ਰੋਟੀਆਂ ਨਹੀਂ ਤੂੰ ਆਪਣੀ ਧੀ ਨੂੰ ਖਿਲਾ ਸਕਦਾ ਸੀ। ਪਰ ਘਰ ਪਠੀ ਕਹੈ
ਸੰਸਾਰਾ। ਲੋਕਾਂ ਨੇ ਤੇ ਕਹਿਣਾ ਦੂਜੇ ਪਰਾਏ ਘਰ ਵਿੱਚ ਤੂੰ ਭੇਜ ਦਿੱਤੀ ਆਪਣੀ ਧੀ ਤੇ ਆਪਣੇ ਦੋਤੇ। ਕਹੈ ਅਜਿਤਾ ਜੇ ਅਸ ਜਨ ਹੋ। ਅਜੀਤਾ ਰੰਧਾਵਾ ਕਹਿੰਦਾ ਜਮੂਲ ਚੰਦ ਜੀ ਜੇ ਤੁਸੀਂ ਐਸਾ ਜਾਣਦੇ ਹੋ ਨਿਜ ਮੁਖ ਤੇ ਤੂਸਨ ਇਹ ਮਠਾਨ ਹੋ। ਫੇਰ ਤੁਸੀਂ ਆਪਣੇ ਮੂੰਹ ਤੋਂ ਚੁੱਪੇ ਕਰ ਜਾਓ, ਫੇਰ ਬੋਲਣ ਦੀ ਕੀ ਲੋੜ ਹੈ? ਲਾਲੇ ਤਾਂ ਤੁਸੀਂ ਬੋਲਦੇ ਹੋ ਵੀ ਭਾਰ ਆ, ਮੈਂ ਥੋੜਾ ਭਾਰ ਉਠਾਉਣ ਨੂੰ ਤਿਆਰ, ਫੇਰ ਨਹੀਂ ਤੁਸੀਂ ਤਿਆਰ, ਇਸ ਕਰਕੇ ਫੇਰ ਚੁੱਪੇ ਚੰਗੀ ਹੈ। ਕਿਆ ਇਨ ਆਗੇ ਜਾਏ ਬਖਾਨਿਓ। ਫੇਰ ਇਹਨਾਂ ਦੇ ਅੱਗੇ ਆ ਕੇ ਤੁਸੀਂ ਕਿਉਂ ਰੌਲਾ ਪਾ ਰਹੇ ਹੋ? ਕੀ ਪ੍ਰੋਬਲਮ ਆ ਫਿਰ? ਜਿਨ ਕੋ ਭੇਦ ਸੋ ਜਾਏ ਨਾ ਜਾਣਿਓ। ਜਿਨ੍ਹਾਂ ਦਾ ਭੇਦ ਕੋਈ ਜਾਣ ਨਹੀਂ ਸਕਦਾ, ਤੁਸੀਂ ਕਿਵੇਂ ਜਾਣ ਲਓਗੇ ਗੁਰੂ ਨਾਨਕ ਸਾਹਿਬ ਦਾ ਭੇਦ? ਦੁੱਖ ਸੁਖ ਮਹਿ ਸਮਤਾ ਇਨ ਕੇਰੀ। ਇਹਨਾਂ ਨੂੰ ਤਾਂ ਸਮਤਾ ਹੈ, ਇੱਕੋ ਜਿਹੀ ਅਵਸਥਾ ਹੈ ਦੁੱਖ ਤੇ ਸੁਖ ਦੇ ਵਿੱਚ। ਸਾਧ ਰੂਪ ਹੈ ਬ੍ਰਿਕਤ ਕਨੇਰੀ। ਇਹ ਸਾਧੂ ਰੂਪ ਹਨ, ਇਹ ਪਰਮੇਸ਼ਰ ਰੂਪ ਹਨ, ਬਿਰਕਤ ਹਨ, ਸਾਰੇ ਸੰਸਾਰ ਤੋਂ ਉੱਤੇ ਹਨ। ਇਹਨਾਂ ਦੀ ਬ੍ਰਿਤੀ ਤਾਂ ਬਹੁਤ ਉੱਚੀ ਹੈ। ਮੂਲਾ ਭਨਤ ਕਹੈ ਜਿਹੇ ਸਾਧੂ। ਹੁਣ ਮੂਲਾ ਕਹਿਣ ਲੱਗਾ, ਇਹ ਗੱਲ ਸੁਣ ਕੇ ਭਾਈ ਅਜੀਤਾ ਰੰਧਾਵਾ ਦੀ, ਕਹਿਣ ਲੱਗਾ ਕਹੈ ਜੇ ਸਾਧੂ, ਜਿਹਨੂੰ ਤੂੰ ਸਾਧੂ ਕਹਿ ਰਿਹਾ ਹਾਂ ਨਾ, ਇਹ ਸਮ ਕੋ ਨਾ ਕਰੈ ਅਪਰਾਧੂ। ਹਾਂ, ਇਹਦੇ ਵਰਗਾ ਅਪਰਾਧੂ ਕੋਈ ਦੁਨੀਆ 'ਚ ਨਹੀਂ ਹੋਊਗਾ, ਇਹਦੇ ਵਰਗਾ ਪਾਪ ਕਰਨ ਵਾਲਾ ਬੰਦਾ ਦੁਨੀਆ ਵਿੱਚ ਨਹੀਂ ਹੋਗਾ ਜਿਹਨੂੰ ਤੂੰ ਸਾਧੂ ਕਹਿ ਰਿਹਾ ਹਾਂ। ਦੋਹਰਾ ਇਸ ਜੈਸਾ ਖੋਟਾ ਨਾ ਕੋ ਨਿਤ ਛਾਤੀ ਦੇਖੋ, ਕੇ ਦਾਹ। ਦੇਖੋ ਗੁਰੂ ਨਾਨਕ ਸਾਹਿਬ ਬਾਰੇ ਕੀ ਕਹਿ ਰਿਹਾ ਹੈ। ਮੂਲ ਚੰਦ ਜੀ ਕਹਿ ਰਹੇ ਹਨ, ਕਹਿੰਦੇ ਗੁਰੂ ਨਾਨਕ ਸਾਹਿਬ ਵਰਗਾ ਖੋਟਾ ਨਹੀਂ ਕੋਈ ਹੋਊਗਾ ਦੁਨੀਆ ਦੇ ਵਿੱਚ। ਕਹਿੰਦੇ ਹਮੇਸ਼ਾ ਮੇਰੀ ਛਾਤੀ ਨੂੰ ਸਾੜਦਾ ਹੀ ਰਿਹਾ ਇਹ, ਇਹਨੇ ਹਮੇਸ਼ਾ ਮੈਨੂੰ ਦੁੱਖ ਦਿੱਤਾ ਹੈ। ਕੌਣ ਸੁਲੱਛਣ ਸਾਧ ਕੋ ਨਾਮ ਪਰਿਓ ਜਗ ਮਾਹੇ। ਹੁਣ ਤੂੰ ਦੱਸ ਅਜੀਤਾ ਰੰਧਾਵਾ ਨੂੰ ਕਹਿਣ ਲੱਗਾ ਮੂਲ ਚੰਦ, ਕਿਹੜੇ ਲੱਛਣ ਹਨ ਇਹਨਾਂ ਦੇ ਵਿੱਚ, ਕਿਹੜੇ ਗੁਣ ਹਨ ਸਾਧੂਆਂ ਵਾਲੇ ਇਹਨਾਂ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ ਵਿੱਚ? ਕਹਿੰਦੇ ਨਾਮ ਧਰਿਓ ਜਗ ਮਾਹੇ, ਬੜਾ ਨਾਮ ਧਰਾਈ ਫਿਰਦੇ ਹਨ ਸੰਸਾਰ ਦੇ ਵਿੱਚ, ਤੇ ਤੂੰ ਮੈਨੂੰ ਦੱਸ ਕਹਿੰਦੇ ਕਿਹੜੇ ਸਾਧੂਆਂ ਵਾਲੇ ਗੁਣ ਹਨ ਇਹਨਾਂ ਦੇ ਵਿੱਚ? ਚੌਪੇ ਚੰਦੋ ਰਾਣੀ ਕਰ ਕੀ ਫੇਰ। ਹੁਣ ਚੰਦੋ ਰਾਣੀ ਕੜਕ ਗਈ। ਕੜਕਣਾ ਹੁੰਦਾ ਹੈ ਜਿਵੇਂ ਬਿਜਲੀ ਜਿਹੜੀ ਹੈ ਅਸਮਾਨ ਵਿੱਚ ਕੜਕਦੀ ਹੈ। ਹੁਣ ਚੰਦੋ ਰਾਣੀ ਨੂੰ ਹੋਰ ਗੁੱਸਾ ਚੜ ਗਿਆ। ਇਹ ਦੋਵੇਂ ਹਸਬੈਂਡ ਵਾਈਫ ਜਿਹੜੇ ਸਨ ਨਾ, ਮਹਾਰਾਜ ਦੇ ਸੱਸ ਤੇ ਸਹੁਰਾ, ਇਹ ਦੋਵੇਂ ਇੱਕ ਦੂਜੇ ਨੂੰ ਜਿਹੜਾ ਹੈ ਹੋਰ ਮੋਟੀਵੇਟ ਕਰਦੇ ਸਨ ਤੇ ਹੋਰ ਜਿਆਦਾ ਉਕਸਾਉਂਦੇ ਸਨ ਇੱਕ ਦੂਜੇ ਨੂੰ। ਇਹਨਾਂ ਨੂੰ ਗੁੱਸਾ ਚੜਦਾ, ਇਹਨੂੰ ਡਬਲ ਚੜ ਜਾਂਦਾ, ਇਹਨੂੰ ਡਬਲ ਚੜ ਟ੍ਰਿਪਲ ਇੱਧਰਲੇ ਪਾਸੇ ਚੜ ਜਾਣਾ। ਸੋ ਇਸ ਤਰ੍ਹਾਂ ਕਰਕੇ ਦੋਨੋਂ ਜਿਹੜੇ ਹਨ ਇਸ ਤਰ੍ਹਾਂ ਸਤਿਗੁਰਾਂ ਦੇ ਅੱਗੇ ਆ ਗਏ ਜਿਵੇਂ ਕਿਤੇ ਕੋਈ ਤੋਪਾ ਮਾਰਦਾ ਹੁੰਦਾ ਹੈ। ਐਂ ਕਰਕੇ ਸਤਿਗੁਰਾਂ ਨੂੰ ਤਰਕਾਂ ਰੂਪੀ ਤੋਪਾ ਮਾਰਨ ਲੱਗੇ ਹੋਏ ਹਨ। ਤਪਾ ਰਖਾਇਓ ਆਖੇ ਟੇਰ। ਕਹਿਣਗੇ ਤਪਾ ਰਖਾਇਓ ਆਖਿਆ ਢੇਰ। ਕਹਿੰਦੇ ਆਪਣਾ ਨਾਮ ਤਾਂ ਤਪਾ ਰੱਖੀ ਫਿਰਦਾ ਹੈ, ਕਹਿੰਦੇ ਪਰ ਲੋਕਾਂ ਦੇ ਵਿੱਚ ਤਾਂ ਤਪਾ ਵੱਡਾ ਬਣਿਆ ਫਿਰਦਾ ਹੈ। ਤਿੰਨੋਂ ਵਹਿਰ ਫਕੀਰੀ ਬੇਸਾ। ਤੇ ਬਾਹਰ ਤਾਂ ਫਕੀਰੀ ਦਾ ਭੇਸ ਧਾਰਨ ਕੀਤਾ ਹੋਇਆ ਹੈ। ਤੇ ਸੁਤ ਤਜ ਕੇ ਫਿਰਿਓ ਵਿਦੇਸਾ। ਹਾਂ, ਆਪਣੀ ਘਰਵਾਲੀ ਤੇ ਆਪਣੇ ਬੱਚੇ ਆਪਣੇ ਪੁੱਤਰ ਪਿੱਛੇ ਛੱਡ ਕੇ ਤੁਰਿਆ ਫਿਰਦਾ ਕੱਲਾ। ਹਾਂਜੀ, ਜਿਵੇਂ ਜਨਾ ਹੈ ਜਿਵੇਂ ਵਿਆਹਿਆ ਹੀ ਨਹੀਂ ਹੁੰਦਾ। ਹਰ ਅਨਾਥ ਤਿਨ ਗਇਓ ਪਲਾਈ। ਦੇਖੋ ਇਹਨਾਂ ਨੂੰ ਤਾਂ ਅਨਾਥ ਕਰਕੇ ਆਪ ਤੁਰਿਆ ਫਿਰਦਾ ਹੋਰ ਜਿਹੜੇ ਹਨ ਮੁਲਕਾਂ ਦੇ ਵਿੱਚ। ਤਨਕ ਨਾ ਮਨ ਮਹਿ ਕਰੁਣਾ ਆਈ। ਥੋੜੀ ਬਹੁਤੀ ਵੀ ਇਹਨਾਂ ਦੇ ਮਨ ਵਿੱਚ ਤਰਸ ਨਾ ਆਇਆ ਆਪਣੀ ਘਰਵਾਲੀ ਤੇ ਆਪਣੇ ਬੱਚਿਆਂ ਵਾਸਤੇ। ਹਾਂ ਪਰਮੇਸ਼ਰ ਕੋ ਭੈ ਕਰਕੇ। ਚੰਦੋ ਰਾਣੀ ਕਹਿੰਦੀ ਮੈਂ ਤਾਂ ਹੁਣ ਤੱਕ ਰੱਬ ਦਾ ਡਰ ਮੰਨਿਆ ਹੈ, ਮੈਂ ਤਾਂ ਕਰਕੇ ਮੈਂ ਰੱਬ ਦਾ ਡਰ ਮੰਨੀ ਬੈਠੀ ਆ। ਇਸ ਕਰਕੇ ਇਸ ਕੋ ਕਹਿਤ ਨਾ ਕਛੂ ਵਿਚਰ ਕੇ। ਇਸ ਕਰਕੇ ਮੈਂ ਇਹਨਾਂ ਨੂੰ ਕੁਝ ਨਹੀਂ ਕਹਿ ਰਹੀ, ਨਹੀਂ ਤਾਂ ਮੈਂ ਬਹੁਤ ਕੁਝ ਕਰ ਦੇਣਾ ਸੀਗਾ, ਮੈਂ ਇਹਨਾਂ ਨੂੰ ਛੱਡਣਾ ਕੋਈ ਨਹੀਂ ਸੀਗਾ। ਮੈਂ ਤਾਂ ਰੱਬ ਤੋਂ ਡਰਦੀ ਹੋਈ ਹਾਂ। ਇਹਨਾਂ ਨੂੰ ਇਹ ਪਤਾ ਰੱਬ ਦੇ ਬਾਰੇ ਕਹਿ ਰਹੀ ਹੈ ਇਸ ਤਰ੍ਹਾਂ ਜਿਨ੍ਹਾਂ ਤੋਂ ਕਹਿੰਦੀ ਮੈਂ ਡਰਦੀ ਹਾਂ। ਉਹ ਪਰਮੇਸ਼ਰ ਤਾਂ ਸਾਹਮਣੇ ਬੈਠਾ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਕਹਿੰਦੀ ਮੈਂ ਤਾਂ ਰੋਕਿਆ ਹੋਇਆ ਆਪਣੇ ਆਪ ਨੂੰ ਰੱਬ ਦੇ ਡਰ ਕਰਕੇ। ਨਾ ਤਰ ਮੈਂ ਅਬ ਕਰੋ ਖੁਆਰ। ਉਹ ਜੇ ਮੈਂ ਐਸਾ ਨਾ ਕਰਦੀ ਨਾ, ਜੇ ਮੈਨੂੰ ਰੱਬ ਦਾ ਡਰ ਨਾ ਹੁੰਦਾ, ਮੈਂ ਤਾਂ ਇਹਨਾਂ ਨੂੰ ਖੁਆਰ ਕਰ ਦੇਣਾ ਸੀ, ਬਦਨਾਮ ਕਰ ਦੇਣਾ ਸੀ ਦੁਨੀਆ ਵਿੱਚ। ਪ੍ਰਗਟਾਵੋ ਇਹ ਸਵਾਂਗ ਕੁਚਾਰੂ। ਮੈਂ ਇਹਨਾਂ ਦਾ ਜਿਹੜਾ ਝੂਠਾ ਸਵਾਂਗ ਹੁੰਦਾ ਹੈ, ਜਿਹੜਾ ਬੰਦਾ ਜਿਹੜਾ ਹੈ ਸਿਰਫ ਐਕਟਿੰਗ ਕਰਦਾ ਹੋਵੇ, ਦਿਖਾਵਾ ਕਰਦਾ ਹੋਵੇ, ਹਿਪੋਕ੍ਰੀਸੀ ਕਰਦਾ ਹੋਵੇ, ਪਖੰਡ ਕਰਦਾ ਹੋਵੇ। ਕਹਿੰਦੀ ਹੁਣ ਤੱਕ ਤਾਂ ਮੈਂ ਇਹਨਾਂ ਦਾ ਪਖੰਡ ਸਾਰੇ ਹੀ ਕੱਢ ਦੇਣਾ ਸੀ ਦੁਨੀਆ ਅੱਗੇ। ਮੈਂ ਦੱਸਣਾ ਸੀ ਦੁਨੀਆ ਨੂੰ ਇਹ ਅਸਲੀ ਰੂਪ ਇਹਨਾਂ ਦਾ ਕੀ ਹੈ, ਭੈੜੀ ਚਾਲ ਇਹਨਾਂ ਦੀ ਕੀ ਹੈ। ਸੁਨ ਸ੍ਰੀ ਗੁਰ ਤੂਸਨ ਹੋਇ ਰਹੇ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਇੰਨੇ ਕਠੋਰ ਬਚਨ ਕਹੇ, ਫੇਰ ਵੀ ਗੁਰੂ ਨਾਨਕ ਸਾਹਿਬ ਜੀ ਚੁੱਪ ਰਹੇ। ਦੇਖੋ ਕਿੱਡਾ ਵੱਡਾ ਸਬਰ ਹੈ ਜਿਨ੍ਹਾਂ ਦੇ ਹੁਕਮ ਦੇ ਵਿੱਚ, ਜਿਨ੍ਹਾਂ ਦੀ ਨਿਗਾਹ ਪੈਣ ਕਰਕੇ ਲੋਕ ਨਰਕਾਂ ਤੋਂ ਸੱਚਖੰਡ ਪਹੁੰਚ ਜਾਂਦੇ ਨੇ, ਜਿਨ੍ਹਾਂ ਦੇ ਚਿਹਰੇ ਦੇ ਦਰਸ਼ਨ ਕਰਕੇ ਲੱਖਾਂ ਕਰੋੜਾਂ ਪਾਪ ਦੂਰ ਹੋ ਜਾਂਦੇ ਨੇ, ਜਿਨ੍ਹਾਂ ਦੀ ਚਰਨ ਛੋਹ ਪ੍ਰਾਪਤ ਕਰਦਿਆਂ ਜਿਹੜੇ ਹਨ ਕੰਗਾਲ ਵੀ ਰਾਜੇ ਬਣ ਜਾਂਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਚ ਸਬਰ ਦੇਖੋ ਕਿੰਨਾ ਹੈ। ਮਹਾਰਾਜ ਜੀ ਚੁੱਪੇ ਰਹੇ, ਕੁਝ ਨਾ ਬੋਲੇ। ਤਨਕ ਬਦਨ ਤੇ ਬਚਨ ਨਾ ਕਹੇ। ਇੱਕ ਵੀ ਬਚਨ ਨਾ ਸਤਿਗੁਰਾਂ ਨੇ ਮੁਖ ਤੋਂ ਕਿਹਾ। ਦੋਹਰਾ ਬੋਲੀ ਬਹੁਰ ਸੁਲੱਖਣੀ ਤੁਮ ਸੰਗ ਬੋਲਨ ਕਾਜ। ਉਸ ਵੇਲੇ ਮਾਤਾ ਸੁਲੱਖਣੀ ਜੀ ਬੋਲ ਪਏ। ਮਾਤਾ ਸੁਲੱਖਣੀ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਹਨ, ਵਾਈਫ ਹਨ, ਉਹਨਾਂ ਨੇ ਕਿਹਾ ਤੁਮ ਸੰਗ, ਕਹਿੰਦੇ ਹੇ ਪਤੀ ਦੇਵ
ਤੇ ਤੁਹਾਡੇ ਨਾਲ ਬੋਲਣਾ ਮੇਰਾ ਕੰਮ ਹੈ, ਮੇਰਾ ਇੱਕ ਕਾਰਜ ਹੈ ਤੁਹਾਡੇ ਨਾਲ ਬੋਲਣਾ। ਇੱਕ ਬਾਰ ਜਗ ਲਾਜ ਤਜ ਕਿਉਂ ਕਰ ਭਇਓ ਨਿਲਾਜ। ਕਹਿੰਦੇ ਤੁਸੀਂ ਇੱਕ ਵਾਰ ਤਾਂ ਜਗਤ ਦੀ ਲਾਜ ਛੱਡਤੀ ਸੀ, ਕਿਉਂ ਕਰ ਭਇਓ ਨਿਲੱਜ। ਹੁਣ ਤਾਂ ਤੁਸੀਂ ਬੇਸ਼ਰਮਾ ਵਰਗੇ ਹੋ ਗਏ ਹੋ, ਹੁਣ ਤਾਂ ਬਿਲਕੁਲ ਨਹੀਂ ਤੁਸੀਂ ਕੋਈ ਕੰਮ ਕਰਦੇ, ਬਿਲਕੁਲ ਨਹੀਂ ਸਾਡੀ ਬਾਤ ਪੁੱਛਦੇ। ਚੌਪੇ ਕਿਉਂ ਤੁਮ ਫਿਰੇ ਮੋਹੇ ਸੰਗ ਲਾਵਨ। ਕਹਿਣ ਲੱਗੇ ਕਿਉਂ ਤੁਮ ਫਿਰੇ, ਹੁਣ ਤੁਸੀਂ ਕਿਉਂ ਸਾਰੇ ਪਾਸੇ ਫਿਰ ਰਹੇ ਹੋ। ਮੋਹੇ ਸੰਗ ਲਾਵਣ, ਮੇਰੇ ਨਾਲ ਫਿਰ ਲਾਵਾਂ ਕਿਉਂ ਕੀਤੀਆਂ, ਮੇਰੇ ਨਾਲ ਵਿਆਹ ਕਿਉਂ ਕੀਤਾ। ਪਹਿਲੀ ਗੱਲ, ਜੇ ਤਨ ਭਗਵੋ ਭੇਖ ਬਣਾਵਨ। ਜੇ ਤੁਸੀਂ ਭਗਵਾ ਭੇਖੇ ਧਾਰਨ ਕਰਨਾ ਸੀ, ਮੁਝ ਕੋ ਕਰ ਅਨਾਥ ਇੱਕ ਬਾਰੀ। ਮੈਨੂੰ ਇੱਕ ਵਾਰੀ ਅਨਾਥੇ ਕਰ ਦਿੰਦੇ, ਮੈਨੂੰ ਛੱਡੇ ਦਿੰਦੇ। ਹਾਂਜੀ, ਮੈਨੂੰ ਨਾਲ ਤੁਸੀਂ ਘੜੀਸੀ ਫਿਰਦੇ ਹੋ, ਮੇਰੇ ਨਾਲ ਸਰਬੰਧ ਵੀ ਤੁਸੀਂ ਰੱਖਿਆ ਹੋਇਆ ਹੈ। ਹਾਂਜੀ, ਮੇਰੇ ਨਾਲ ਰਿਸ਼ਤਾ ਪਤੀ ਦਾ ਤੁਸੀਂ ਰੱਖਿਆ ਹੋਇਆ। ਜੇ ਤੁਸੀਂ ਐਸਾ ਹੀ ਕਰਨਾ ਸੀ ਤਾਂ ਮੈਨੂੰ ਛੱਡੇ ਦਿੰਦੇ। ਆਏ ਨਾ ਕਬਹੂ ਸੁਰਤ ਸੰਭਾਰੀ। ਤੇ ਇੱਕ ਵਾਰ ਵੀ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ, ਕਹਿੰਦੇ ਤੁਸੀਂ ਇੱਕ ਵਾਰ ਵੀ ਮੈਨੂੰ ਮਿਲਣ ਵਾਸਤੇ ਨਹੀਂ ਆਏ, ਜਦੋਂ ਦੇ ਤੁਸੀਂ ਛੱਡ ਕੇ ਗਏ ਸੋ। ਕਹਿਤ ਅਜਿੱਤਾ ਭਗਨੀ ਸੁਣੀਏ। ਉਸ ਵੇਲੇ ਅਜਿੱਤਾ ਰੰਧਾਵਾ ਬੋਲ ਪਿਆ, ਕਹਿਣ ਲੱਗਾ, ਹੇ ਮੇਰੀ ਭੈਣ, ਮੇਰੀ ਗੱਲ ਸੁਣ ਲਾ ਹੁਣ। ਮਾਤਾ ਸੁਲੱਖਣੀ ਜੀ ਨੂੰ ਕਹਿੰਦੇ, ਭਲਾ ਆਪਣਾ ਤੂਸਨ ਗੁਣੀਏ। ਦੇਖ, ਕਹਿੰਦਾ ਮੇਰੀ ਭੈਣ ਤੂੰ ਚੁੱਪ ਕਰ ਜਾ, ਇਹ ਚੁੱਪ ਰਹਿਣ ਵਿੱਚ ਹੀ ਤੇਰਾ ਫਾਇਦਾ ਹੈ। ਇਹ ਜਿਹੜਾ ਹਨ ਤੇਰਾ ਗੁਣ ਇਹਦੇ ਵਿੱਚ ਹੈ ਕਿ ਤੂੰ ਚੁੱਪ ਰਹਿ। ਅਸਨ ਬਸਨ ਕੀ ਜੇ ਹੋਇਆ ਚਾਹੀ। ਜੇ ਤੈਨੂੰ ਭੋਜਨ, ਤੈਨੂੰ ਖਾਣ ਦੀ ਕੋਈ ਲੋੜ ਹੈ, ਤੈਨੂੰ ਕੋਈ ਕੱਪੜਿਆਂ ਦੀ ਲੋੜ ਹੈ, ਜਾਂ ਹੋਰ ਕੋਈ ਵੀ ਚਾਹਨਾ ਹੈ ਤੇਰੇ ਮਨ ਦੀ, ਸੇਵਾ ਕਰੋ ਕਹੋ ਮੁਝ ਪਾਹੀ। ਮੈਨੂੰ ਦੱਸ। ਅਜਿੱਤਾ ਰੰਧਾਵਾ ਕਹਿੰਦਾ, ਮੈਨੂੰ ਦੱਸ, ਮੈਂ ਸੇਵਾ ਕਰਨ ਨੂੰ ਤਿਆਰ ਹਾਂ, ਜੋ ਚਾਹੇ ਮੈਂ ਤੈਨੂੰ ਲਿਆ ਕੇ ਦਵਾਂਗਾ, ਤੂੰ ਮੈਨੂੰ ਦੱਸ ਦੇ ਤੈਨੂੰ ਕੀ ਚਾਹੀਦਾ ਹੈ। ਦੋਹਰਾ ਮਾਤ ਪਿਤਾ ਤੇਰੇ ਕਹੈ ਕਹਿਨ ਉਚਿਤ ਤੁਝ ਨਾਹੀ। ਦੇਖੋ, ਤੇਰੇ ਮਾਤਾ ਪਿਤਾ ਨੇ ਤਾਂ ਜੋ ਕੁਝ ਕਹਿਤਾ ਸੋ ਕਹਿਤਾ, ਕਿਉਂਕਿ ਸੱਸ ਸਹੁਰਾ ਤਾਂ ਪਿਤਾ ਸਮਾਨ ਤੇ ਮਾਤਾ ਸਮਾਨ ਹੈ ਨਾ। ਪਰ ਕਹਿੰਦੇ ਤੇਰਾ ਕਹਿਣਾ ਨਹੀਂ ਬਣਦਾ, ਤੂੰ ਤਾਂ ਪਤਨੀ ਆ ਨਾ, ਤੂੰ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਹੋ, ਤੁਹਾਨੂੰ ਨਹੀਂ ਕੁਝ ਕਹਿਣਾ ਚਾਹੀਦਾ। ਮੁਖ ਤੇ ਭਨਤ ਕੁਬੋਲ ਕੋ ਹੋਇ ਵਿਰੋਧ ਤੁਮ ਮਾਹੇ। ਦੇਖੋ, ਜੇ ਤੂੰ ਆਪਣੇ ਮੂੰਹ ਤੋਂ ਕੁਬੋਲ ਭੈੜੇ ਬੋਲ ਆਪਣੇ ਪਤੀ ਪਰਥਾਈ ਬੋਲੇਂਗੀ ਨਾ, ਤਾਂ ਤੇਰੇ ਅੰਦਰ ਵਿਰੋਧ ਵਧੇਗਾ। ਇਹ ਤੇਰੇ ਵਾਸਤੇ ਚੰਗਾ ਨਹੀਂ। ਤੈਨੂੰ ਤਾਂ ਆਪਣੇ ਪਤੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਨਾ। ਚੌਪੇ ਹੈ ਇਨਕੇ ਸੰਗ ਤੁਮਰੋ ਕਾਜਾ। ਦੇਖੋ, ਇਹਨਾਂ ਦੇ ਨਾਲ ਹੀ ਤੇਰਾ ਕਾਰਜ ਹੈ, ਇਹ ਤੁਹਾਡੇ ਪਤੀ ਹਨ। ਇਨਹੀ ਸੋ ਸਭ ਵਿਦ ਸੁਖ ਸਾਜਾ। ਇਹਦੇ ਨਾਲ ਹੀ ਤੁਹਾਨੂੰ ਸੁੱਖ ਮਿਲਣਾ ਹੈ। ਇਹ ਤੁਹਾਡੇ ਪਤੀ ਨੇ, ਇਹਨਾਂ ਨਾਲ ਰਹਿ ਕੇ, ਇਹਨਾਂ ਦੀ ਇੱਜ਼ਤ ਕਰਕੇ ਤੁਹਾਨੂੰ ਸੁੱਖ ਮਿਲੇਗਾ। ਕਹੈ ਸੁਲੱਖਣੀ ਸੁਨ ਮਮ ਭਾਈ। ਉਸ ਵੇਲੇ ਮਾਤਾ ਸੁਲੱਖਣੀ ਜੀ ਨੇ ਇਹ ਗੱਲ ਸੁਣ ਕੇ ਅਜਿੱਤਾ ਰੰਧਾਵਾ ਤੋਂ ਕਹਿਣ ਲੱਗੇ, ਹੇ ਮੇਰੇ ਭਰਾ, ਮੇਰੀ ਗੱਲ ਸੁਣ ਲਓ। ਹਾਂ ਕਹਿ ਕੇ ਅਵਲੰਬ ਰਹਾਈ। ਮੈਂ ਹੁਣ ਕਿਹਦੇ ਆਸਰੇ ਤੇ ਰਹਾ ਇੱਥੇ ਦੁਨੀਆ ਵਿੱਚ। ਮਾਤ ਪਿਤਾ ਦੇਵਤ ਹੈ ਗਾਰੀ। ਦੇਖੋ, ਮੇਰੇ ਮਾਂ ਪਿਓ ਹਰ ਰੋਜ਼ ਮੈਨੂੰ ਤਾਨੇ ਮਾਰਦੇ ਨੇ, ਮੈਨੂੰ ਗਾਲਾਂ ਕੱਢਦੇ ਨੇ। ਮਾਤਾ ਸੁਲੱਖਣੀ ਜੀ ਕਹਿੰਦੇ, ਆਪਨ ਗਲੇ ਤੇ ਚਹਿਤ ਉਤਾਰੀ। ਦੇਖੋ, ਮੈਨੂੰ ਤਾਂ ਆਪਣੇ ਗਲੇ ਦਾ ਬੋਝ ਬਣਾਇਆ ਹੋਇਆ ਇਹਨਾਂ ਨੇ। ਮੇਰੇ ਮਾਤਾ ਪਿਤਾ ਹਰ ਰੋਜ਼ ਮੈਨੂੰ ਪੁੱਠਾ ਸਿੱਧਾ ਬੋਲਦੇ ਨੇ ਤੇ ਮੈਨੂੰ ਆਪਣੇ ਗਲ ਤੋਂ ਲਾਉਣ ਨੂੰ ਫਿਰਦੇ ਨੇ। ਹਮੇਸ਼ਾ ਮੈਨੂੰ ਪੁੱਠੀ ਸਿੱਧੀ ਗੱਲ ਕਰਦੇ ਨੇ ਮੇਰੇ ਨਾਲ, ਮੈਨੂੰ ਤਾਨੇ ਮਾਰਦੇ ਵੀ ਤੇਰਾ ਪਤੀ ਤੈਨੂੰ ਛੱਡ ਗਿਆ। ਕਹਿੰਦੀ ਮੈਂ ਕੀ ਕਰਾਂ ਹੁਣ। ਬੋਲ ਕੁਬੋਲ ਦੇਤ ਹੈ ਤਾਨੇ। ਇਸੇ ਤਰ੍ਹਾਂ ਦੇ ਮਹਿਣੇ ਜਿਹੜੇ ਹਨ, ਮਹਿਣੇ ਤਾਨੇ ਜਿਹੜੇ ਹਨ, ਮੈਨੂੰ ਹਰ ਰੋਜ਼ ਸੁਣਨੇ ਪੈਂਦੇ ਹਨ। ਤੂੰ ਪੀ ਕਰੋ ਫਕੀਰੀ ਬਾਨੇ। ਕਹਿ ਲਗੇ ਤੂੰ ਪੀ ਕਰੋ ਫਕੀਰੀ ਬਾਣੇ। ਇਸ ਕਰਕੇ ਮੇਰੇ ਮਾਤਾ ਪਿਤਾ ਜੀ ਮੈਨੂੰ ਮਹਿਣੇ ਦਿੰਦੇ ਹਨ। ਕਹਿੰਦੇ ਤੂੰ ਵੀ ਫਕੀਰ ਬਣ ਜਾ, ਜਾ ਕੇ ਤੂੰ ਕਿਉਂ ਘਰ ਬੈਠੀ ਆ, ਤੂੰ ਵੀ ਆਪਣੀ ਪਤੀ ਵਾਂਗੂ ਫਕੀਰੇ ਬਣ ਜਾ। ਜਾਏ ਬੈਠਨੇ ਚ ਪਤ ਕੇ ਪਾਸੋ। ਜਾ ਆਪਣੇ ਪਤੀ ਕੋਲ ਬਹਿ ਜਾ, ਜਾ ਕੇ ਕਿਉਂ ਸਾਡੇ ਘਰ ਚ ਬੈਠੀ ਹੈ। ਸਾਧੂ ਭੇਖ ਕਰੋ ਜਸ ਤਾਸੂ। ਜਾ ਉਹਦੇ ਜਿਵੇਂ ਉਹਨੇ ਸਾਧੂ ਦਾ ਭੇਸ ਧਾਰਨ ਕੀਤਾ, ਤੂੰ ਵੀ ਸਾਧੂ ਦਾ ਭੇਸ ਧਾਰਨ ਕਰ ਲਾ। ਭਰੀ ਗਰੇ ਤੂੰ ਸਦਾ ਹਮਾਰੇ। ਤੂੰ ਸਾਡੇ ਗਲੇ ਪਈ ਰਹੀ ਜਦੋਂ ਦੀ ਤੂੰ ਜੰਮੀ ਹੈ। ਸੋ ਸਭ ਸਾਚੀ ਕਰਤ ਉਚਾਰੇ। ਸੋ ਸਭ ਕਹਿੰਦੇ ਕਿ ਦੇਖੋ, ਇਹਨਾਂ ਨੇ ਇਹ ਜਿਹੜੀਆਂ ਗੱਲਾਂ ਵੀ ਸੱਚੀਆਂ ਹੀ ਕਹਿੰਦੇ ਹਨ ਨਾ। ਮੈਨੂੰ ਭਾਵੇਂ ਮੈਨੂੰ ਮਾੜੀਆਂ ਲੱਗਦੀਆਂ ਨੇ, ਪਰ ਠੀਕ ਹੀ ਨੇ, ਇਹੀ ਮੇਰਾ ਹਾਲ ਹੈ। ਦੋਹਰਾ ਮੁਰ ਨਿਨਾਨ ਜੋ ਨਾਨਕੀ ਜਬ ਜੀਵਤ ਸੁਖਦਾਏ। ਕਹਿੰਦੇ ਦੇਖ, ਮੇਰੀ ਜਿਹੜੀ ਨਨਾਣ ਸੀਗੀ, ਮੇਰੀ ਨਨਾਣ ਕੌਣ, ਬੇਬੇ ਨਾਨਕੀ ਜੀ। ਕਹਿੰਦੇ ਜਦੋਂ ਤੱਕ ਤਾਂ ਉਹ ਜਿਉਂਦੇ ਰਹੇ, ਮੈਨੂੰ ਬੜਾ ਸੁੱਖ ਰਿਹਾ। ਸ੍ਰੀ ਚੰਦ ਤੇ ਸਦਨ ਮਹਿ ਸਭ ਕੁਛ ਪਹਿਰਤ ਖਾਏ। ਉਸ ਵੇਲੇ ਬਾਬਾ ਸ੍ਰੀ ਚੰਦ ਸਾਡੇ ਵੱਡੇ ਪੁੱਤਰ ਉਹਨਾਂ ਦੇ ਘਰ ਵਿੱਚ ਰਹਿੰਦੇ ਸਨ। ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਪਾਲਿਆ ਹੈ ਤੇ ਸਾਰੀਆਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ, ਉਹਨਾਂ ਨੂੰ ਚੰਗੀ ਤਰ੍ਹਾਂ ਪਾਲਣਾ ਉਹਨਾਂ ਦੀ ਕਰਦੇ ਰਹੇ। ਚੌਪੇ ਮਨ ਭਾਵਤ ਜੋ ਕਰਤ ਬਿਲਾਸੋ। ਦੇਖੋ, ਮਨ ਭਾਵਤ, ਮਨ ਭਾਉਂਦੇ ਬਿਲਾਸ ਕਰਦੇ ਰਹੇ। ਬਾਬਾ ਸ੍ਰੀ ਚੰਦ ਨੂੰ ਵੀ ਕੋਈ ਜਿਹੜਾ ਘਾਟਾ ਨਹੀਂ ਸੀ, ਆ ਕੇ ਸਾਡਾ ਵੀ ਹਾਲ ਚਾਲ ਪੁੱਛਿਆ ਕਰਦੇ ਸਨ ਇੱਥੇ। ਹਾਂਜੀ, ਬਾਬਾ ਲక్ష్ਮੀ ਦਾਸ ਦਾ ਵੀ ਖਿਆਲ ਰੱਖਿਆ ਕਰਦੇ ਸਨ। ਉਸ ਵੇਲੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਬਹੁਤਾ ਰਿਹਾ। ਚਿੰਤਾ ਕਾਹੂ ਕੀ ਤਾਸੋ। ਉਸ ਵੇਲੇ ਮੈਨੂੰ ਕੋਈ ਚਿੰਤਾ, ਕੋਈ ਫਿਕਰ ਨਹੀਂ ਸੀ। ਜਬ ਕਾ ਭਾ ਤਿੰਨ ਕੋ ਪਰਲੋਕੂ। ਪਰ ਜਦੋਂ ਦੇ ਬਾਬਾ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਪਰਲੋਕ ਨੂੰ ਸੁਧਾਰ ਗਏ ਹਨ, ਹਮ ਕੋ ਭਇਓ ਸਬੈ ਬਿਦ ਸੋਕੂ। ਮੈਨੂੰ ਤਾਂ ਬਹੁਤ ਸ਼ੋਕ ਹੋਇਆ, ਮੈਨੂੰ ਤਾਂ ਬੜਾ ਦੁੱਖ ਹੋਇਆ।
ਮੇਰਾ ਤਾਂ ਆਸਰਾ ਹੀ ਟੁੱਟ ਗਿਆ। ਦਸ ਦਿਸ ਤੇ ਮੁਝ ਬਣਿਓ ਕੁਫੇਰਾ। ਚਾਰ ਜਿਹੜੇ ਹਨ 10 ਪਾਸਿਆਂ ਤੋਂ 10 ਹੀ ਦਿਸ਼ਾ ਤੋਂ ਕਹਿੰਦੀ ਮੈਨੂੰ ਤਾਂ ਜਿਹੜਾ ਹੈ ਖੋਟਾ ਫੇਰ, ਮੈਨੂੰ ਤਾਂ ਘਾਟਾ ਹੀ ਘਾਟਾ ਪੈਂਦਾ ਰਿਹਾ ਜ਼ਿੰਦਗੀ ਵਿੱਚ। ਕਿਸ ਪ੍ਰਕਾਰ ਹੋਇਆ ਜੀਵਨ ਮੇਰਾ ਜੀਵਨ ਕਿਸ ਤਰ੍ਹਾਂ ਹੁਣ ਅੱਗੇ ਚੱਲੇਗਾ, ਮੈਂ ਕਿਸ ਤਰ੍ਹਾਂ ਜਿਉਂਦੀ ਹੋਵਾਂਗੀ ਰਹਿੰਦੀ ਜ਼ਿੰਦਗੀ ਵਾਸਤੇ। ਅਸ ਕਹਿ ਆਂਖਨ ਆਂਸੂ ਘੇਰਤ। ਐਸੇ ਜਿਹੜੇ ਹਨ ਬਚਨ ਕਰਦਿਆਂ ਹੋਇਆ ਮਾਤਾ ਸੁਲੱਖਣੀ ਜੀ ਦੇ ਅੱਖਾਂ ਵਿੱਚੋਂ ਅਥਰੂ ਆ ਗਏ। ਮਾਤਾ ਜੀ ਰੋਣ ਲੱਗ ਪਏ। ਉੱਚ ਸਵਾਸ ਲੈ ਧਰਨੀ ਹੇਰਤ। ਹੁਣ ਲੰਮੇ ਸਵਾਸ ਖਿੱਚਣ ਲੱਗੇ ਮਾਤਾ ਸੁਲੱਖਣੀ ਜੀ ਤੇ ਧਰਤੀ ਵੱਲ ਦੇਖਣ ਲੱਗੇ ਸਿਰ ਨੀਵਾਂ ਕਰਕੇ। ਸ੍ਰੀ ਨਾਨਕ ਪਿਖ ਸੁਣ ਕੇ ਬਾਣੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਸੁਲੱਖਣੀ ਜੀ ਦੇ ਐਸੇ ਬਚਨ ਸੁਨੇ, ਐਸੀ ਦਸ਼ਾ ਨੂੰ ਦੇਖਿਆ, ਹਿਰਦੈ ਵਿਖੇ ਕਰੁਣਾ ਬਹੁ ਠਾਨੀ। ਮਹਾਰਾਜ ਦੇ ਮਨ ਵਿੱਚ ਹੁਣ ਤਰਸ ਆ ਗਿਆ, ਬੜੀ ਦਇਆ ਆਈ ਮਾਤਾ ਸੁਲੱਖਣੀ ਜੀ ਦੇ ਇਹ ਹਾਲਾਤ ਨੂੰ ਦੇਖ ਕੇ। ਉਹਨਾਂ ਨੂੰ ਤਰਸ ਆਇਆ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ। ਕਹਿਤ ਪਏ ਸੁਨ ਚੋਣੀ ਕਾਨਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਕਿਹਾ ਸੁਨ ਚੌਣੀ, ਕਿਉਂਕਿ ਉਹਨਾਂ ਦਾ ਗੋਤ ਚੌਣੇ ਸੀਗੇ। ਸੋ ਕਹਿੰਦੇ ਹੇ ਚੌਣੀ ਜਿਹੜਾ ਹਨ ਕੰਨ ਦੇ ਕੇ ਸੁਣ। ਦੁੱਖ ਪਨ ਭੂਖ ਜੇ ਕਰੋ ਪਰਵਾਨਾ। ਕਹਿਣਗੇ ਜੇ ਤੂੰ ਭੁੱਖ ਜੇ ਤੂੰ ਦੁੱਖ ਇਹ ਸਾਰੇ ਤੂੰ ਪ੍ਰਵਾਨ ਕਰ ਲੂੰਗੀ। ਰਹੋ ਨਿਕਟ ਹਠ ਕਰੋ ਕਨੇਰਾ। ਜੇ ਤੂੰ ਹੱਠ ਕਰਕੇ ਮੇਰੇ ਨਾਲ ਰਹਿਣਾ ਚਾਹੁੰਦੀ ਹਾਂ, ਤੂੰ ਹੱਠ ਕਰ ਸਕਦੀ ਆ ਤਾਂ ਫਿਰ ਜੋ ਹਮ ਹਾਲ ਸੋ ਹੋਵਹਿ ਤੇਰਾ। ਜਿਹੜਾ ਮੇਰਾ ਹਾਲ ਆ ਉਹੀ ਤੁਹਾਡਾ ਹਾਲ ਹੋਵੇਗਾ। ਮਾਤਾ ਸੁਲੱਖਣੀ ਜੀ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਭਨੈ ਸੁਲੱਖਣੀ ਸੁਨ ਬਚ ਮੋਰੇ। ਇਹ ਸੁਣ ਕਰਕੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਮੇਰੇ ਹੁਣ ਕੁਝ ਕੁ ਬਚਨ ਸੁਣ ਲਓ ਤੁਸੀਂ। ਮੈਂ ਭੂਖਨ ਜਾਚੋ ਢਿਗ ਤੋਰੇ। ਕਹਿਣਗੇ ਮੈਂ ਕਿਤੇ ਵੀ ਤੁਹਾਡੇ ਤੋਂ ਕੋਈ ਗਹਿਣੇ ਨਹੀਂ ਮੰਗੇ, ਜੁਵਲਰੀਜ਼ ਨਹੀਂ ਮੈਂ ਕਿਤੇ ਤੁਹਾਡੇ ਤੋਂ ਮੰਗੇ। ਹਿਰਦੈ ਵਿਖੇ ਚਾਹੋ ਨਿਤ ਐਸੇ। ਮੈਂ ਆਪਣੇ ਹਿਰਦੇ 'ਚ ਹਮੇਸ਼ਾ ਐਸਾ ਹੀ ਚਾਹੁੰਦੀ ਹਾਂ, ਮੇਰੀ ਮਨ ਦੀ ਇੱਛਾ ਇਹੀ ਰਹੀ ਹੈ। ਤੁਮ ਜਿਉ ਹਾਲ ਹੋਏ ਮਮ ਤੈਸੇ। ਜੋ ਤੁਹਾਡਾ ਹਾਲ ਆ ਮੈਂ ਉਹੀ ਹਾਲ ਵਿੱਚ ਰਹਿਣ ਨੂੰ ਤਿਆਰ ਹਾਂ। ਦੁੱਖ ਭੁੱਖ ਸਹਿ ਕੇ ਆਪਨ ਸਰੀਰਾ। ਮੈਂ ਦੁੱਖ ਤੇ ਭੁੱਖ ਆਪਣੇ ਸਰੀਰ ਤੇ ਸਹਿਨ ਕਰ ਲਵਾਂਗੀ। ਰਹੋ ਸਦੀਵ ਤੁਮਾਰੇ ਤੀਰਾ। ਪਰ ਮੈਂ ਤੁਹਾਡੇ ਕੋਲ ਰਹਿਣਾ ਚਾਹੁੰਦੀ ਹਾਂ, ਮੈਂ ਤੁਹਾਡੀ ਸੰਗਤ ਵਿੱਚ ਰਹਿਣਾ ਚਾਹੁੰਦੀ ਹਾਂ, ਹਮੇਸ਼ਾ ਮੈਂ ਤੁਹਾਡੇ ਕੋਲ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਰੱਬ ਬੋਲੇ ਜੇ ਅਸਮਨ ਤੇਰੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਜੇ ਐਸਾ ਤੁਹਾਡੇ ਮਨ ਵਿੱਚ ਹੈ ਅਨਹੋ ਸੁਤ ਅਬ ਕਰੋ ਨਾ ਦੇਰੇ। ਚੱਲ ਫਿਰ ਹੁਣ ਆਪਣੇ ਪੁੱਤਰਾਂ ਨੂੰ ਘਰ ਤੋਂ ਮੂਲ ਚੰਦ ਦੇ ਘਰ ਤੋਂ ਲੈ ਕੇ ਤੂੰ ਆ ਜਾ, ਹੁਣ ਸਾਡੇ ਕੋਲ ਲਿਆ, ਹੁਣੇ ਆ ਜਾ ਸਾਡੇ ਕੋਲ। ਸਭ ਕਰਤਾਰ ਕਰਹਿ ਗੋ ਨੀਕੀ। ਦੇਖੋ ਕਰਤਾਰ ਸਾਰੀ ਭਲੀ ਕਰੇਗਾ ਜੇ ਸਰਦਾ ਐਸੀ ਡਿਡ ਜੀ ਕੀ। ਜੇ ਤੁਹਾਡੀ ਸ਼ਰਧਾ ਐਸੀ ਦ੍ਰਿੜ ਹੈ। ਮਾਤਾ ਸੁਲੱਖਣੀ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਐਸੀ ਦ੍ਰਿੜ ਜਿਹੜੀ ਹਨ ਸ਼ਰਧਾ ਤੇਰੇ ਮਨ ਦੇ ਵਿੱਚ ਹੈ। ਸੁਨੇ ਸੁਲੱਖਣੀ ਅਸ ਬਚ ਜਬ ਹੀ। ਜਦੋਂ ਐਸੇ ਬਚਨ ਮਾਤਾ ਸੁਲੱਖਣੀ ਜੀ ਨੇ ਸੁਣੇ ਗੁਰੂ ਨਾਨਕ ਸਾਹਿਬ ਜੀ ਤੋਂ, ਪੂਰਨ ਗਈ ਸਦਨ ਕੋ ਤਬ ਹੀ। ਉਸੇ ਵੇਲੇ ਭੱਜ ਕੇ ਆਪਣੇ ਘਰ ਨੂੰ ਪੇਕੇ ਘਰ ਨੂੰ ਗਈ ਮਾਤਾ ਸੁਲੱਖਣੀ ਜੀ। ਦੋਨੋਂ ਸੁਤ ਲੈ ਕਰ ਨਿਜ ਸੰਗਾ। ਉਸੇ ਵੇਲੇ ਆਪਣੇ ਦੋਨਾਂ ਪੁੱਤਰਾਂ ਨੂੰ ਨਾਲ ਲੈ ਕਰਕੇ ਹਰਖਤ ਆਈ ਕਰਤ ਉਮੰਗਾ। ਬੜੀ ਖੁਸ਼ੀ ਖੁਸ਼ੀ ਚਾਈ ਚਾਈ ਸਤਿਗੁਰਾਂ ਦੇ ਕੋਲ ਆ ਗਈ ਉਤਸ਼ਾਹ ਦੇ ਨਾਲ। ਮੂਲ ਚੰਦ ਪੁਨ ਚੰਦੋ ਰਾਣੀ। ਉਸ ਵੇਲੇ ਮੂਲ ਚੰਦ ਤੇ ਚੰਦੋ ਰਾਣੀ ਹਜੇ ਉੱਥੇ ਹੀ ਬੈਠੇ ਸਨ, ਜਿਹੜੇ ਬੜੇ ਗੁੱਸੇ ਵਿੱਚ ਲਾਲ ਪੀਲੇ ਹੋ ਕੇ ਬੈਠੇ ਸਨ। ਘਰ ਗਮਨੀ ਮਨ ਬਹੁ ਮੁਰਝਾਨੀ। ਤੇ ਉਸ ਵੇਲੇ ਜਦੋਂ ਦੇਖਿਆ ਕਿ ਸਾਡੀ ਪੁੱਤਰੀ ਤਾਂ ਸਾਡੇ ਦੋਤਿਆਂ ਨੂੰ ਲੈ ਕੇ ਆ ਗਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਤੇ ਉਹ ਫਿਰ ਮੂੰਹ ਸੱਟ ਕੇ ਧਰਤੀ ਨਾਲ ਦੇਖਦੇ ਹੋਏ ਮੁਰਝਾਏ ਹੋਏ ਆਪਣੇ ਘਰ ਨੂੰ ਤੁਰ ਪਏ ਵਾਪਸ। ਬਹੁਰੋ ਬੋਲਣਾ ਕਉ ਆਵਤ। ਫਿਰ ਉਹਨਾਂ ਦੇ ਜਿਹੜਾ ਬੋਲਣਾ ਹੀ ਬੰਦ ਹੋ ਗਿਆ ਜੀ, ਕੁਝ ਬੋਲਣ ਜੋਗੇ ਨਹੀਂ ਰਹਿ ਗਏ। ਹੋਏ ਤੁਸਨ ਹਿਰਦੇ ਪਛਤਾਵਤ। ਬਹੁਤ ਚੁੱਪਤਾ ਕਰ ਗਏ ਪਰ ਹਿਰਦੇ ਵਿੱਚ ਪਛਤਾਉਂਦੇ ਹਨ ਵੀ ਇਹ ਕੀ ਕਰ ਲਿਆ ਅਸੀਂ, ਆਪਣੀ ਧੀ ਨੂੰ ਹੀ ਘਰੋਂ ਕੱਢ ਦਿੱਤਾ ਅਸੀਂ। ਦੋਹਰਾ ਸ੍ਰੀ ਚੰਦ ਕੋ ਸੰਗ ਲੈ ਦੂਸਰ ਲਖਮੀ ਦਾਸ। ਬਾਬਾ ਸ੍ਰੀ ਚੰਦ ਨੂੰ ਤੇ ਦੂਸਰੇ ਬਾਬਾ ਲਖਮੀ ਦਾਸ ਨੂੰ ਨਾਲ ਲੈ ਕੇ ਮਾਤਾ ਸੁਲੱਖਣੀ ਜੀ ਆਏ ਸੁਲੱਖਣੀ ਬੈਠ ਗਈ ਪਾਏ ਹਰਖ ਸੁਖ ਰਾਸ। ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ ਉੱਥੇ ਆ ਕੇ ਮਾਤਾ ਸੁਲੱਖਣੀ ਜੀ ਵੀ ਬਹਿ ਗਏ ਤੇ ਆਪਣੇ ਪੁੱਤਰਾਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਚੌਪੇ ਜਹ ਬੈਠੇ ਅਗ ਓਗ ਨਿਕੰਦਨ। ਜਿੱਥੇ ਅੱਗ ਤੇ ਓਗ ਜਿਹੜੇ ਸਾਰੇ ਪਾਪਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਵੈ ਸੁਤ ਕੀਨ ਚਰਨ ਪਰ ਬੰਦਨ। ਦੋਨਾਂ ਪੁੱਤਰਾਂ ਨੇ ਆ ਕੇ ਆਪਣੇ ਪਿਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਰਹਿਣ ਲਗੇ ਨਿਜ ਪਿਤ ਕੇ ਪਾਸੋ। ਤੇ ਰਹਿਣ ਲੱਗੇ ਹੁਣ ਆਪਣੇ ਪਿਤਾ ਦੇ ਕੋਲ। ਚਿੰਤਾ ਸਗਰੀ ਕੀਨ ਬਿਨਾਸੋ। ਸਾਰੀ ਚਿੰਤਾ ਉਹਨਾਂ ਨੇ ਨਾਸ ਕਰ ਦਿੱਤੀ। ਸਰਬ ਪ੍ਰਕਾਰਨ ਸੇਵਾ ਜੋ। ਸਾਰੇ ਪ੍ਰਕਾਰ ਦੀ ਸਤਿਗੁਰਾਂ ਦੀ ਸੇਵਾ ਕਰਦੇ ਹਨ। ਕਰ ਹੈ ਅਜਿਤਾ ਹਿਤ
ਹਿਤ ਧਰ ਸੋ। ਤੇ ਭਾਈ ਅਜਿੱਤਾ ਰੰਧਾਵਾ ਜੀ ਬੜੇ ਪ੍ਰੇਮ ਨਾਲ ਸਤਿਗੁਰਾਂ ਦੀ ਸੇਵਾ ਵਿੱਚ ਹਮੇਸ਼ਾ ਹੀ ਹਾਜ਼ਰ ਰਹਿੰਦੇ ਹਨ। ਅਤ ਅਜਮਤ ਮਹਿ ਪੂਰਨ ਹੋਇਓ। ਸੋ ਦੇਖੋ ਜਿਹੜਾ ਹਨ ਭਾਈ ਅਜਿੱਤਾ ਰੰਧਾਵਾ ਜਿਹੜਾ ਹੈ ਅਜਮਤ ਪੂਰਨ ਸ਼ਕਤੀਆਂ ਦਾ ਮਾਲਕ ਹੋ ਗਿਆ। ਰਿੱਧੀਆਂ ਸਿੱਧੀਆਂ ਉਹਨਾਂ ਕੋਲ ਸਾਰੀਆਂ ਹੀ ਆ ਗਈਆਂ, ਹੁਣ ਉਹ ਵੀ ਪੂਰਨ ਹੋ ਗਿਆ ਸ਼ਕਤੀਆਂ ਵਿੱਚ। ਜਨਮ ਮਰਨ ਕੋ ਸੰਸਾ ਖੋਇਓ। ਦੇਖੋ ਅਜਿੱਤਾ ਰੰਧਾਵਾ ਦਾ ਜਿਹੜਾ ਸੀ ਜਨਮ ਤੇ ਮਰਨ ਦਾ ਸੰਸਾ ਸਤਿਗੁਰਾਂ ਨੇ ਮਿਟਾ ਦਿੱਤਾ, ਉਹਨਾਂ ਨੂੰ ਮੁਕਤ ਕਰ ਦਿੱਤਾ। ਤੇ ਐਸਾ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਹੁਰੇ ਪਿੰਡ ਅਚਲ ਬਟਾਲੇ ਵਿੱਚ ਇਹ ਸਾਖੀ ਆਉਂਦੀ ਹੈ, ਜਿਸ ਤਰ੍ਹਾਂ ਕਿ ਸਤਿਗੁਰਾਂ ਨੇ ਆ ਕੇ ਉੱਥੇ ਵੀ ਸਾਰਿਆਂ ਨੂੰ ਨਿਹਾਲ ਕੀਤਾ ਤੇ ਮੁਕਤ ਕੀਤਾ। ਤੇ ਇੱਥੇ ਹੁਣ ਸਮਾਪਤੀ ਇਸ ਅਧਿਆਈ ਦੀ ਹੈ। ਸਰਬ ਪ੍ਰਕਾਰਨ ਸੇਵਾ ਜੋ ਕਰਹਿ ਅਜਿਤਾ ਹਿਤ ਧਰ ਸੋ। ਅਤ ਅਜਮਤ ਮਹਿ ਪੂਰਨ ਹੋਇਓ। ਜਨਮ ਮਰਨ ਕੋ ਸੰਸਾ ਖੋਇਓ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਮੂਲੇ ਕੋ ਪ੍ਰਸੰਗ ਵਰਣਨ ਨਾਮ 29ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।